ਮਾਝ ਦੀ ਵਾਰ ਜਿਹੜੀ ਹੈਗੀ ਪਹਿਲੀ ਪਾਤਸ਼ਾਹੀ ਦੀ ਮਾਝ ਰਾਗ ਦੇ ਵਿੱਚ ਉਹਦੀ 15ਵੀਂ ਪੌੜੀ ਲੈਣ ਲੱਗਿਆ ਜੀ। 14 ਆਪਾਂ ਨੇ ਕਰ ਲਈਆਂ ਸੀਗੀਆਂ ਅਤੇ 15ਵੀਂ ਪੌੜੀ ਉਸ ਤੋਂ ਪਹਿਲਾਂ ਸ਼ਲੋਕ ਹੈਗੇ ਅੰਗ 144 144 ਦੇ ਥੱਲੇ ਇਹ ਸ਼ਲੋਕ ਜਿਹੜਾ ਹੈਗਾ 45 ਤੱਕ ਵੀ ਜਾ ਰਿਹਾ ਹੈ। ਮਹਾਰਾਜ ਮਿਹਰ ਕਰਨ ਸੰਗਤ ਜਿਹੜੀ ਹੈਗੀ ਵਿੱਚ ਸੰਗਤ ਹਰ ਪ੍ਰਭ ਵਰਤਦਾ ਬੁੱਝੋ ਸ਼ਬਦ ਵਿਚਾਰ। ਇਹ ਪਰਮਾਤਮਾ ਮਿਹਰ ਕਰੇ ਔਰ ਆਪ ਜਿਹੜਾ ਹੈਗਾ ਵਰਤ ਕੇ ਜਿਹੜਾ ਹੈਗਾ ਇਹ ਸ਼ਬਦ ਦੀ ਜਿਹੜੀ ਹੈਗੀ ਆ ਇਹਦੀ ਵਿਚਾਰ ਦੇਣ ਆਪਾਂ ਨੂੰ ਔਰ ਆਪਣੇ ਅੰਦਰ ਇਹ ਵਿਚਾਰ ਜਿਹੜੀ ਹੈਗੀ ਘਰ ਕਰੇ ਔਰ ਆਪਣੇ ਅੰਦਰ ਜਿਹੜੀ ਹੈਗੀ ਆ ਆਪਣੇ ਹਿਰਦੇ 'ਚ ਜਿਹੜੇ ਹੈਗੇ ਆ ਮਾਇਆ ਦੀ ਵਿਚਾਰ ਜਿਹੜੀ ਹੈਗੀ ਮਾਇਆ ਉੱਥੇ ਰਿਪਲੇਸ ਹੋਏ ਔਰ ਆਪਾਂ ਇਹ ਕਾਰ ਕਰੀਏ। ਇਹੀ ਉਪਰਾਲਾ ਹੈ ਜੀ, ਹੋਰ ਕੋਈ ਮਕਸਦ ਨਹੀਂ ਹੈਗਾ ਸਾਡਾ। ਕਿਸੇ ਤਰੀਕੇ ਦੇ ਨਾਲ ਇਹ ਜਿਹੜੀ ਹੈਗੀ ਆ ਇਹ ਬੁਝਾਰਤ ਜਿਹੜੀ ਹੈ ਗੁਰਬਾਣੀ ਜਿਹੜੀ ਹੈਗੀ ਆ ਇਹ ਮੁੰਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਦੀ ਭਾਲ। ਇਹ ਜਿਹੜੀ ਹੈਗੀ ਮੁੰਦਾਵਣੀ ਖੁੱਲ੍ਹੇ ਔਰ ਜਿਹੜਾ ਹੈਗਾ ਆਪਾਂ ਜਿਹੜੀ ਹੈਗੀ ਇਹ ਜੋ ਮਾਲਕ ਪਰਮਾਤਮਾ ਨੇ ਆਪਾਂ ਨੂੰ ਇਹ ਖੇਡ ਦੇ ਵਿੱਚ ਪਾਇਆ ਆ। ਇਹ ਖੇਡ ਜਿਹੜੀ ਹੈਗੀ ਆਪਾਂ ਗੁਰੂ ਨੂੰ ਆਪਣੇ ਵੱਲ ਕਰਕੇ ਜਿਹੜੀ ਗੁਰੂ ਦੀ ਮੱਤ ਲੈ ਕੇ ਗੁਰੂ ਦੀ ਵਿਚਾਰ ਲੈ ਕੇ ਜਿਹੜਾ ਹੈਗਾ ਇਹ ਖੇਲ ਨੂੰ ਸੁਖੈਨ ਹੀ ਜਿਹੜਾ ਹੈਗਾ ਹੱਸਣਦਿਆਂ ਖਿਲੰਦਿਆਂ ਪਹਿਨਣਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ ਅਤੇ ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ। ਅਤੇ ਸਤਿਗੁਰ ਨੂੰ ਭੇਟ ਕੇ ਆ ਜੁਗਤੀ ਲੈ ਕੇ ਆਪਾਂ ਜਿਹੜੇ ਹੈਗੇ ਇਹ ਕੰਮ ਕਰ ਸਕੀਏ। ਆਹੀ ਜਿਹੜੀ ਹੈਗੀ ਆਪਣੀ ਜਿਹੜੀ ਹੈਗੀ ਆ ਇਹ ਇਕੱਠ ਆਪਣਾ ਹੈਗਾ। ਇਸੇ ਵਾਸਤੇ ਸ਼ਲੋਕ ਮਹੱਲਾ ਪਹਿਲਾ ਤੁਧ ਭਾਵੈ ਤਾਂ ਵਾਵੈ ਗਾਵੈ ਤੁਧ ਭਾਵੈ ਜਲ ਨਾਵੈ। ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਇਹ ਖੇਡ ਬਣਾਈ ਹੋਈ ਆ। ਇਹਦੇ ਵਿੱਚ ਮਾਲਕ ਪਰਮਾਤਮਾ ਨੇ ਜਿਹੜੇ ਹੈਗੇ ਆ ਹੋਰ ਵੀ ਜਿਹੜੇ ਹੈਗੇ ਆ ਇਹਦੇ ਵਿੱਚ ਭਟਕਣ ਦੇ ਜਿਹੜੇ ਹੈਗੇ ਇਹ ਜਿਹੜੀ ਹੈਗੀ ਭਗਤੀ ਦੇ ਰਸਤੇ ਦੇ ਉੱਤੇ ਜਿਹੜੇ ਹੈਗੇ ਇਹਦੇ ਵਿੱਚ ਵੀ ਜਿਹੜੇ ਹੈਗੇ ਭੜਕਾਓ ਜਿਹੜੇ ਭਟਕਣ ਵਾਲੇ ਜਿਹੜੇ ਹੈਗੇ ਆ ਇਹ ਰਾਹ ਹੈਗੇ ਭਾਈ ਜਿਹੜੇ ਕਿ ਇਨਸਾਨ ਨੂੰ ਸਹੀ ਰਸਤੇ ਤੋਂ ਖੁੰਝਾ ਦਿੰਦੇ ਆ। ਤੁਧ ਭਾਵੈ ਤਾਂ ਵਾਵੇਂ ਗਾਵੇਂ ਇਹ ਵਜਾਉਣ ਵਾਲਾ ਗਾਉਣ ਵਾਲਾ ਰਸਤਾ ਜਿਹੜਾ ਹੈਗਾ। ਤੁਧ ਭਾਵੈ ਜਲ ਨਾਵੇਂ ਇਹ ਜਲ ਨਹਾਉਣਾ ਤੀਰਥਾਂ 'ਤੇ ਜਾਣਾ ਇਹ ਸਾਰਾ ਜਿਹੜਾ ਹੈਗਾ ਇਹ ਮਾਲਕ ਪਰਮਾਤਮਾ ਦਾ ਪ੍ਰੋਵੀਜ਼ਨ ਹੈਗਾ। ਇਹ ਖੇਡ ਦੇ ਵਿੱਚ ਹੀ ਹੈਗਾ, ਇਹ ਵੀ ਇਨਕਲੂਡਡ ਹੈਗਾ। ਇਹ ਇੰਨਾ ਸਸਤਾ ਔਰ ਇੰਨਾ ਈਜ਼ੀ ਗੋਇੰਗ ਰਸਤਾ ਨਹੀਂ ਹੈ। ਇਹ ਜਿਹੜੀ ਐਸੀ ਰੱਖੀ ਹੈ ਮਾਲਕ ਨੇ ਵੀ ਰਸਤਾ ਜਿਹੜਾ ਹੈਗਾ ਸੋਚ ਸਮਝ ਕੇ ਦੇਖ ਕੇ ਔਰ ਇਹ ਖੰਡਿਓ ਤਿੱਖੀ ਵਾਲੋਂ ਨਿੱਕੀ ਵਾਲੀ ਖੇਡ ਹੈਗੀ ਆ ਭਾਈ। ਇਹ ਮਾੜਾ ਜਿਹਾ ਵੀ ਜਿਹੜਾ ਹੈਗਾ ਆਪਾਂ ਨੂੰ ਭਟਕਣ ਦਾ ਜਿਹੜਾ ਚਾਂਸ ਨਹੀਂ ਹੈਗਾ ਇੱਥੇ। ਤੁਧ ਭਾਵੈ ਤਾਂ ਵਾਵੇਂ ਗਾਵੇਂ ਤੁਧ ਭਾਵੈ ਜਲ ਨਾਵੇਂ ਤੁਧ ਭਾਵੈ ਤਾਂ ਕਰੇ ਵਿਭੂਤਾ ਸਿੰਘੀ ਨਾਦ ਵਜਾਵੇਂ। ਕਿ ਮਾਲਕ ਦਾ ਪ੍ਰੋਵੀਜ਼ਨ ਹੈਗਾ। ਮਾਲਕ ਖੁਸ਼ ਹੈ ਜਿਹੜੇ ਉਹ ਵੀ ਕਰ ਰਹੇ ਆ ਇਸ ਤਰ੍ਹਾਂ ਜਿਹੜੇ ਹੈਗੇ ਭਟਕ ਰਹੇ ਕਿਉਂਕਿ ਇਹ ਭੂਲ ਭੁਲਈਆ ਮਾਲਕ ਨੇ ਭੂਲ ਭੁਲਈਆ ਤਾਂ ਪਾਈ ਹੋਈ ਆ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਮਾਇਆ ਜਿਹੜੀ ਹੈਗੀ ਹੈ ਭਟਕਾਉਣ ਵਾਸਤੇ ਤਾਂ ਪਾਈ ਹੈ ਮਾਲਕ ਨੇ। ਇਹੀ ਤਾਂ ਖੇਡ ਹੈਗੀ ਆ, ਇਸੇ ਨੂੰ ਤਾਂ ਜਿੱਤਣਾ ਹੈਗਾ। ਜਾਂ ਤੁਧ ਭਾਵੇਂ ਤਾਂ ਕਰੇ ਵਿਭੂਤਾ ਕਹਿੰਦੇ ਸੁਆਹ ਵੀ ਮੜ ਲੈਂਦੇ, ਜੋਗੀ ਬਣ ਜਾਂਦੇ, ਸੰਨਿਆਸੀ ਬਣ ਜਾਂਦੇ ਆ, ਲੰਗੋਟੀਆ ਬਣ ਜਾਂਦੇ ਆ। ਸਿੰਘੀ ਨਾਦ ਵਜਾਵੇਂ ਸਿੰਘੀ ਵਜਾਉਂਦੇ ਆ ਨਾਦ ਵਜਾਉਂਦੇ ਆ ਬਹੁਤ ਜਿਹੜੇ ਹੈਗੇ ਆ। ਇਹਨੂੰ ਸਮਝਦੇ ਆ ਭਾਈ ਭਗਤੀ ਹੈਗੇ। ਕੋਈ ਘੰਟੇ ਹੀ ਵਜਾਏ ਜਾ ਰਿਹਾ, ਕੋਈ ਜਿਹੜਾ ਹੈਗਾ ਤੂਤੀਆਂ ਵਜਾਏ ਜਾ ਰਿਹਾ, ਕੋਈ ਜਿਹੜਾ ਸਪੀਕਰ ਲਗਾ ਕੇ ਜਿਹੜਾ ਹੈਗਾ ਸਪੀਕਰਾਂ ਦੇ ਉੱਤੇ ਹੀ ਜਿਹੜਾ ਲੋਕਾਂ ਨੂੰ ਸੁਣਾਈ ਜਾ ਰਿਹਾ। ਇਹ ਸਾਰਾ ਦਾ ਸਾਰਾ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਦਾ ਜਿਹੜਾ ਹੈਗਾ ਇਹ ਗੇਮ ਦੇ ਵਿੱਚ ਹੈਗਾ। ਜਾਂ ਤੁਧ ਭਾਵੈ ਤਾਂ ਪੜ੍ਹੇ ਕਤੇਬਾਂ ਮੁੱਲਾ ਸੇਖ ਕਹਾਵੇਂ। ਕਹਿੰਦੇ ਜੇ ਤੈਨੂੰ ਪਾਉਂਦਾ ਹੈ ਮਾਲਕ ਨੇ ਪ੍ਰੋਵੀਜ਼ਨ ਰੱਖਿਆ ਹੋਇਆ ਬਈ ਇਹ ਗਿਆਨ ਨੂੰ ਪੜ੍ਹੀ ਜਾਣਾ ਪੜ੍ਹ ਕੇ ਸਕਾਲਰ ਬਣ ਜਾਣਾ ਹੈ। ਗਿਆਨੀ ਮੁੱਲਾ ਸ਼ੇਖ ਵੀ ਬੜੇ ਜਿਹੇ ਇਹ ਜਿਹੜੇ ਹੈਗੇ ਗਿਆਨਵਾਨ ਹੈਗੇ ਭਾਈ। ਇਹਨਾਂ ਨੂੰ ਤਾਂ ਜਿਹੜੀ ਪੂਰੀ ਕੁਰਾਨ ਸ਼ਰੀਫ ਦੀਆਂ ਸਾਰੀਆਂ ਆਇਤਾਂ ਯਾਦ ਹੈ। ਇਹਨਾਂ ਨੂੰ ਗੁਰਬਾਣੀ ਤਾਂ ਇੰਨੀ ਕੰਠ ਹੈਗੀ ਮੇਰੇ ਵਰਗੇ ਨੂੰ ਜਿਹੜਾ ਲੋਕੀ ਸਮਝਦੇ ਇਹ ਬ੍ਰਹਮ ਗਿਆਨੀ ਹੈਗਾ ਭਾਈ। ਇਹ ਸਾਰਾ ਜਿਹੜਾ ਹੈਗਾ ਪ੍ਰੋਵੀਜ਼ਨ ਹੈਗਾ ਮਾਲਕ ਪਰਮਾਤਮਾ ਦਾ। ਜਾਂ ਤੁਧ ਭਾਵੈ ਤਾਂ ਪੜ੍ਹੇ ਕਤੇਬਾਂ ਮੁੱਲਾ ਸੇਖ ਕਹਾਵੇਂ।
ਗੋਰਖੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਫੇਰ ਲੇਟ, ਆਪ ਕੰਟੀਨਿਊ ਕਰੋ ਪਲੀਜ਼। ਨਹੀਂ ਅਸੀਂ ਸ਼ੁਰੂ ਹੀ ਕੀਤਾ ਹੈ ਗੋਰਖੀ ਸਾਹਿਬ। ਅਸੀਂ ਗੱਡੀ ਅੱਜ ਲੇਟ ਹੀ ਆ, ਸ਼ੁਰੂ ਤੋਂ ਹੀ ਗੱਡੀ ਲੇਟ ਹੋ ਰਹੀ ਹੈ ਅੱਜ। ਤੁਸੀਂ ਉਹ ਕਹਿੰਦੇ ਸੰਗਤ ਰੰਗਤ ਲੈ ਆਉਂਦੀ ਹੋ, ਫਿਰ ਮੇਰਾ ਅਸਰ ਤੁਹਾਡੇ ਤੇ ਹੋ ਰਿਹਾ ਥੋੜਾ ਥੋੜਾ। ਕੋਈ ਨਹੀਂ, ਜਾਂ ਪਤਾ ਨਹੀਂ। ਠੀਕ ਹੈ ਜੀ। 144 ਅੰਕ ਤੇ ਆਪਾਂ ਥੱਲੇ ਸ਼ਲੋਕ ਲੈ ਰਹੇ ਹਾਂ ਪਹਿਲੀ ਪਾਤਸ਼ਾਹੀ ਦਾ। ਤੇ ਆਪਾਂ ਨੂੰ ਜਿਹੜੇ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਗਿਆਨ ਦੇ ਰਹੇ ਵੀ ਪਰਮਾਤਮਾ ਜਿਹੜਾ ਹੈਗਾ ਉਹਨੇ ਭਗਤੀ ਦੇ ਰਸਤਾ ਇੰਨਾ ਸੌਖਾ ਨਹੀਂ ਰੱਖਿਆ ਹੋਇਆ। ਇਹਦੇ ਵਿੱਚ ਬੜਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਬੜੀ ਸਾਵਧਾਨੀ ਵਰਤਣੀ ਪੈਂਦੀ ਹੈ ਭਾਈ। ਇਸ ਰਸਤੇ ਦੇ ਉੱਤੇ ਵੀ ਜਿਹੜਾ ਹੈਗਾ ਬੜੇ ਰਸਤੇ ਜਿਹੜੇ ਹੈਗੇ ਸਿੰਪਲ ਜਿਹੜੇ ਹੈਗੇ ਭਟਕਾਉਣ ਵਾਲੇ ਰਸਤੇ ਬਹੁਤ ਪਏ ਹੋਏ ਆ। ਤੁਧ ਭਾਵੈ ਤਾਂ ਸ਼ਲੋਕ ਮਹਲਾ ਪਹਿਲਾ, ਤੁਧ ਭਾਵੈ ਤਾਂ ਵਾਵੇਂ ਗਾਵੇਂ, ਤੁਧ ਭਾਵੈ ਜਲ ਨਾਵੇਂ। ਆ ਜਿਹੜਾ ਹੈਗਾ ਦੇਖੋ ਵਾਵੇਂ ਤੇ ਗਾਵੇਂ। ਵਾਵੇਂ ਮਤਲਬ ਵਜਾਉਣਾ, ਸਾਜ਼ ਵਜਾਉਣੇ ਤੇ ਗਾਉਣਾ। ਇਹ ਵੀ ਰਸਤਾ ਹੈਗਾ। ਇਹ ਵੀ ਜਿਹੜਾ ਹੈਗਾ ਇਹਨੂੰ ਹੀ ਭਗਤੀ ਸਮਝਦੇ ਆ ਭਾਈ। ਤੁਧ ਭਾਵੇਂ ਜਲ ਨਾਵੇਂ, ਤੀਰਥਾਂ ਤੇ ਜਾ ਕੇ ਨਹਾਉਣਾ, ਚੁੱਭੀਆਂ ਲਾਉਣੀਆਂ, ਤੇ ਇਹਨੂੰ ਵੀ ਸਮਝਦੇ ਆ ਭਾਈ ਇਹ ਭਗਤੀ ਹੈਗੀ ਆ। ਤੁਧ ਭਾਵੇਂ ਤਾਂ ਕਰੇ ਵਿਭੂਤਾ, ਸਿੰਗੀ ਨਾਦ ਵਜਾਵੇਂ। ਆ ਜੋਗੀ ਲੋਕ ਹੁੰਦੇ ਆ ਜਿਹੜੇ ਵਿਭੂਤੀ ਮਲਦੇ ਆ, ਲੰਗੋਟੀਏ ਹੁੰਦੇ, ਲੰਗੋਟੀ ਪਹਿਨ ਕੇ ਰਹਿੰਦੇ ਆ। ਇਹ ਸਾਰਾ ਜਿਹੜਾ ਹੈਗਾ ਸਿੰਗੀਆਂ ਵਜਾਉਂਦੇ ਆ, ਫਿਰ ਨਾਦ ਵਜਾਉਂਦੇ ਆ, ਹੋਰ ਟਰੰਪੇਟ, ਹੋਰ ਜਿਹੜੇ ਹੈਗੇ ਧੂਤੀਆਂ। ਜਾਂ ਤੁਧ ਭਾਵੈ ਤਾਂ ਪੜ੍ਹੇ ਕਿਤਾਬਾਂ, ਮੁੱਲਾ ਸੇਖ ਕਹਾਵੇਂ। ਐਸੇ ਵੀ ਹੈਗੇ ਆ ਜਿਹੜੇ ਹੈਗੇ ਖਾਲੀ ਗਿਆਨ ਨੂੰ ਪੜ੍ਹੀ ਜਾਂਦੇ ਆ, ਪੜ੍ਹ ਕੇ ਕਹਿੰਦੇ ਬੜੇ ਮੌਲਾਨਾ ਹੈ ਜੀ, ਬੜੇ ਗਿਆਨਵਾਨ ਹੋ ਗਏ, ਇਹਨਾਂ ਨੂੰ ਬੜੀਆਂ ਆਇਤਾਂ ਯਾਦ ਆ, ਬੜਾ ਇਹਨਾਂ ਨੂੰ ਜਿਹੜਾ ਹੈਗਾ ਸ਼ੇਖ ਹੋ ਗਏ, ਬੜੇ ਪਬਲਿਕ ਦੇ ਵਿੱਚ ਬੜਾ ਪ੍ਰਭਾਵ ਪੈ ਜਾਂਦਾ। ਮੇਰੇ ਵਰਗਾ ਦਾ ਗਿਆਨ ਦੇ ਨਾਲ ਜਿਹੜਾ ਹੈਗਾ ਸਮਝਦੇ ਆ ਵੀ ਇਹ ਬੜੇ ਗਿਆਨੀ ਹੈਗੇ ਭਾਈ, ਬੜੇ ਪਹੁੰਚੇ ਹੋਏ ਆ। ਇਹ ਵੀ ਕਹਿੰਦੇ ਆ ਜਿਹੜਾ ਹੈਗਾ ਹਾਂ। ਅੱਗੇ ਦੇਖੋ ਕੀ ਕਹਿੰਦੇ ਆ ਮਹਾਰਾਜ, ਜਾਂ ਤੁਧ ਭਾਵੈ ਤਾਂ ਹੋਵੇਂ ਰਾਜੇ, ਰਸਕਸ ਬਹੁਤ ਕਮਾਵੇਂ। ਤੇ ਕਈਆਂ ਦੇ ਕਰਮ ਐਸੇ ਹੁੰਦੇ ਆ ਕਿ ਉਹਨਾਂ ਨੇ ਪੁੰਨ ਕੀਤੇ ਹੁੰਦੇ ਆ ਤੇ ਰਾਜੇ ਬਣ ਜਾਂਦੇ ਆ। ਉਹ ਰਾਜੇ ਬਣ ਕੇ ਤੇ ਉਹ ਜਿਹੜਾ ਹੈਗਾ ਬਸ ਐਸ਼ੋ ਆਰਾਮ, ਔਰ ਇਹਦੇ ਵਿੱਚ ਹੀ ਜਿਹੜਾ ਹੈਗਾ ਇਸੇ ਨੂੰ ਆਪਣੇ ਰਾਜ ਨੂੰ ਹੀ ਵਧਾਈ ਜਾਂਦੇ ਆ, ਆਪਣੇ ਸ਼ੌਕ ਹੀ ਪੂਰੇ ਕਰੀ ਜਾਂਦੇ ਆ। ਜਾਂ ਤੁਧ ਭਾਵੈ ਤੇਗ ਵਗਾਵੇਂ, ਸਿਰ ਮੁੰਡੀ ਕੱਟ ਜਾਵੇਂ। ਔਰ ਕਈ ਐਸੇ ਹੈਗੇ ਕਿ ਜਿਹੜੇ ਯੁੱਧ ਦੇ ਵਿੱਚ ਜਿਹੜੇ ਹੈਗੇ ਵੀਰ ਹੁੰਦੇ ਆ ਐਸੇ, ਤੇ ਉਹ ਪਿੱਠ ਦਿਖਾਉਂਦੇ ਹੀ ਨਹੀਂ ਆ, ਔਰ ਜਿਹੜਾ ਹੈਗਾ ਯੁੱਧ ਦੇ ਵਿੱਚ ਹੀ ਪ੍ਰਾਣ ਤਿਆਗ ਦਿੰਦੇ ਆ। ਜਾਂ ਤੁਧ ਭਾਵੈ ਜਾਏ ਦਿਸੰਤਰ, ਸੁਣ ਗੱਲਾਂ ਘਰ ਆਵੇਂ। ਕਈ ਐਸੇ ਵੀ ਹੈਗੇ ਭਾਈ ਉਹ ਇੰਨੀਆਂ ਚਾਰੋਂ ਦਿਸ਼ਾਵਾਂ ਦੇ ਵਿੱਚ ਜਿਹੜੇ ਹੈਗੇ ਭਟਕਦੇ ਆ, ਜਾ ਕੇ ਭਟਕ ਕੇ ਤੇ ਪਤਾ ਨਹੀਂ ਕੀ ਗਿਆਨ ਲੈ ਕੇ ਆਉਂਦੇ ਆ। ਉਹ ਆਪਸ ਫਿਰ ਜਿਹੜੇ ਹੈਗੇ ਗਿਆਨ ਲੈ ਕੇ ਫਿਰ ਵਾਪਸ ਆ ਜਾਂਦੇ ਆ। ਜਾਂ ਤੁਧ ਭਾਵੈ ਨਾਏ ਰਚਾਵੇਂ, ਤੁਧ ਭਾਣੇ ਤੂੰ ਭਾਵੇਂ। ਕਹਿੰਦੇ ਤੇਰਾ ਆ ਵੀ ਪ੍ਰੋਵੀਜ਼ਨ ਹੈਗਾ ਭਾਈ। ਜਾਂ ਤੁਧ ਭਾਵੈ ਨਾਏ ਰਚਾਵੇਂ, ਤੁਧ ਭਾਣੇ ਤੂੰ ਭਾਵੇਂ। ਇੱਥੇ ਕਹਿੰਦੇ ਆ ਜਿਨ੍ਹਾਂ ਨੂੰ ਤੂੰ ਪਾ ਜਾਂਦਾ, ਜਿਹੜੇ ਤੇਰੇ ਭਾਣੇ ਦੇ ਵਿੱਚ ਚੱਲਦੇ ਆ, ਜਿਹੜਾ ਤੂੰ ਰਸਤਾ ਰੱਖਿਆ ਹੋਇਆ ਨਿਕਲਣ ਦਾ, ਤੇ ਤੂੰ ਉਹਦੇ ਵਿੱਚ ਜਿਹੜੇ ਉਸ ਤੇਰੇ ਭਾਣੇ ਦੇ ਵਿੱਚ ਚੱਲਦੇ ਆ, ਉਹਨਾਂ ਨੂੰ ਤੂੰ ਨਾਮ ਦੇ ਵਿੱਚ ਰਚਾ ਦਿੰਦਾ ਆ। ਤੂੰ ਪਾ ਜਾਂਦਾ ਉਹਨਾਂ ਨੂੰ, ਉਹ ਤੈਨੂੰ ਪਾ ਜਾਂਦੇ ਆ। ਜਾਂ ਤੁਧ ਭਾਵੈ ਨਾਏ ਰਚਾਵੇਂ, ਤੁਧ ਭਾਣੇ ਤੂੰ ਭਾਵੇਂ। ਨਾਨਕ ਏਕ ਕਹੇ ਬੇਨੰਤੀ, ਹੋਰ ਸਗਲੇ ਕੂੜ ਕਮਾਵੇਂ। ਇਸ ਤੋਂ ਇਲਾਵਾ ਮਹਾਰਾਜ ਬੇਨਤੀ ਕਰਦੇ ਆ, ਮਾਲਕਾ ਮੈਨੂੰ ਤੇਰੇ ਨਾਮ ਵਾਲਾ ਰਸਤਾ ਦੇ, ਜਿਹੜਾ ਤੈਨੂੰ ਪਾਉਂਦਾ ਆ, ਜਿਹੜੀ ਤੇਰੀ ਨੇੜਤਾ ਜਿਹਦੇ ਨਾਲ ਹੋਏ ਮੇਰੀ। ਬਾਕੀ ਕਹਿੰਦੇ ਸਾਰੇ ਦੇ ਸਾਰੇ ਝੂਠ ਦੇ ਨਾਲ ਇਹ ਜਿਹੜੀ ਹੈਗੀ ਆ ਭੂਲ ਭੁਲਈਆ ਦੇ ਵਿੱਚ ਜਿਹੜੇ ਹੈਗੇ ਆ, ਇਹ ਮਾਇਆ ਜਿਹੜੀ ਹੈਗੀ ਆ, ਇਹ ਮਾਇਆ ਦੇ ਵਿੱਚ ਰਸਤੇ ਤੋਂ ਖੁੰਝੇ ਹੋਏ ਆ ਭਾਈ, ਭਟਕੇ ਹੋਏ ਹੈਗੇ। ਤੇ ਇਹ ਜਿਹੜਾ ਹੈਗਾ ਝੂਠ ਦੀ ਕਮਾਈ ਕਰ ਰਿਹਾ, ਝੂਠ ਦੇ ਨਾਲ ਲੱਗੇ ਹੋਏ ਆ। ਮੈਨੂੰ ਤੂੰ ਸੱਚ ਹੈਗਾ ਆ, ਤੇਰਾ ਧਿਆਨ ਸਿਮਰਨ ਨਾਮ ਸੱਚ ਹੈ, ਮੈਨੂੰ ਉਹ ਰਸਤਾ ਦੇ, ਉਸ ਰਸਤੇ ਤੇ ਪਾ, ਮੇਰੀ ਬੇਨਤੀ ਹੈਗੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਸਾਧ ਸੰਗਤ ਜੀ ਦੇਖੋ, ਕੱਲ ਉਹਨਾਂ ਨੇ ਸਾਨੂੰ ਸਮਝਾਇਆ ਸੀ ਕਿ ਦੋ ਕਿਸਮ ਦੇ ਲੋਕ ਹੁੰਦੇ ਨੇ।
ਇੱਕ ਕੂੜ ਕਮਾਉਂਦੇ ਨੇ, ਇੱਕ ਸੱਚ ਕਮਾਉਂਦੇ ਨੇ। ਠੀਕ ਹੈ, ਇਹਦਾ ਮਤਲਬ ਦੋਨੋਂ ਆਪਸ਼ਨ ਹੈਗੇ ਆ। ਇਹਦਾ ਮਤਲਬ ਇਹ ਨਹੀਂ ਕਹਿ ਰਹੇ ਕਿ ਪ੍ਰਮਾਤਮਾ ਕਰ ਰਿਹਾ ਹੈ। ਉਹ ਕਹਿੰਦੇ ਆ ਕਿ ਕੁਛ ਲੋਕ ਆਪਣੀ ਇੱਛਾ ਅਨੁਸਾਰ ਕੂੜ ਕਮਾ ਸਕਦੇ ਆ, ਤੇ ਉਹੀ ਇਨਸਾਨ ਚਾਹਵੇ ਤੇ ਉਹ ਸੱਚ ਨੂੰ ਵੀ ਕਮਾ ਸਕਦਾ ਹੈ। ਪਰ ਪ੍ਰਮਾਤਮਾ ਦੇ ਘਰ ਜਿਹੜਾ ਨਾ ਅੱਤ ਉਹਦੀ ਹੋਣੀ ਹੈ ਜਿਹਨੇ ਸੱਚ ਨੂੰ ਕਮਾਇਆ। ਬਿਲਕੁਲ ਠੀਕ ਹੈ, ਕਿਉਂਕਿ ਮਾਲਕ ਕਹਿੰਦਾ ਹੈ ਕਿ ਮੈਂ ਜਿਹੜਾ ਹੈਗਾ ਇਹ ਭਟਕਣ ਵਾਲੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਰਸਤੇ ਹੈਗੇ ਆ, ਇਹ ਰਸਤੇ ਬਣੇ ਹੋਏ ਆ। ਮਰਜ਼ੀ ਇਨਸਾਨ ਦੀ ਹੈਗੀ, ਔਰ ਭਟਕਣਾ ਚਾਹੇ ਤੇ ਭਟਕ ਲੈ, ਤੇ ਮਰਜ਼ੀ ਹੈ ਚਾਹੇ ਤੇ ਨਿਕਲ ਵੀ ਸਕਦਾ ਹੈ ਭਾਈ। ਹਾਂਜੀ ਵੀਰ ਜੀ। ਨਿੱਜਾ ਪਹੇਲੀ ਨਹੀਂ ਵੇਖਿਆ ਹੁੰਦਾ, ਜਿਹੜਾ ਪਹੇਲੀ ਪਾਉਂਦਾ ਉਹਨੂੰ ਪਤਾ ਹੁੰਦਾ ਕਿ ਮੈਂ ਕਿੱਦਾਂ ਪਾਈ ਹੈ। ਬਿਲਕੁਲ ਠੀਕ ਹੈ ਜੀ। ਇੱਕ ਸਿੰਪਲ ਜੀ ਗੱਲ ਆ। ਹਾਂ, ਕਾਫੀ ਬੰਦੇ ਨਹੀਂ ਬੁੱਝ ਸਕਦੇ ਕਿਉਂਕਿ ਪਹੇਲੀ ਹੈ। ਹਾਂ, ਪਰ ਜਿੰਨੇ ਪਾਈ ਆ ਉਹਨੇ ਰਸਤਾ ਵੀ ਬਣਾਇਆ। ਬਿਲਕੁਲ ਸਹੀ ਗੱਲ ਹੈ। ਜੇ ਰਸਤਾ ਨਾ ਹੋਵੇ ਹਾਂ ਵੀਰ ਜੀ, ਇਹ ਸ਼ਬਦ ਦੇ ਵਿੱਚ ਨਾ ਉਹ ਜਿਹੜੀ ਉੱਥੇ ਕਈ ਵਾਰੀ ਕਨਫਿਊਜ਼ਨ ਹੁੰਦਾ ਕਿ ਉਹ ਜਦੋਂ ਕਹਿੰਦੇ ਆ ਨਾ ਕਿ ਵੀ ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵ ਹੈ ਤਿਸ ਦੇ, ਉਹ ਕਹਿੰਦੇ ਜਿੱਦਾਂ ਦੀ ਭਾਵਨਾ ਹੋਊਗੀ ਤੇਰੀ। ਇੱਥੇ ਵੀ ਉਹੀ ਹੈਗੀ ਵੀ ਏਦਾਂ ਦੀ ਭਾਵਨਾ ਵਾਲੇ ਵੀ ਨੇ, ਓਦਾਂ ਦੀ ਭਾਵਨਾ ਵਾਲੇ ਵੀ ਨੇ। ਉਹਦੀ ਕਲੈਰਿਟੀ ਹੈ ਬਹੁਤ ਅੱਛੀ ਇਹਦੇ ਚ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਹੁਣ ਦੇਖੋ ਇੱਥੇ ਕੱਲ ਦੀ ਗੱਲ ਕਲੀਅਰ ਹੋ ਗਈ। ਦੋ ਆਪਸ਼ਨ ਨੇ, ਆਪਸ਼ਨ 1 ਸੱਚ, ਆਪਸ਼ਨ 2 ਝੂਠ। ਤੁਸੀਂ ਜਿਹਨੂੰ ਮਰਜ਼ੀ ਖਰੀਦ ਸਕਦੇ। ਇਟ ਅਪ ਟੂ ਅਸ, ਸਾਡੇ ਤੇ ਡਿਪੈਂਡ ਕਰਦਾ ਅਸੀਂ ਕੀ ਖਰੀਦਣਾ ਚਾਹੁੰਦੇ ਹਾਂ। ਫਿਰ ਜਿੱਦਾਂ ਦਾ ਅਸੀਂ ਖਰੀਦਾਂਗੇ ਉਦਾਂ ਦਾ ਹਿਸਾਬ ਨਾਲ ਸਾਨੂੰ ਉਹਦਾ ਵੈਲਿਊ ਮਿਲਣੀ ਹੈ। ਬਿਲਕੁਲ। ਔਰ ਵੈਲਿਊ ਪੱਕਾ ਜੇ। ਜੇਕਰ ਬਾਜ਼ਾਰ 'ਚ ਤੁਸੀਂ ਮਿੱਟੀ ਲੈ ਜਾਓ, ਉੱਥੇ ਕਹੋ ਕਿ ਮੈਨੂੰ ਸੋਨੇ ਦੇ ਪੈਸੇ ਦੇ ਦਿਓ, ਕੋਈ ਦਊਗਾ ਨਿੱਜਰ ਸਾਹਿਬ? ਨਾ, ਬਿਲਕੁਲ ਨਹੀਂ ਦਊਗਾ, ਬਿਲਕੁਲ ਨਹੀਂ ਦਊਗਾ। ਤੇ ਫਿਰ ਆਪਾਂ ਧਰਮਰਾਜ ਨੂੰ ਕਿੱਦਾਂ ਕਿਉਂ ਸੋਚਦੇ ਕਿ ਇੱਥੇ ਚੋਰੀ ਕਰਕੇ ਠੱਗੀ ਮਾਰ ਕੇ ਸੇਵਾ ਕਰ ਦਾਂਗੇ, ਮੁੜ ਕੇ ਮੇਰੇ ਅੱਗੇ ਗੁਰਦੁਆਰਾ ਬਣਾ ਦੇ ਤੇ ਬਾਅਦ ਚ ਕਵੇ ਕਿ ਧਰਮਰਾਜ ਮੈਨੂੰ ਮੁਕਤ ਕਰ ਦੇ, ਉਹ ਮੰਨੂਗਾ? ਬਿਲਕੁਲ ਨਹੀਂ। ਉਹ ਧਰਮਰਾਜ ਹੈ, ਕੋਈ ਮੁਰਖ ਥੋੜੀ ਹੈਗਾ। ਠੀਕ ਹੈ ਜੀ। ਔਰ ਦੂਸਰੀ ਇੱਕ ਚੀਜ਼, ਸੌਰੀ, ਮੈਂ ਇੱਕ ਚੀਜ਼ ਹੋ ਰਿਹਾ ਗੋਰਖੀ ਸਾਹਿਬ, ਕਿ ਜਿਹੜਾ ਮਾਲਕ ਪਰਮਾਤਮਾ ਹੈਗਾ ਉਹ ਕਹਿੰਦਾ ਹੈ ਕਿ ਤੇਰੇ ਵੱਲੋਂ ਮੈਨੂੰ ਡਿਮਾਂਡ ਚਾਹੀਦੀ ਹੈ, ਤੂੰ ਕੀ ਚਾਹੁੰਦਾ ਆ, ਬਸ ਮੈਨੂੰ ਤੇਰੀ ਡਿਮਾਂਡ ਚਾਹੀਦੀ ਆ। ਮਹਾਰਾਜ ਦੇਖੋ ਇੱਥੇ ਆਖਰੀ ਚ ਕਹਿ ਰਿਹਾ, ਨਾਨਕ ਏਕ ਕਹੇ ਬੇਨੰਤੀ ਹੋਰ ਸਗਲੇ ਕੂੜ ਕਮਾਵੇਂ। ਕਹਿੰਦੇ ਮੈਂ ਤਾਂ ਪਾਏ ਬੇਨਤੀ ਕਰ ਰਿਹਾ, ਬੇਨਤੀ ਹੋ ਕੇ ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਉਹਦੇ ਨਾਂ ਦੇ ਵਿੱਚ ਜਿਹੜਾ ਹੈਗਾ ਨਾਮ ਦੀ ਦਾਤ ਮੰਗ ਰਿਹਾ ਮਾਲਕ ਪਰਮਾਤਮਾ ਤੋਂ, ਤੇ ਬਾਕੀ ਜਿਹੜਾ ਹੈਗੇ ਝੂਠ ਵਾਲੇ ਝੂਠ ਕਮਾ ਰਹੇ। ਹਾਂਜੀ ਵੀਰ ਜੀ। ਕਮਾਵੇ ਦਾ ਮਤਲਬ ਸਾਧ ਸੰਗਤ ਜੀ ਕਮਾਈ ਕਰਦੇ, ਜਿੱਦਾਂ ਬੰਦਾ ਕਮਾਈ ਕਰ ਲੋਕ ਕਮਾਈ ਨਹੀਂ ਹਾਂ, ਤੁਸੀਂ ਹਰ ਦਿਨ ਕਮਾਈ ਕਰਦੇ, ਮੁੜ ਕੇ ਕੀ ਕਰਦੇ ਜੋ? ਉਹਨੂੰ ਬੈਂਕ 'ਚ ਜਮਾ ਕਰਦੇ ਜੋ। ਇਸੇ ਹੀ ਤਰ੍ਹਾਂ ਇਹ ਕਹਿੰਦੇ ਆ, ਇਹ ਦੋ ਕੂੜ ਤੇ ਸੱਚ ਦੀ ਕਮਾਈ ਕਰਨੀ ਹੈ ਬੰਦੇ ਨੇ। ਹੁਣ ਤੁਸੀਂ ਹਿਸਾਬ ਲਾ ਲਓ ਕਿ ਤੁਹਾਡਾ ਜੀਵਨ ਕਿੱਧਰ ਜਾ ਰਿਹਾ। ਤੁਸੀਂ ਸੱਚ ਕਮਾ ਰਹੇ ਜਾਂ ਕੂੜ? ਤੇ ਜੇ ਕੂੜ ਕਮਾ ਰਹੇ ਜੋ ਤੇ ਰਸਤਾ ਵਧੀਆ ਨਹੀਂ ਹੈ, ਇਹ ਕਹਿ ਰਹੀ ਹੈ ਬਾਣੀ। ਠੀਕ ਹੈ ਜੀ। ਹੁਣ ਅਗਲੇ ਬੰਨੇ ਦੂਜੀ ਆਪਾਂ ਕੱਲ ਦੀ ਹੋ ਗਈ, ਕੱਲ ਦੀ ਗੱਲ ਕਲੀਅਰ। ਸਮਰੀ ਕੱਲ ਦੀ ਇਹੋ ਹੀ ਆ ਕਿ ਉਹ ਦੋਨਾਂ ਚੋਂ ਸਾਨੂੰ ਆਪਸ਼ਨ ਦਿੱਤੇ। ਅੱਜ ਭਲਾ ਸਾਨੂੰ ਕੀ ਸਮਝਾ ਰਹੇ ਨੇ, ਕੀ ਕਰਨਾ ਹੈ ਜਾਂ ਕੀ ਨਹੀਂ ਕਰਨਾ। ਹਾਂਜੀ ਨਿੱਜਾ ਸਾਹਿਬ ਪਹਿਲੀ ਤੁਕ ਬੋਲੋ। ਹਾਂਜੀ। ਤੁਧ ਭਾਵੇ ਤਾਂ ਵਾਵੇਂ ਗਾਵੇਂ। ਤੇਰਾ ਪ੍ਰੋਵੀਜ਼ਨ ਹੈਗਾ ਇਹਦੇ ਵਿੱਚ, ਤੇ ਵਜਾਉਂਦੇ ਆ ਤੇ ਗਾਉਂਦੇ ਆ। ਤੁਧ ਭਾਵੇ ਜਲ ਨਾਵੇਂ, ਤੇ ਪਾਣੀ ਦੇ ਵਿੱਚ ਇਸ਼ਨਾਨ ਕਰਨਾ ਜਿਹੜਾ ਹੈਗਾ, ਤੀਰਥਾਂ ਤੇ ਜਾਣਾ, ਇਹ ਵੀ ਤੇਰਾ ਪ੍ਰੋਵੀਜ਼ਨ ਹੈਗਾ। ਜਾਂ ਤੁਧ ਭਾਵੇਂ ਤਾਂ ਕਰੇ ਵਿਭੂਤਾ ਸਿੰਘੀ ਨਾਦ ਵਜਾਵੇਂ। ਆ ਜਿਹੜਾ ਵਿਭੂਤ ਲਾਉਣ ਵਾਲੇ ਸਾਧੂ ਜਿਹੜੇ ਹੈਗੇ ਆ, ਇਹ ਵੀ ਜੋਗੀ, ਇਹ ਵੀ ਤੇਰਾ ਸਿੰਘੀ ਨਾਦ ਵਾਲੇ ਜੋਗੀ ਜਿਹੜੇ ਹੈਗੇ, ਇਹ ਵੀ ਤੇਰਾ ਪ੍ਰੋਵੀਜ਼ਨ ਹੈਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਗੱਲ ਕਲੀਅਰ ਹੈ ਜੀ। ਇੱਥੇ ਮੈਂ ਬੜੇ ਉੱਚੇ ਸੁਰ ਨਾਲ ਮੈਂ ਸੰਗੀਤਕਾਰ ਹਾਂ, ਮੈਂ ਬਹੁਤ ਵਧੀਆ ਕੀਰਤਨ ਗਾਉਂਦਾ, ਮੈਂ ਬੜੀ ਵਧੀਆ ਗਜ਼ਲ ਭੇਟਾ ਗਾਉਂਦਾ। ਪਰ ਕੀ ਚੰਗੀ ਗਜ਼ਲ ਗਾਉਣ ਦੇ ਨਾਲ, ਚੰਗਾ ਕੀਰਤਨ ਕਰਨ ਦੇ ਨਾਲ ਸੱਚੀ ਮੇਰਾ ਅੰਦਰ ਦੀ ਅਵਸਥਾ ਬੜੀ ਉੱਚੀ ਹੋ ਜਾਏਗੀ? ਤੁਸੀਂ ਦੇਖੋ ਤੁਹਾਡੇ ਲਾਗੇ ਕੋਈ ਕੀਰਤਨੀ ਆਊਗਾ, ਉਹਦੀ ਬੜੀ ਸੁਰੀਲੀ ਆਵਾਜ਼ ਹੋਏਗੀ, ਉਹਦਾ ਜੀਵਨ ਵੇਖੋਗੇ ਸੱਚੀ ਉਹ ਬ੍ਰਹਮ ਗਿਆਨੀ ਬਣ ਗਿਆ। ਇਹ ਗੁਰੂਆਂ ਨੇ ਕਟਿੰਗ ਕਿਉਂ ਕੀਤੀ ਇਹ ਗੱਲ ਤੇ? ਇਹ ਚੀਜ਼ ਨੋਟਿਸ ਕੀਤੀ ਆਪਨੇ ਕਿ ਇਹ ਕੋਈ ਵੀ ਕਲਾ ਸਿੱਖ ਸਕਦਾ ਹੈ। ਸਿੱਖਣ ਦੇ ਨਾਲ ਹੋ ਸਕਦਾ ਕਿ ਲੋਕੀ ਉਹਦੀ ਉਸਤਤ ਕਰਨ ਕਿ ਬੜਾ ਵਧੀਆ ਗਵਾਈਆ ਹੈ, ਬੜਾ ਵਧੀਆ ਕਥਾਕਾਰ ਹੈ, ਬੜਾ ਵਧੀਆ ਸੰਗੀਤਕਾਰ ਹੈ, ਕੁਛ ਵੀ ਕਹਿ ਲਓ। ਇੱਕ ਬੰਦਾ ਬਹੁਤ ਵਧੀਆ ਜੀ ਉੱਥੇ ਨਹਾਉਂਦਾ ਹੈ ਜਲ ਦੇ ਵਿੱਚ। ਹੁਣ ਕਈ ਜਾ ਕੇ ਕਰਦੇ ਨਾ ਇਸ਼ਨਾਨ, ਤੁਸੀਂ ਵੇਖਿਆ ਹੋਣਾ,
ਕੋਈ ਲਗਾਤਾਰ ਕਈ ਕਹਿੰਦੇ ਮੈਨੂੰ ਇੱਥੇ ਬਾਬੇ ਸ਼ਹੀਦੀ ਦਰਬਾਰ ਸਾਹਿਬ ਜੀ, ਮੈਂ 25-30 ਸਾਲ ਤੋਂ ਦੀ ਇਹ ਲਗਾਤਾਰ ਇਹ ਬੜੇ ਵਧੀਆ ਬ੍ਰਹਮ ਗਿਆਨੀ ਨੇ, ਇਹ 30 ਸਾਲ ਤੋਂ ਲਗਾਤਾਰ ਇੱਥੇ ਆਉਂਦੇ ਨੇ। ਕੱਚੀ ਲੱਸੀ ਸਿਰ ਤੇ ਇਹਨਾਂ ਨੇ ਚੁੱਕੀ ਹੁੰਦੀ ਆ, ਗਾਗਰ। ਤੇ ਆਪ ਜਸਟ ਸੋਚੋ, ਇਹ ਸਭ ਚੀਜ਼ਾਂ ਉਹੀ ਨੇ। ਇੱਕ ਬਾਹਰੀ ਕਿਰਿਆ ਹੈ, ਮੈਂ ਨਹੀਂ ਕਹਿੰਦਾ ਉਹ ਗਲਤ ਨੇ, ਮੈਂ ਆਪ ਜੀ ਨੂੰ ਇਹ ਕਹਿ ਰਿਹਾ ਕਿ ਜੇ ਤੁਸੀਂ ਸੋਚੋ ਕਿ ਗਾਗਰ ਚੜਾਇਆ ਹੀ ਤੁਸੀਂ ਕੁਛ ਮੁਕਤੀ ਪ੍ਰਾਪਤ ਕਰ ਲੋਗੇ, ਇਹ ਤੁਹਾਡੇ ਮਨ ਦਾ ਇੱਕ ਵਹਿਮ ਹੀ ਹੈ। ਇਹ ਬਾਣੀ ਇਹ ਚੀਜ਼ ਨੂੰ ਰਿਜੈਕਟ ਕਰ ਰਹੀ ਹੈ, ਮੈਂ ਨਹੀਂ, ਗੁਰੂ ਨਾਨਕ ਪਾਤਸ਼ਾਹ ਰਿਜੈਕਟ ਕਰ ਰਿਹਾ। ਔਰ ਆਪ ਜੀ ਨੂੰ ਪਹਿਲਾਂ ਵੀ ਕਈ ਵਾਰੀ ਸਮਝਾਇਆ, ਦੇਖੋ ਬਾਣੀ ਇੱਕ ਇੱਕ ਚੀਜ਼ ਨੂੰ ਕਟਿੰਗ ਕਰਕੇ ਗਈ ਆ, ਇਹਨਾਂ ਨੇ ਤੁਹਾਨੂੰ ਦੱਸਿਆ ਹੀ ਨਹੀਂ, ਕਿਸੇ ਨੇ ਨਹੀਂ ਦੱਸਿਆ ਔਰ ਦੱਸਣਾ ਵੀ ਨਹੀਂ। ਇਹ ਜਿਸ ਲੈਵਲ ਤੇ ਬਾਣੀ ਖੁੱਲ ਰਹੀ ਹੈ, ਇਹ ਰੱਬ ਜਾਣਦਾ ਹੈ, ਬਹੁਤ ਉੱਚੇ ਲੈਵਲ ਤੇ ਬਾਣੀ ਦੀ ਕਥਾ ਹੋ ਰਹੀ ਹੈ, ਬੜੇ ਉੱਚੇ ਲੈਵਲ ਤੇ। ਬਾਣੀ ਚ ਇੱਕ ਇੱਕ ਚੀਜ਼ ਦੱਸੀ ਆ, ਪਰ ਕਿਸੇ ਨੇ ਤੁਹਾਡੇ ਤੱਕ ਪਹੁੰਚਾਈ ਨਹੀਂ। ਉਹ ਕਹਿੰਦੇ ਇਹਨੂੰ ਬੰਦ ਕਰਕੇ ਰੱਖੋ ਅੰਦਰ, ਇਹ ਤੇ ਕਪਟ ਪਾਓ, ਇਹਨੂੰ ਆਗੇ ਹੋ ਗਿਆ ਜੀ। ਆਵਾਜ਼ ਗੜਬੜ ਹੋ ਗਈ ਗੋਰਖੀ ਸਾਹਿਬ, ਤੁਹਾਡੀ ਆਵਾਜ਼ ਬੰਦ ਹੋ ਗਈ। ਗੋਰਖੀ ਸਾਹਿਬ ਕਿ ਤੁਸੀਂ ਗਾਉਣ ਦੀ ਗੱਲ ਛੱਡ ਦਿਓ, ਗਾਉਣ ਦੇ ਨਾਲ ਇਹ ਸਮਾਜ ਤੁਹਾਨੂੰ ਪੈਂਦੀ ਦੁੱਖਦਾ, ਪਰ ਪਰਮਾਤਮਾ ਦੀ ਨਜ਼ਰ ਸੱਚੀ ਗੁਰਕਿਰਾ ਗਾਇਆ ਤਾਂ ਹੀ ਕਬੂਲ ਹੋਵੇਗਾ। ਕਿ ਗੁਰਕਿਰਾ ਜੋ ਗਾ ਰਹੇ ਹੈ ਨਾ। ਗੋਰਖੀ ਸਾਹਿਬ ਮਾਈਕ ਦੂਰ ਹੋ ਗਿਆ, ਮਾਈਕ ਬੰਦ ਹੋ ਗਿਆ ਤੁਹਾਡਾ। ਗੋਰਖੀ ਸਾਹਿਬ ਮਾਈਕ ਬੰਦ ਹੋ ਗਿਆ, ਮਾਈਕ ਬੰਦ ਹੋ ਗਿਆ ਤੁਹਾਡਾ। ਮਾਈਕ ਜਿਹੜਾ ਹੈ ਮਾਈਕ ਬੰਦ ਹੋ, ਉਹਨਾਂ ਨੂੰ ਆਪਣੀ ਆਵਾਜ਼ ਹੀ ਨਹੀਂ ਜਾ ਰਹੀ। ਮਾਈਕ ਬੰਦ ਹੋ ਗਿਆ ਉਹਨਾਂ ਦਾ ਜੀ। ਮਾਈਕ ਬੰਦ ਹੋ ਗਿਆ, ਮਾਈਕ ਬੰਦ ਹੋ ਗਿਆ ਤੁਹਾਡਾ। ਤੁਹਾਡਾ ਮਾਈਕ ਜਿਹੜਾ ਸੀਗਾ ਉਹ ਦੂਰ ਹੋ ਗਿਆ, ਤੇ ਹੁਣ ਜਿਹੜਾ ਹੈਗਾ ਤੁਹਾਡੇ ਫੋਨ ਤੋਂ ਹੀ ਪਿਕ ਕਰ ਰਿਹਾ ਸੀਗਾ, ਤੇ ਉਹ ਆਵਾਜ਼ ਸਹੀ ਨਹੀਂ ਆ ਰਹੀ ਸੀ। ਉਹ ਬੰਦ ਹੋ ਗਈ। ਹਾਂਜੀ ਬੰਦ ਹੋ ਗਈ ਨੇ ਜੇ ਸਭ ਨੂੰ ਆਵਾਜ਼। ਹਾਂ ਬੰਦ ਹੋ, ਹੁਣ ਦੇਖਿਓ, ਕਰੋ ਠੀਕ ਕਰੋ ਇਹਨੂੰ, ਵਹੀ ਨਹੀਂ ਠੀਕ ਹਾਲੇ। ਹੋ ਗਿਆ ਮੇਰਾ, ਹਾਂ ਬਸ ਹੋ ਗਿਆ ਜੀ, ਠੀਕ ਹੋ ਗਿਆ। ਹੁਣ ਬੋਲੋ ਜੀ ਤੁਸੀਂ। ਉਹ ਸੌਰੀ ਉਹ ਮੇਰੀ ਬਲੂਟੂਥ ਉਹ ਆਫ ਹੋ ਉਹਦੇ ਨਾਲ ਚੱਲ ਗਿਆ ਕਿਤੇ, ਤੇ ਬਲੂਟੂਥ ਤੇ ਬੜੀ ਦੂਰ ਪਈ। ਅੱਛਾ ਮੈਂ ਕਿੱਥੇ ਆ ਨਿੱਜਰ ਸਾਹਿਬ? ਸੌਰੀ, ਤੁਸੀਂ ਸ਼ੁਰੂ ਤੋਂ ਹੀ ਕਰੋ ਗੋਰਖੀ ਸਾਹਿਬ। ਵਧੀਆ ਜੀ। ਜਿਹੜੀ ਹੈਗੀ ਆ ਪਰਮਾਤਮਾ ਜਿਹੜਾ ਹੈਗਾ, ਇਹ ਕਰਮ ਕਾਂਡਾਂ ਦੀ ਗੱਲ ਕਰ ਰਹੇ ਸੀਗੇ, ਤੇ ਉਹ ਤੇ ਮੇਰਾ ਮੁੰਡਾ ਤੱਕ ਕੇ ਗਿਆ, ਕਹਿੰਦਾ ਪਾਪਾ ਤੂੰ ਵੀ ਮਿਸ ਪਟਾਕੇ ਚਲਾਈ ਜਾਂਦਾ। ਠੀਕ ਆ, ਮੈਂ ਕਹਿਣਾ ਚਾਹੁੰਦਾ ਵਾਂ ਕਿ ਦੇਖੋ, ਇਸ਼ਨਾਨ ਕਰਨਾ ਕੋਈ ਮਾੜੀ ਚੀਜ਼ ਨਹੀਂ ਹੈ, ਤੁਹਾਡੇ ਤਨ ਦੀ ਸਫਾਈ ਹੁੰਦੀ ਆ। ਪਰ ਜੇ ਤੁਸੀਂ ਸੋਚੋ ਨਾ ਕਿ ਮੈਂ ਇੱਥੇ ਸੋਮਵਾਰੀ ਮੱਸਿਆ ਜਾਂ ਸੰਗਰਾਂਦ ਤੇ ਨਹਾਵਾਂ, ਜਿੱਦਾਂ ਉੱਥੇ ਕਿਹੜਾ ਮੇਲਾ ਲੱਗਦਾ ਰਜਤ ਸਾਹਿਬ, ਉਹ ਕੁੰਭ ਦਾ ਮੇਲਾ, ਬੜੇ ਲੋਕ ਜਾਂਦੇ, ਕੁੰਭ ਦਾ ਮੇਲਾ। ਇਹ ਸਭ ਗੁਰੂ ਨਾਨਕ ਪਾਤਸ਼ਾਹ ਨੇ ਵੇਖਿਆ ਸੀ। ਉਹਨਾਂ ਨੇ ਵੇਖਿਆ ਸੀ ਕਿ ਲੋਕ ਜਿਹੜੇ ਕਰਮਕਾਂਡੀ ਨੇ, ਜਿੱਦਾਂ ਕਹਿ ਦਈਦਾ ਨਾ ਕਿ ਇੱਥੇ ਇਸ਼ਨਾਨ ਕਰ ਲਾ, ਜਿੱਦਾਂ ਆਪਣੇ ਦਰਬਾਰ ਸਾਹਿਬ ਉਰਲੇ ਬੰਨੇ ਵੇਖੋ, ਦੁਖਨ ਭੰਜਣੀ ਬੇਰੀ ਦੇ ਉਰਲੇ ਬੰਨੇ ਬੜਾ ਬੜਾ ਪੱਥਰ ਲੱਗਾ ਵਾ, ਅਜੇ ਵੀ ਹੋਣਾ। ਉੱਥੇ ਪਤਾ ਨੀ 68 ਤੀਰਥਾਂ ਦੇ ਜਿਹੜਾ ਇਸ਼ਨਾਨ ਆ, ਉੱਥੇ ਮੇਰੇ ਵਰਗੇ ਲਾਤਾ ਹੋਣਾ, ਗੁਰੂਆਂ ਨੇ ਨਹੀਂ ਲਾਇਆ ਹੋਊਗਾ, ਇਹ ਗਰੰਟੀ ਆ। ਬਿਲਕੁਲ ਬਾਅਦ ਚ ਲਾਇਆ ਜੀ। ਇੱਥੇ 68 ਤੀਰਥਾਂ ਦਾ ਜਲ ਪਾਇਆ ਗਿਆ ਹੈ। ਇਹ ਗੁਰੂ ਨਹੀਂ ਲਿਖ ਸਕਦੇ। ਜੇ ਏਦਾਂ ਪਾਇਆ ਹੁੰਦਾ ਨਾ ਉਹਨਾਂ ਨੇ, ਇੱਥੇ ਗੁਰੂਆਂ ਨੇ ਲਿਖਣਾ ਸੀ, ਇੱਥੇ ਸਟੈਂਪ ਲਾ ਕੇ ਜਾਣੀ ਸੀ ਕਿ ਹੀ ਲਿਆਂਦਾ ਸੀ ਤੀਰ, ਉਹ ਜਲ ਪਾਇਆ। ਠੀਕ ਹੈ, ਜਲ ਕਿੱਥੋਂ ਆਇਆ? ਸਮੁੰਦਰ ਚੋਂ ਆਇਆ। ਸਮੁੰਦਰ ਫਿਰ ਜਿੰਨਾ ਵੀ ਜਲ ਆ ਕਿੱਥੋਂ ਹੈ? ਇਹ ਸਭ ਸਮੁੰਦਰ ਦਾ ਹੀ ਜਲ ਆ। ਭਾਵੇਂ 68 ਤੀਰਥਾਂ ਤੇ ਲੈ ਆਓ, ਤੇ ਭਾਵੇਂ ਮੇਰੀ ਟੂਟੀ ਚੋਂ ਕੱਢ ਲਓ। ਇਹ ਆਪਣੀ ਇਸੇ ਲਈ ਗੁਰੂ ਨਾਨਕ ਪਾਤਸ਼ਾਹ ਦੇਖੋ, ਉਹ ਤਰਕਸ਼ੀਲ ਨੇ, ਉਹ ਕਿਸੇ ਭਰਮ ਨੂੰ, ਵਹਿਮ ਨੂੰ ਕਟਿੰਗ ਕਰਦੇ ਨੇ, ਕੱਟ ਸਾਈਡ ਤੇ, ਕਹਿੰਦੇ ਸਾਈਡ ਤੇ ਹੋ ਜਾਓ, ਸਾਈਡ ਤੇ ਹੋ ਜਾਓ। ਜਦੋਂ ਵਿਵੇਕ ਦੀ ਚੱਲਦੀ ਹੈ ਰਫਤਾਰ, ਬਹੁਤ ਪਾਵਰਫੁਲ ਕਿਰਪਾਨ ਹੁੰਦੀ ਹੈ। A to Z ਭਰਮਾਂ ਨੂੰ ਕੱਟ ਕੇ ਜਾਂਦੇ ਨੇ, ਕਿਉਂਕਿ ਅਗਿਆਨ ਦਾ ਹਨੇਰਾ ਫੈਲਦਾ ਜਾਂਦਾ। ਫਿਰ ਇਸੇ ਲੋਕ ਗਲਤ ਪ੍ਰਚਾਰ ਕਰ ਕਰਕੇ, ਕੂੜ ਪ੍ਰਚਾਰ ਕਰਕੇ, ਫਿਰ ਲੋਕਾਂ ਨੂੰ ਲਕੀਰ ਦੇ ਫਕੀਰ ਬਣਾ ਦਿੰਦੇ ਨੇ। ਜਦੋਂ ਬ੍ਰਹਮ ਗਿਆਨੀ ਆਉਂਦਾ ਹੈ, ਉਹ ਫਿਰ ਦੇਖਦਾ ਇੰਨਾ ਹਨੇਰਾ, ਫਿਰ ਉਹ ਕਹਿੰਦੇ ਨੇ ਉਹ ਇਹ ਹਨੇਰੇ ਨੂੰ ਦੂਰ ਕਿੱਦਾਂ ਕਰੀਏ। ਫਿਰ ਉਹ ਕਥਾ ਕਰਦੇ ਨੇ, ਉਹ ਫਿਰ ਏਦਾਂ ਸਮਝਾਉਂਦੇ ਨੇ, ਕਿੱਦਾਂ ਉਦਾਸੀਆਂ ਕਰ ਕਰਕੇ ਬ੍ਰਹਮ ਗਿਆਨੀ ਫਿਰ ਕਿੱਥੋਂ ਤੱਕ ਪ੍ਰਚਾਰ ਕੀਤਾ, ਸਾਨੂੰ ਸਮਝਾਇਆ। ਇਹ ਬਾਣੀ ਚ ਸਾਨੂੰ ਸਾਰਾ ਗਿਆਨ ਜਿਹੜਾ ਦਿੱਤਾ ਹੈ, ਉਹ ਕੇਵਲ ਸਾਡੀਆਂ ਅੱਖਾਂ ਦਾ ਇਲਾਜ ਕਰਨ ਵਾਸਤੇ। ਬਿਲਕੁਲ ਸਹੀ ਗੱਲ ਹੈ। ਹੁਣ ਫਿਰ ਧੁੰਦ ਇਕੱਠੀ ਕਰ ਦਿੰਦੇ। ਇਹ ਲੋਕ ਬੜੇ ਖਤਰਨਾਕ ਨੇ। ਜੇ 2-4 ਬਲਬ ਜਗਦੇ ਵੀ ਹੋਣ
ਕਬੀਰ ਵਰਗੇ ਲੋਕੀ ਬੰਦ ਕਰਨ ਤੱਕ ਜਾਂਦੇ ਆ ਨਿੱਜਰ ਸਾਹਿਬ। ਬਿਲਕੁਲ ਜਾਂਦੇ ਆ, ਬਿਲਕੁਲ। ਉਹਨਾਂ ਨੂੰ ਬੜਾ ਔਖਾ ਹੀ ਆਉਂਦੀ ਆ ਭਾਈ। ਲੋਕੀ ਜਿਹੜੇ ਹੈਗੇ ਉਹਨਾਂ ਨੂੰ ਕੁਰਾਈ ਆ, ਕਹਿੰਦੇ ਦੇਖੋ ਸੂਲੀ ਤੇ ਚੜਾ ਦਿੰਦੇ ਆ ਅਗਲੇ। ਹਾਂ, ਤੇ ਉੱਥੇ ਫਿਰ ਬੜੀ ਪ੍ਰੋਬਲਮ ਹੋ ਜਾਂਦੀ ਹੈ। ਇੱਥੇ ਸਾਡੇ ਘਰ ਵੀ ਕੋਈ ਨਾ ਕੋਈ ਪਹੁੰਚੇ ਲੈ ਠੀਕ ਹੈ, ਪਰ ਇਹ ਕੁਦਰਤੀ ਨਿਯਮ ਹੈ। ਜਿੱਥੇ ਸੱਚ ਪ੍ਰਗਟ ਹੁੰਦਾ ਹੈ ਉੱਥੇ ਝੂਠ ਨੂੰ ਬੜੀ ਪ੍ਰੋਬਲਮ ਹੁੰਦੀ ਹੈ, ਕਿਉਂਕਿ ਉਹ ਝੂਠ ਕੋ ਹੁੰਦਾ ਕੁਛ ਨਹੀਂ ਹੈ ਨਾ, ਉਹ ਵਿਚਾਰਾ ਬਹੁਤ ਕਮਜ਼ੋਰ ਹੈ ਨਾ ਜੀ। ਉੱਥੇ ਭੀੜ ਹੈ। ਹਾਂ, ਭੀੜ ਵੈਸੇ। ਹਾਂ, ਚਲੋ ਕੋਈ ਨਹੀਂ। ਅਸੀਂ ਏਦਾਂ ਨਾ ਜੀ, ਅਸੀਂ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਟਾਈਮ ਤੇ ਵੀ ਤੁਰੇ ਫਿਰਦੇ ਰਹੇ ਆ, ਬੁੱਧ ਦੇ ਟਾਈਮ ਤੇ ਵੀ ਤੁਰੇ ਫਿਰਦੇ ਰਹੇ ਆ, ਪਤਾ ਨੀ ਕਦੋਂ ਦੇ ਤੁਰੇ ਫਿਰਦੇ, ਅਸੀਂ ਵੀ ਉਹਨਾਂ ਜੀ ਹੋਵਾਂਗੇ, ਉਸ ਭੀੜ ਦਾ ਹਿੱਸਾ ਹੋ ਸਕਦਾ। ਅਸੀਂ ਗਾਲਾਂ ਕੱਢਦੇ ਉਦੋਂ, ਪਰ ਉਹ ਬਾਅਦ ਚ ਫਿਰ ਉਹਨੂੰ ਅਸੀਂ ਉਹ ਇਤਿਹਾਸ ਬਣਾ ਦਿੰਦੇ ਆ। ਉਹਨੂੰ ਉਹ ਚੰਗਾ ਲੱਗਦਾ ਸਾਨੂੰ ਵੀ ਉਹ ਪੁਰਾਣਾ ਪੜ੍ਹਾ ਦੋ ਬਸ। ਅਸੀਂ ਉਹ ਪ੍ਰੈਜ਼ੈਂਟ ਨਹੀਂ ਦੇਖਦੇ ਵੀ ਕੀ ਹੋ ਰਿਹਾ। ਦੇਖੋ ਸਹੀ ਹੈ, ਸਹੀ। ਅੱਛਾ ਠੀਕ ਹੈ ਜੀ, ਹੁਣ ਅਗਲੀ ਤੁਕ ਬੋਲੋ ਨਿੱਜਰ ਸਾਹਿਬ। ਹਾਂ, ਜਾਂ ਤੁਧ ਭਾਵੇਂ ਕਰੇ ਬਬੂਤਾ ਸਿੰਘੀ ਨਾਦ ਵਜਾਵੇਂ, ਜਾਂ ਤੁਧ ਭਾਵੇਂ ਤਾਂ ਪੜ੍ਹੇ ਕਿਤਾਬਾਂ ਮੁੱਲਾ ਸੇਖ ਕਹਾਵੇਂ। ਆ ਲਓ, ਮਹਾਰਾਜ ਨੇ ਤਾਂ ਆ ਵੀ ਦੇਖ ਲਓ ਪਾਠ ਜਿਹੜਾ ਹੈਗਾ ਆਪਣਾ ਮੇਜਰ ਜਿਹੜਾ ਹੈਗਾ, ਮਹਾਰਾਜ ਕਹਿੰਦੇ ਨਹੀਂ ਭਾਈ, ਖਾਲੀ ਪਾਠ ਕਰਨ ਦੇ ਨਾਲ ਗੱਲ ਨਹੀਂ ਬਣਨੀ। ਇਹ ਪਾਠ ਜੋ ਕਹਿ ਰਿਹਾ ਹੈ ਉਹਨੂੰ ਬੁੱਝਣਾ ਪੈਣਾ ਹੈ, ਔਰ ਬੁੱਝ ਕੇ ਉਹਦੇ ਉੱਤੇ ਚੱਲਣਾ ਪੈਣਾ ਹੈ। ਆ ਬਾਣੀ ਜੋ ਕਹਿ ਰਹੀ ਹੈ, ਹੁਣ ਦੇਖੋ ਇਹ ਸਾਰਾ ਤਾਂ ਰਿਜੈਕਟ ਕਰ ਰਹੀ ਹੈ। ਹੁਣ ਆਪਾਂ ਇਹਨਾਂ ਗੱਲਾਂ ਨੂੰ ਜਿਹੜੇ ਹੈਗੇ ਨਹੀਂ ਐਕਸੈਪਟ ਕਰ ਰਹੇ, ਤੇ ਫਿਰ ਗੱਲ ਤਾਂ ਨਹੀਂ ਬਣਨੀ ਭਾਈ। ਹਾਂਜੀ ਵੀਰ ਜੀ। ਉਹ ਕਹਿੰਦੇ ਨੇ, ਫਿਰ ਦੇਖੋ ਅਗਲੀ ਤੁਕ ਚ ਫਿਰ ਸਾਨੂੰ ਸਮਝਾ ਰਹੇ ਨੇ, ਕਹਿੰਦੇ ਜਾਤ ਤੋਂ ਭਾਵੇ ਕੋਈ ਪੰਜਾਬੀ ਭਾਸ਼ਾ ਤੁਸੀਂ ਪੜ੍ਹ ਸਕਦੇ ਹੋ। ਤਾਂ ਹੀ ਨਿੱਜਰ ਸਾਹਿਬ ਬਹੁਤ ਵਧੀਆ ਕਰ ਰਹੇ ਨੇ, ਸਕਰੀਨ ਤੇ ਬਾਣੀ ਲੈ ਕੇ ਆ ਰਹੇ ਨੇ, ਕਿਉਂਕਿ ਕਨਫਿਊਜ਼ਨ ਨਾ ਕ੍ਰੀਏਟ ਹੋਵੇ। ਅਸੀਂ ਕੀ ਬੋਲ ਰਹੇ ਹਾਂ। ਉਹ ਕਹਿੰਦੇ ਜਾਤ ਤੋਂ ਭਾਵੇ ਤਾਂ ਕਰੇ ਬਬੂਤਾ, ਬਬੂਤਾ ਸਿੰਘੀ ਨਾਦ ਵਜਾਵੇ। ਹੈ ਕਈ ਲੋਕ ਏਦਾਂ ਦੇ ਵੀ ਹੈਗੇ, ਬਬੂਤੀ ਮੇਰੇ ਅੱਗੇ ਲੋਕ ਸਵਾਹ ਮਲ ਕੇ, ਉੱਥੇ ਫਕੀਰੀ ਬੜੀ ਸਸਤੀ ਹੈ। ਇੱਥੇ ਮੈਂ ਮਰਾਂ ਤੇ ਮੇਰੀ ਸਵਾਹ ਪਾ ਲੈਂਦਾ ਆਪਣੇ ਵਾਲਾਂ ਚ, ਮੈਂ ਬਣ ਜਾ ਸੰਤ। ਉਹ ਕਹਿੰਦੇ ਇਹ ਵੈਰੀ ਚੀਪ ਧਰਮ, ਇੱਥੇ ਕੋਈ ਖਰਚਾ ਨਹੀਂ ਹੈਗਾ, ਨੋ ਇਨਵੈਸਟਮੈਂਟ। ਸਵਾਹ ਤੇ ਘਰਾਂ ਚ ਪਈ ਹੁੰਦੀ, ਜਿੰਨੀ ਮਰਜ਼ੀ ਥੋੜਾ ਭਰ ਲਾ, ਜਿੱਥੇ ਮੁੱਕੇ ਫੇਰ ਪਾ ਲਾ, ਜਿੱਥੇ ਮੁੱਕੇ ਫੇਰ ਪਾ ਲਾ। ਇਹ ਕਹਿੰਦੇ ਇਹਦਾ ਕੋਈ ਕਨੈਕਸ਼ਨ ਨਹੀਂ ਹੈ ਧਰਮ ਦੇ ਨਾਲ। ਫਿਰ ਦੂਜੀ ਤਰਫ ਕਹਿੰਦੇ ਸਿੰਧੀ, ਆਹ ਦੇਖੋ ਵਜਾਵੇ ਦੀ ਗੱਲ ਕਰਦੇ ਆ, ਸਿੰਘੀ ਨਾਦ ਵਜਾਵੇ। ਇਹ ਪਹਿਲਾਂ ਵੀ ਪਤਾ ਨੀ ਕਿਹੜੇ ਗੁਰੂ ਜੀ ਨੇ ਆਪਣੇ ਨੇ ਇੱਕ ਬਾਣੀ ਉਚਾਰਨ ਕੀਤੀ ਸੀ, ਨਿੱਜਰ ਸਾਹਿਬ ਫੜ ਲੈਣਗੇ। ਇਤ ਬਾਜ ਨਾ ਸਿੰਘੀ ਬਾਜੇ ਜੋਗੀ, ਕਹਿੰਦੇ ਨਾ ਏਦਾਂ ਤੁਕਿਆ। ਹਾਂਜੀ ਬਿਲਕੁਲ। ਕਿੰਗਰੀ ਕਹਿੰਦੇ ਆ ਉਹਨੂੰ, ਕਿੰਗਰੀ ਕਹਿੰਦੇ ਨਹੀਂ ਵੱਜਣੀ ਪਾਈ। ਇਹ ਧਿਆਨ ਸਿਮਰਨ ਦੇ ਬਗੈਰ ਤੇਰੇ ਅੰਦਰ ਦੀ ਕਿੰਗਰੀ ਨਹੀਂ ਵੱਜਣੀ। ਉਹ ਕਹਿੰਦੇ ਏਦਾਂ ਤੇਰੀ ਕਿੰਗਰੀ ਨਾ ਬਾਜੇ ਜੋਗੀ। ਹੁਣ ਪਿਆਰ ਨਾਲ ਕਹਿੰਦੇ ਆ, ਜੋਗੀ ਨੇ ਨੀ ਕਹਿੰਦੇ ਤੂੰ ਗਲਤ ਹੈ। ਕਹਿੰਦੇ ਜਿਹੜੀ ਤੂੰ ਬਾਹਰਲੀ ਕਿੰਗਰੀ ਵਜਾਉਂਦੇ ਨਾ ਸਿੰਘੀ, ਏਦਾਂ ਅੰਦਰ ਦੀ ਸਿੰਘੀ ਨਹੀਂ ਵੱਜ ਸਕਦੀ। ਇਹ ਤੂੰ ਨਕਲੀ ਸਿੰਘੀ ਚੁੱਕ ਲਿਆ, ਇਹ ਤੈਨੂੰ ਕਿਸੇ ਨੇ ਦਾਤੀ ਆ, ਲੈ ਬਈ ਆ ਸਿੰਘੀ ਵਜਾ। ਉਹ ਸਿੰਘੀ ਤੇਰੇ ਅੰਦਰ ਆ, ਉਹ ਵੱਜਣੀ ਆ। ਤੇ ਤੂੰ ਇੱਥੇ ਬਾਹਰੋਂ ਹੀ ਸਿੰਘੀ ਲੈ ਆ ਬਾਜ਼ਾਰੋਂ ਖਰੀਦ ਕੇ, ਉਹਨੂੰ ਵਜਾਉਣਾ ਸ਼ੁਰੂ ਕਰਤਾ। ਪਰ ਇਹ ਨਹੀਂ ਕਿ ਅੰਦਰ ਤੇਰੇ ਇਹਦੇ ਨਾਲ ਸਿੰਘੀ ਵੱਜੂਗੀ, ਨਹੀਂ ਵੱਜੇਗੀ। ਠੀਕ ਹੈ ਜੀ। ਅਗਲੇ ਬੰਨੇ ਕਹਿ ਰਹੇ ਨੇ ਕਿ ਸਿੰਘੀ ਨਾਲ ਵਜਾਉਣ ਵਾਲੇ ਵਿਚਾਰੇ ਉਹ ਵੀ ਏਦਾਂ ਦੇ ਲੋਕ ਹੈਗੇ ਨੇ। ਅਗਲੇ ਬੰਨੇ ਬੋਲੋ ਨਿੱਜਰ ਸਾਹਿਬ, ਜਾ ਤੁਧ ਭਾਵੇ ਤਾਂ ਪੜ੍ਹੇ ਕਿਤਾਬਾਂ ਮੁੱਲਾ ਸੇਖ ਕਹਾਵੇਂ। ਹੁਣ ਇਹਨਾਂ ਨੇ ਕਹਿਣਾ ਜੀ ਇਹ ਤਾਂ ਖਾਲੀ ਜਿਹੜਾ ਹੈਗਾ ਇਹ ਮੁਸਲਮਾਨਾਂ ਦੀਆਂ ਕਿਤਾਬਾਂ ਦੀ ਗੱਲ ਹੋਈ, ਸਾਡੇ ਗੁਰੂ ਗ੍ਰੰਥ ਸਾਹਿਬ ਜਾਂ ਸਾਡੇ ਜਿਹੜੇ ਹੈਗੇ ਗੀਤਾ ਦੀ ਜਾਂ ਬਾਈਬਲ ਦੀ ਗੱਲ ਥੋੜੀ ਨਾ ਹੋ ਰਹੀ ਹੈ। ਬਸ ਇੱਥੋਂ ਪਤਲੀ ਗਲੀ ਕੱਢ ਲੈਣੀ ਹੈ। ਹਾਂ, ਇੱਥੇ ਕਹਿੰਦੇ ਨੇ ਕਿ ਜਿਹੜਾ ਗਿਆਨ ਹੈ, ਤੂੰ ਕਿਸੇ ਦਾ ਗਿਆਨ ਪੜ੍ਹਿਆ ਹੈ, ਉਹ ਦੀਪਕ ਹੈ, ਇੱਕ ਛੋਟਾ ਜਿਹਾ ਦੀਪਕ। ਉਸ ਦੀਪਕ ਤੋਂ ਤੂੰ ਆਪਣਾ ਮਾਰਗ ਦਰਸ਼ਨ ਕਰ ਸਕਦਾ ਹੈ, ਪਰ ਅਸਲੀ ਦੀਪਕ ਜਿਹੜਾ ਹੈ ਨਾ, ਉਹ ਤੇਰੇ ਅੰਦਰ ਬਲਣਾ ਬਹੁਤ ਜ਼ਰੂਰੀ ਹੈ। ਉਹਨੂੰ ਗਿਆਨ ਦਾ ਦੀਪਕ ਕਹਿੰਦੇ ਆ। ਉਹ ਗਿਆਨ ਕਿਤੋਂ ਪੈਦਾ ਹੁੰਦਾ ਹੈ? ਜਦੋਂ ਸਾਡੀ ਬੁੱਧੀ ਜਿਹੜੀ ਹੈ ਨਾ ਸਾਮ ਹੋ ਜਾਂਦੀ ਹੈ, ਜਦੋਂ ਸਾਡੀ ਦ੍ਰਿਸ਼ਟੀ ਸਾਮ ਹੋ ਜਾਂਦੀ। ਜਿੰਨਾ ਚਿਰ ਤੱਕ ਤੁਹਾਡੀ ਦ੍ਰਿਸ਼ਟੀ ਸਾਹਮਣੇ ਹੁੰਦੀ, ਤੁਹਾਡੀ ਬੁੱਧੀ ਸਾਹਮਣੇ ਹੁੰਦੀ, ਉਹਨਾਂ ਚਿਰ ਤੱਕ ਤੁਹਾਡੇ ਕੰਨ ਵੀ ਸਾਹਮਣੇ ਹੋ ਸਕਦੇ, ਉਹਨਾਂ ਚਿਰ ਤੱਕ ਤੁਹਾਡਾ ਮੂੰਹ ਸਾਹਮਣੇ ਹੋ ਸਕਦਾ। ਸਾਮ ਦਾ ਮਤਲਬ ਕੀ ਹੁੰਦਾ ਹੈ? ਦੇਖੋ ਕੋਈ ਵੀ ਚੀਜ਼ ਹੈ ਨਾ, ਦੇਖੋ ਸਾਡੀ ਬੁੱਧੀ ਕੀ ਕਰਦੀ ਆ, ਉਹਦੇ ਵਿੱਚ ਜਦੋਂ ਆਪਾਂ ਕੋਈ ਚੀਜ਼ ਸੁੱਟਦੇ ਆ ਨਾ, ਉਹਨੂੰ ਆਇਡੈਂਟੀਫਾਈ ਕਰਦੀ ਆ, ਉਹਦੇ ਚ ਵੇਖਦੀ ਹੈ ਇਹ ਕੀ ਚੀਜ਼ ਹੈ, ਇਹ ਕਿੱਥੋਂ ਆਈ ਹੈ, ਇਹਦਾ ਰੂਪ ਕੀ ਹੈ, ਚੰਗੀ ਹੈ ਜਾਂ ਬੁਰੀ ਹੈ। ਇਸੇ ਹੀ ਤਰ੍ਹਾਂ ਜਦੋਂ ਆਪਾਂ ਕੋਈ ਇਨਸਾਨ ਦੇਖਦੇ ਹਾਂ ਨਾ, ਤਾਂ ਇਨਸਾਨ ਦੇ ਸ਼ਕਲ ਵੇਖਣ ਤੋਂ ਬਾਅਦ ਸਾਨੂੰ ਪਤਾ ਲੱਗਦਾ, ਸਾਡੀ ਬੁੱਧੀ ਦੱਸਦੀ ਹੈ ਕਿ ਇਹ ਬੰਦਾ ਫਲਾਨਾ ਹੈ, ਮੇਰਾ ਰਿਸ਼ਤੇਦਾਰ ਹੈ, ਜਾਂ ਕੋਈ ਮੇਰਾ ਸ਼ਰੀਕ ਆ, ਜਾਂ ਕੋਈ ਮੇਰਾ ਦੁਸ਼ਮਣ ਹੈ। ਜੇ ਦੁਸ਼ਮਣ ਆ ਤੇ ਦੁਸ਼ਮਣ ਦਾ ਜਿੰਨਾ ਵੀ ਡਾਟਾ ਪਹਿਲਾਂ ਦਾ ਸੀ ਨਾ, ਜੋ ਵੀ ਉਹ ਸਾਡੀ ਦੁਸ਼ਮਣੀ ਕਿਉਂ ਪਈ, ਉਹ ਸਾਰਾ ਬੈਕ ਹਿਸਟਰੀ ਚੁੱਕ ਕੇ ਤੁਹਾਡੇ ਚਿੱਤ 'ਚ ਡਿਸਪਲੇ ਕਰਦੀ ਹੈ।
ਇਹ ਬੰਦਾ ਆ ਵਾ। ਜੇ ਤੁਹਾਡਾ ਕੋਈ ਸੱਜਣ ਆ ਜਿਹਦੇ ਨਾਲ ਤੁਹਾਡਾ ਬੜਾ ਪਿਆਰ ਆ, ਫਿਰ ਕੀ ਕਰਦੀ ਹੈ ਬੁੱਧੀ? ਪੁਰਾਣੀਆਂ ਯਾਦਾਂ ਕੱਢ ਕੇ ਲੈ ਆਉਂਦੀਆਂ ਵਾ, ਜਿਹੜੀਆਂ ਚੰਗੀਆਂ ਯਾਦਾਂ, ਜਿਹਦੇ ਕਰਕੇ ਉਹ ਤੁਹਾਡਾ ਯਾਰ ਬਣਿਆ। ਠੀਕ ਹੈ ਨਿੱਜਾ ਸਾਹਿਬ? ਬਿਲਕੁਲ। ਤੇ ਜਦੋਂ ਸਮ ਹੋ ਗਈ ਫਿਰ ਕੀ ਕਰਦੀ ਆ? ਫਿਰ ਉਹ ਯਥਾਰਕ ਤੌਰ ਤੇ ਉਹ ਸੱਚ ਕੀ ਹੈ, ਕਿਉਂਕਿ ਹੋ ਸਕਦਾ ਕਿ ਤੁਸੀਂ ਉਹ ਬੰਦੇ ਨਾਲ ਮੋਹ ਕਰਦੇ ਹੋ, ਉਹਦੇ ਔਗਣ ਤੁਹਾਨੂੰ ਦਿਖਦੇ ਨਾ ਹੋਣ। ਖਾਸ ਕਰਕੇ ਮਾਂ-ਬਾਪ ਨੂੰ ਆਪਣੇ ਬੱਚਿਆਂ ਦੇ ਔਗਣ ਨਜ਼ਰ ਨਹੀਂ ਆਉਂਦੇ, ਕਿਉਂਕਿ ਉਹਨਾਂ ਦੀ ਬੁੱਧੀ ਡਿਸਪਲੇ ਬਹੁਤ ਵਧੀਆ ਚੀਜ਼ਾਂ ਕਰਦੀ ਆ, ਉਹਦੇ ਜਿਹੜੇ ਔਗਣ ਆ ਉਹਨਾਂ ਨੂੰ ਡਿਸਪਲੇ ਨਹੀਂ ਕਰਦੀ, ਕਿਉਂਕਿ ਮੋਹ 'ਚ ਬੈਠਾ ਹੈ ਬੰਦਾ। ਤੇ ਪਰ ਯਥਾਰਕ ਸੱਚ ਕੀ ਹੈ? ਫਿਰ ਉਹ ਸੱਚ ਨੂੰ ਪ੍ਰਗਟ ਕਰ ਦਿੰਦੀ ਓ। ਫਿਰ ਉੱਥੇ ਆਪਣਾ ਕੀ ਬਗਾਨਾ ਕੀ ਆ? ਜੋ ਸੱਚ ਆ ਉਹ ਤੁਹਾਡੇ ਸਾਹਮਣੇ ਪ੍ਰੋਜੈਕਟ ਹੁੰਦਾ, ਔਰ ਉਸ ਤੋਂ ਬਾਅਦ ਜੋ ਸਹੀ ਜੋ ਧਰਮ ਦੇ ਤੌਰ ਤੇ ਹੋਣਾ ਚਾਹੀਦਾ ਤੁਸੀਂ ਉਹ ਕਰਦੇ ਜੋ। ਉਹਨੂੰ ਕਹਿੰਦੇ ਵਿਵੇਕ ਬੁੱਧੀ। ਠੀਕ ਆ, ਤੁਸੀਂ ਆਪਣੇ ਸੱਜਣਾ ਦੀ ਮਦਦ ਕਰ ਸਕਦੇ ਜੋ, ਪਰ ਜਦੋਂ ਤੁਹਾਡੇ ਫੈਸਲੇ ਦੇ ਨਾਲ ਰਹਿਲੀ ਕਿਸੇ ਦਾ ਨੁਕਸਾਨ ਹੋਣਾ ਉਦੋਂ ਫਿਰ ਤੁਸੀਂ ਆਪਣੀ ਜਿਹੜਾ ਮੋਹ ਹੈ ਉਹਦਾ ਤਿਆਗ ਕਰਨਾ ਹੈ, ਔਰ ਜੋ ਇਨਸਾਫ ਬਣਦਾ ਹੈ ਤੁਸੀਂ ਉਹ ਕਰਨਾ ਹੈ। ਇਹੋ ਸੱਚ ਹੈ। ਠੀਕ ਹੈ ਜੀ? ਤੇ ਇੱਥੇ ਉਹ ਕਹਿੰਦੇ ਨੇ ਕਿ ਜਿਹੜੇ ਲੋਕ ਕਿਤਾਬਾਂ ਪੜ੍ਹਦੇ ਨੇ, ਗਿਆਨ ਪੜ੍ਹ ਲੈਂਦੇ, ਪੜ੍ਹ ਕੇ ਫਿਰ ਆਪਣੇ ਆਪ ਨੂੰ ਮੇਰੇ ਵਰਗੇ ਵਿਦੰਤੀ ਸਮਝ ਲੈਂਦੇ। ਹੁਣ ਮੇਰੇ ਵਰਗੇ ਵੀ ਲਿਖਾ ਲੈ ਚਰਨਜੀਤ ਸਿੰਘ ਵਿਦੰਤੀ, ਕੀ ਫਰਕ ਪੈਂਦਾ? ਪਰ ਉਹ ਕਹਿੰਦੇ ਤੂੰ ਵਿਦੰਤੀ ਬਣ ਜਾਏਗਾ, ਪਰ ਇਹ ਇੱਕ ਰਸਤੇ ਦਾ ਇਹ ਵੀ ਇੱਕ ਮੋੜ ਸੀ। ਗਿਆਨ ਇਹ ਵੀ ਜ਼ਰੂਰੀ ਹੈ। ਦੇਖੋ ਇਹ ਚੀਜ਼ ਨੂੰ ਆਪ ਸਮਝੋ, ਦੋ ਕਿਸਮ ਦੀਆਂ ਵਿੱਦਿਆ ਹੁੰਦੀਆਂ ਨੇ, ਇੱਕ ਪਰਾ ਵਿੱਦਿਆ, ਇੱਕ ਅਪਰਾ ਵਿੱਦਿਆ। ਇਹ ਜਿੰਨਾ ਵੀ ਤੁਸੀਂ ਗਿਆਨ ਪੜ੍ਹਦੇ ਜੋ, ਜਿੰਨਾ ਹੀ ਬੋਲ ਰਹੇ ਆ, ਇਹ ਸਾਰੀ ਆ ਇਹ ਅਪਰਾ ਵਿੱਦਿਆ, ਇਹ ਪਰਾ ਵਿੱਦਿਆ ਨਹੀਂ ਹੈ। ਪਰਾ ਵਿੱਦਿਆ ਜਿਹੜੀ ਉਹ ਤੁਹਾਡਾ ਗਿਆਨ ਹੈ। ਇਹ ਬਾਣੀ ਪਤਾ ਕੀ ਸਮਝਾ ਰਹੀ ਹੈ ਤੁਹਾਨੂੰ? ਆਖਰ ਦੇ ਵਿੱਚ ਇੱਥੇ ਗੱਲ ਕਿੱਥੇ ਖਤਮ ਹੋਣੀ ਆ? ਬਾਣੀ ਕਹਿੰਦੀ ਆ ਇਹ ਜੋ ਵੀ ਤੂੰ ਕਰ ਰਿਹਾ, ਤੀਰਥਾਂ ਤੇ ਇਸ਼ਨਾਨ ਕਰਦਾ, ਗ੍ਰੰਥਾਂ ਦਾ ਰਟਨ ਕਰ ਰਿਹਾ, ਜਾਂ ਵਿਭੂਤੀ ਮਲੀ ਜਾਂਦੇ ਆ, ਸਿੰਘੀ ਵਜਾਈ ਜਾਂਦਾ ਹੈ, ਇਹ ਸਾਰੀ ਕਿੱਥੇ ਆ? ਇਹ ਅਪਰਾ ਵਿੱਦਿਆ ਹੈ। ਪਰ ਤੂੰ ਜਾਣਾ ਕਿੱਥੇ ਆ? ਪਰਾ ਵਿੱਦਿਆ। ਪਰਾ ਵਿੱਦਿਆ ਮਤਲਬ ਇਹ ਸੰਸਾਰ ਦੀ ਵਿੱਦਿਆ ਨਹੀਂ, ਤੈਨੂੰ ਪਰਮਾਤਮਾ ਦੀ ਵਿੱਦਿਆ ਹੋਵੇ ਜੋ ਪਰੇ ਆ, ਅਗਲੇ ਬੰਨੇ। ਅਪਰਾ ਇੱਧਰ ਦੀ ਵਿੱਦਿਆ, ਇਹ ਸਾਰਾ ਗਿਆਨ ਇਹ ਵੀ ਜ਼ਰੂਰੀ ਆ, ਪਰ ਪਰਾ ਵਿੱਦਿਆ ਤੱਕ ਪਹੁੰਚਣ ਦੇ ਲਈ ਇੱਕ ਸੀੜੀ ਆ। ਪਰ ਜੇ ਸੀੜੀ ਨੂੰ ਅਸੀਂ ਮੰਜ਼ਿਲ ਸਮਝ ਲਈਏ, ਹੁਣ ਮੇਰੇ ਵਰਗੇ ਨੇ ਤੁਸੀਂ ਕਹੋ ਕਿ ਚਰਨਜੀਤ ਤੂੰ ਕਿਸ਼ਤੀ 'ਚ ਬਹਿ ਜਾ, ਤੇ ਮੈਂ ਕਿਸ਼ਤੀ 'ਚ ਬਹਿ ਕੇ ਮੈਂ ਕਹਾਂ ਕਿ ਨਿੱਜਾ ਸਾਹਿਬ ਮੈਂ ਕਿਸ਼ਤੀ 'ਚ ਉਤਰਨਾ ਹੀ ਨਹੀਂ ਹੁਣ, ਤੇ ਫਿਰ ਤੇ ਪੰਗਾ ਪੈ ਗਿਆ ਨਾ। ਫਿਰ ਕਹਿੰਦੇ ਕਿ ਤੂੰ ਪੜ੍ਹ ਲਿਆ, ਤੂੰ ਪੜ੍ਹ ਕੇ ਤੂੰ ਕੱਢ ਗਿਆ ਫਿਰ, ਕਿਉਂਕਿ ਕਿਸ਼ਤੀ ਇੰਨੇ ਕੰਮ ਦੀ ਸੀ, ਤੂੰ ਨਦੀ ਨੂੰ ਪਾਰ ਕਰਨਾ ਸੀ। ਕਿਸ਼ਤੀ ਤੇਰੀ ਜ਼ਿੰਦਗੀ ਦੀ ਮੰਜ਼ਿਲ ਨਹੀਂ ਆ। ਬਿਲਕੁਲ ਸਹੀ। ਪਰ ਨਿੱਜਾ ਸਾਹਿਬ ਤੇ ਜਦੋਂ ਮੰਜ਼ਿਲ ਬਣਾ ਲਾਂਗਾ ਤੇ ਫਿਰ ਹੁਣ ਤੁਸੀਂ ਮੇਰੇ ਕਿਨੂੰ ਕਿਸ਼ਤੀ 'ਚ ਮੈਂ ਕਹਾਂ ਨਿੱਜਾ ਸਾਹਿਬ ਨਾ ਜੀ ਨਾ, ਮੈਂ ਨਹੀਂ ਜੋ ਕਿਸ਼ਤੀ 'ਚ ਉਤਰਨਾ। ਬੜੀ ਸੋਹਣੀ ਕਿਸ਼ਤੀ ਆ। ਉਹ ਤੁਸੀਂ ਕਹੋਗੇ ਚਰਨਜੀਤ ਉਹ ਭੋਲਿਆ ਤੂੰ ਭਟਕ ਗਿਆ ਵਾ। ਇਹ ਤੇ ਰਸਤੇ ਦਾ ਇੱਕ ਪੜਾਅ ਸੀ। ਬਿਲਕੁਲ ਰਸਤੇ ਦਾ ਪੜਾਅ ਸੀਗਾ। ਪਰ ਮੈਂ ਨਹੀਂ ਕਿਹਾ, ਮੈਂ ਨਿੱਜਾ ਸਾਹਿਬ ਨਾ ਨਾ ਨਾ, ਮੈਂ ਨਹੀਂ ਪੜਾਅ ਨੂੰ ਜਾਣਦਾ, ਮੇਰੀ ਤੇ ਮੰਜ਼ਿਲ ਹੀ ਉਹ ਆ। ਫਿਰ ਗੁਰੂ ਨਾਨਕ ਪਾਤਸ਼ਾਹ ਤਾਂ ਇਹ ਤਾਂ ਬਾਣੀ ਲਿਖ ਕੇ ਗਿਆ ਕਿ ਇਹ ਤੇਰੀ ਜ਼ਿੰਦਗੀ ਦਾ ਪੜਾਅ ਵਾ। ਛੋਟੇ ਬੱਚੇ ਨੂੰ ਜਿੱਦਾਂ ਸਮਝਾਈਦਾ ਨਹੀਂ, ਗਲਤ ਉਹ ਵੀ ਨਹੀਂ ਹੈਗੇ। ਇਹ ਨਾ ਸਮਝੋ ਕਿ ਮੈਂ ਗਲਤ ਕਹਿ ਰਿਹਾ, ਰਿਜੈਕਟ ਥੋੜੀ ਕਰ ਰਿਹਾ। ਛੋਟੇ ਬੱਚੇ ਨੂੰ ਉਹ ਕਹਿੰਦੇ ਆ ਜੀ ਊੜਾ ਊਠ ਐੜਾ ਅੰਬ, ਹਜੀ ਉਹਨੂੰ ਅੱਖਰਾਂ ਦਾ ਗਿਆਨ ਨਹੀਂ ਆ, ਇਸ ਕਰਕੇ ਨਾਲ ਫੋਟੋ ਬਣਾਈ ਆ ਅੰਬ ਦੀ, ਊਠ ਦੀ, ਤਾਂ ਜੋ ਬੱਚਾ ਊਠ ਨੂੰ ਵੇਖ ਕੇ ਐੜੇ ਨੂੰ ਜਾਂ ਊੜੇ ਦੇ ਵਿੱਚ ਜੋ ਭੇਦ ਹੈ ਉਹਨੂੰ ਸਮਝ ਸਕੇ। ਮੁੜਕੇ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ, ਦੇਖੋ ਤੇ ਉਹਨਾਂ ਦੀਆਂ ਕਿਤਾਬ ਤੇ ਜਿਹੜੀਆਂ ਫੋਟੋਆਂ ਨੇ ਛੋਟੀਆਂ ਕਰ ਦਿੰਦੇ ਆ। ਫਿਰ ਇੱਕ ਸਮਾਂ ਹੁੰਦਾ ਬੱਚਾ ਕਾਫੀ ਸਿਆਣਾ ਹੋ ਜਾਂਦਾ ਹੈ, ਉਹਨੂੰ ਪਤਾ ਲੱਗ ਜਾਂਦਾ ਹੈ ਐੜੇ ਟਿੱਪੀ ਬੱਬਾ ਅੰਬ ਊਠ, ਉਹਨੂੰ ਅੱਖਰਾਂ ਦਾ ਭੇਦ ਪਤਾ ਲੱਗ ਗਿਆ। ਹੁਣ ਉੱਥੇ ਫੋਟੋ ਦੀ ਲੋੜ ਨਹੀਂ ਹੈ। ਨਿੱਜਾ ਸਾਹਿਬ ਸਹੀ ਹੈ ਜੀ? ਬਿਲਕੁਲ ਸਹੀ ਹੈ ਜੀ। ਫਿਰ ਕੀ ਕਰਦੇ ਆ ਕਿ ਫੋਟੋ ਕੱਢ ਦਿੰਦੇ ਉੱਥੋਂ, ਕਿਉਂਕਿ ਹੁਣ ਬੱਚੇ ਨੂੰ ਪਤਾ ਲੱਗ ਗਿਆ ਇਹ ਜਿਹੜਾ ਅੱਖਰ ਹੈ ਇਹਦਾ ਮਤਲਬ ਕੀ ਹੈ। ਇਸੇ ਹੀ ਤਰ੍ਹਾਂ ਜਦੋਂ ਭਗਤੀ 'ਚ ਆਪਾਂ ਤੁਰਦੇ ਹਾਂ, ਸ਼ੁਰੂ ਚ ਇਹ ਜਿਹੜੇ ਕੰਮ ਜ਼ਰੂਰੀ ਨੇ, ਮਨਾ ਨਹੀਂ ਨਾ ਕਰਦਾ ਤੇ ਰਿਜੈਕਟ ਨਾ ਸੋਚਿਓ ਕਿ ਬਾਣੀ ਰਿਜੈਕਟ ਕਰਦੀ ਆ। ਬਾਣੀ ਕਹਿੰਦੀ ਆ ਪਰ ਇਹ ਕੇਵਲ ਊੜਾ ਊਠ ਤੇ ਐੜਾ ਅੰਬ ਵਾਲਾ ਸਿਸਟਮ ਆ। ਤੈਨੂੰ ਅੱਗੇ ਜਾਣਾ ਪੈਣਾ ਹੈ। ਇਹ ਮੂਰਤੀਆਂ ਨੂੰ ਛੱਡ ਦੇ, ਗਾਂਹ ਤੁਰ, ਅਗਲੇ ਬੰਨੇ ਸਮਝਾਉਣਗੇ ਕਿੱਥੇ ਜਾਣਾ ਹੈ। ਹਾਂਜੀ ਨਜਾ ਸਾਹਿਬ। ਹਾਂ, ਜਾਂ ਤੁਧ ਭਾਵੇ ਪੜ੍ਹੇ ਕਿਤਾਬਾਂ ਮੁੱਲਾ ਸੇਖ ਕਹਾਵੇਂ, ਜਾਂ ਤੁਧ ਭਾਵੇ ਤਾਂ ਹੋਵੇਂ ਰਾਜੇ, ਰਸਕਸ ਬਹੁਤ ਕਮਾਵੇਂ। ਕਹਿੰਦੇ ਐਸੇ ਵੀ ਹੈਗੇ ਆ ਬਈ ਮਾਲਕ ਦਾ ਪ੍ਰੋਵੀਜ਼ਨ ਹੈਗਾ। ਉਹਨਾਂ ਦੇ ਜਿਹੜੇ ਹੈਗੇ ਪਿਛਲੇ ਜਿਹੜੇ ਹੈਗੇ ਕਿਰਤ ਕਰਮ ਇਸ ਤਰ੍ਹਾਂ ਦੇ ਹੁੰਦੇ ਆ, ਪੁੰਨ ਖੱਟੇ ਹੁੰਦੇ ਆ ਤੇ ਰਾਜੇ ਬਣ ਜਾਂਦੇ ਆ। ਤੇ ਫਿਰ ਰਸਕਸ ਜਿਹੜੇ ਹੈਗੇ ਉਹਨਾਂ ਦੇ ਵਾਸਤੇ ਜਿਹੜੇ ਹੈਗੇ ਸਾਰੇ ਦੁਨੀਆ ਦੇ ਪਦਾਰਥ ਜਿਹੜੇ ਉਹਨਾਂ ਦੀ ਕਮਾਈ ਆਪਣੀ ਟੈਰੀਟਰੀ ਵਧਾਉਂਦੇ ਆ। ਸਾਰਾ ਜਿਹੜਾ ਹੈਗਾ ਇਹ ਵੀ ਮਾਲਕ ਦਾ ਪ੍ਰੋਵੀਜ਼ਨ ਹੈਗਾ।
ਜਾਂ ਤੁਧ ਭਾਵੇ ਤੇਗ ਵਗਾਵੇਂ। ਕਈ ਐਸੇ ਵੀਰ ਵੀ ਹੋ ਜਾਂਦੇ ਆ ਜਿਹੜੇ ਯੋਧੇ, ਤੇ ਸਿਰ ਮੁੰਡੀ ਕੱਟ ਜਾਵੇਂ ਔਰ ਆਪਣਾ ਜਿਹੜੇ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੇ ਆ, ਪਿੱਛੇ ਨਹੀਂ ਹਟਦੇ। ਹਾਂਜੀ ਵੀਰ ਜੀ। ਹਾਂਜੀ, ਦੂਜੀ ਤਰਫ ਰਾਜੇ ਵੀ ਹੁੰਦੇ ਆ, ਫਿਰ ਬਹਾਦਰ ਲੋਕ ਵੀ ਹੁੰਦੇ ਆ। ਬਿਲਕੁਲ। ਸੋ ਇਹ ਵੀ ਇੱਕ ਕੈਟਾਗਰੀ ਹੈਗੀ ਆ। ਕੁਝ ਲੋਕ ਇਹਨੂੰ ਹੀ ਆਪਣਾ ਜੀਵਨ ਦਾ ਮਕਸਦ ਸਮਝ ਲੈਂਦੇ ਨੇ। ਬਿਲਕੁਲ। ਜਿੱਦਾਂ ਉਹ ਲੋਕ ਦੂਜੇ ਨਾ ਜਿਹੜੇ ਸ਼ੇਖ ਫਰੀਦ ਹੈਗੇ, ਜਿਹੜੇ ਵੇਖੋ ਆ ਜਿਹੜੇ ਕਿਤਾਬਾਂ ਪੜ੍ਹਦੇ ਨੇ, ਉਹ ਵੀ ਹੈਗੇ ਨੇ। ਫਿਰ ਕਿੱਦਾਂ ਦੇ ਲੋਕ ਵੀ ਹੈਗੇ ਨੇ। ਇਹ ਵੀ ਕੈਟਾਗਰੀਜ਼ ਉਹਨਾਂ ਨੇ ਕੀ ਕੀਤਾ ਕਿ ਕੈਟਾਗਰੀਜ਼ ਵੰਡਿਆ ਹੈ ਕਿ ਕੁਝ ਲੋਕ ਇਹਨੂੰ ਹੀ ਸੱਚ ਸਮਝ ਲੈਂਦੇ ਨੇ। ਹਾਂ, ਵੀਰ ਲੋਕੀ ਸਮਝਦੇ ਆ ਵੀ ਅਸੀਂ ਤਾਂ ਬਸ ਇਹੀ ਹੈ, ਸਾਡਾ ਜੀਵਨ ਦਾ ਮਕਸਦ ਇਹੀ ਹੈਗਾ ਬਸ। ਹਾਂ, ਉਹ ਕਹਿੰਦੇ ਨੇ ਦੇਗ ਤੇ ਤੇਗ। ਤੇਗ ਬਣਾਈ ਜਾਓ ਤੇ ਤੇਗ ਚਲਾਈ ਜਾਓ। ਹੁਣ ਤੇਗ ਬਣਾਈ ਜਾਓ, ਕਹਿੰਦੇ ਤੇਗ ਵੀ ਇੱਕ ਤੇਰੀ ਜ਼ਿੰਦਗੀ ਦਾ ਮਕਸਦ ਨਹੀਂ ਆ। ਤੇਗ ਨੂੰ ਵੀ ਤੇਗ ਦੀ ਜਗ੍ਹਾ ਤੇ ਰੱਖਣਾ ਹੈ, ਚਲਾਓ। ਇਹ ਨਹੀਂ ਕਿ ਤੇਰੀ ਜ਼ਿੰਦਗੀ ਦਾ ਮਕਸਦ ਤੇਗ ਨਹੀਂ ਹੋਣਾ ਚਾਹੀਦਾ। ਕੋਈ ਤੈਨੂੰ ਅੱਗੇ ਵੀ ਸੋਚਣ ਦੀ ਲੋੜ ਹੈ। ਪਰ ਕਈ ਲੋਕ ਜ਼ਿੰਦਗੀ 'ਚ ਵੇਖ ਲਓ ਉਹਨਾਂ ਦਾ ਮਕਸਦ ਹੀ ਤੇਗ। ਹੁਣ ਵੇਖੋ ਆਪਣੇ ਪੰਜਾਬ ਦੇ ਜਿਹੜੇ ਸਿੰਘ ਖਾਲਸੇ ਹੈਗੇ ਨੇ, ਉਹ ਵੇਖ ਲਓ ਉਹਨਾਂ ਨੂੰ ਸ਼ਸਤਰਾਂ ਨਾਲ ਹੀ ਮਤਲਬ ਸ਼ਸਤਰ ਪਾਈ ਫਿਰਦੇ, ਸਿਰ ਤੇ ਪੱਗ ਬੰਨ ਲੈਂਦੇ ਆ, ਬਾਹਰਲੀ ਆਪਣਾ ਪਹਿਰਾਵਾ। ਨਿੱਜਰ ਸਾਹਿਬ ਉਹਨਾਂ ਦਾ ਜੀਵਨ ਦਾ ਮਕਸਦ ਉਹੀ ਹੈ। ਬਿਲਕੁਲ ਉਹੀ ਹੈ ਜੀ। ਇੱਕ ਦੇ ਮੈਨੂੰ ਨਾ ਤੁਸੀਂ ਸੋਚਿਓ ਕਿ ਕਦੇ ਚਰਨਜੀਤ ਗਲਤ ਬੋਲਣ ਤੇ ਉਹ ਸੱਚ ਉਹ ਕਹਿੰਦੇ ਵੀ ਆਰ ਕੰਪਲੀਟ, ਅਸੀਂ ਖਾਲਸੇ ਦੀ ਫੌਜ ਆ, ਅਸੀਂ ਗੁਰੂ ਗੋਬਿੰਦ ਸਿੰਘ ਦੀ ਲਾਡਲੀਆਂ ਫੌਜਾਂ ਵਾਂ। ਪਰ ਉਹ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਉਹ ਉੱਥੋਂ ਵੀ ਅੱਗੇ ਚੱਲੋ, ਪਹਿਲੇ ਲੱਗੇ ਨੇ ਉਹ। ਠੀਕ ਹੈ ਜਿੱਦਾਂ। ਹਾਂਜੀ, ਬਿਲਕੁਲ ਸਹੀ ਹੈ ਗੋਰਖੀ ਸਾਹਿਬ, ਬਿਲਕੁਲ ਸਹੀ ਹੈ। ਤੇ ਹਾਂਜੀ, ਅੱਗੇ ਚਲੋ। ਜਾਂ ਤੁਧ ਭਾਵੇ ਜਾਹੇ ਦਿਸੰਤਰ, ਸੁਣ ਗੱਲਾਂ ਘਰ ਆਵੇਂ। ਕਹਿੰਦੇ ਆਹ ਦੇਖੋ, ਕਹਿੰਦੇ ਕਿ ਤੇਰਾ ਪ੍ਰੋਵੀਜ਼ਨ ਹੈਗਾ ਬਈ ਚਾਰੋਂ ਦਿਸ਼ਾਵਾਂ ਦੇ ਵਿੱਚ ਇਨਸਾਨ ਜਿਹੜਾ ਹੈਗਾ ਬਾਹਰ ਜਾ ਕੇ ਭਟਕਦਾ ਹੈ, ਬਈ ਬਾਹਰ ਜਾ ਕੇ ਜਿਹੜਾ ਹੈਗਾ ਕੁਛ ਬਾਹਰ ਜਾ ਕੇ ਗਿਆਨ ਲੈਂਦਾ ਹੈ ਤੇ ਫਿਰ ਲੈ ਕੇ ਤੇ ਫਿਰ ਵਾਪਸ ਆ ਜਾਂਦਾ ਹੈ। ਉਹ ਗਿਆਨ ਦੇ ਨਾਲ ਕੁਛ ਜਿਹੜਾ ਹੈਗਾ ਉਹ ਉਚਾਈ ਜਿਹੜੀ ਹੈਗੀ, ਜਿਹੜਾ ਕੰਮ ਕਰਨ ਵਾਲਾ ਹੈਗਾ ਉਹ ਕੰਮ ਨਹੀਂ ਕਰ ਪਾਉਂਦਾ। ਹਾਂਜੀ ਵੀਰ ਜੀ। ਹੁਣ ਇੱਥੇ ਇੱਕ ਫਿਰ ਪੁਆਇੰਟ ਹੈ। ਹੁਣ ਕਈ ਬੰਦੇ ਕਹਿੰਦੇ ਜੀ ਅਸੀਂ ਜੀ ਉੱਥੇ ਸਤਸੰਗ ਸੁਣਨ ਚੱਲਦੇ ਹਾਂ। ਅੱਛਾ ਜੀ, 15 ਸਾਲ ਹੋ ਗਏ ਜੀ ਮੈਨੂੰ ਸਤਸੰਗ, ਮੈਂ ਨਹੀਂ ਜੋ ਮਿਸ ਕੀਤਾ, ਫਲਾਨਾ ਬਾਬਾ ਤੇ ਢਿਮਕਾ ਬਾਬਾ। ਫਿਰ ਉਹ ਗੱਲਾਂ ਦਾ ਗਿਆਨ ਇਕੱਠਾ ਕਰੀ ਜਾਓ, ਕੀ ਫਾਇਦਾ ਦੱਸੋ? ਬਾਣੀ ਤੇ ਕਹਿੰਦੀ ਹੈ ਪੜ੍ਹੇ ਲਿਖੇ ਕਿਆ ਹੋਏ, ਜੇ ਸਾਇਜ ਨਾ ਮਿਲਿਆ ਸੋਈ, ਹਰ ਕਾ ਨਾਮ ਨਹੀਂ ਜਪਤ ਗਵਾਰਾ, ਕਿਆ ਸੋਚਮ ਬਾਰੰਬਾਰਾ। ਬਿਲਕੁਲ। ਕਿ ਤੂੰ ਸੁਣ ਕੇ ਤੇ ਪੜ੍ਹ ਕੇ ਫੀਲਿੰਗ ਲਈ ਜਾਂਦਾ ਹੈ ਕਿ ਮੈਂ ਹੁਣ ਬਾਣੀ ਪੜ੍ਹੀ ਜਾਂਦਾ। ਹੁਣ ਮੇਰੇ ਵਰਗਾ ਇੱਥੇ ਬੈਠਾ ਹੋਵੇ, ਨਿੱਜਰ ਸਾਹਿਬ ਨੇ ਉਹ ਨਾਰੀਅਲ ਦਾ ਪਾਣੀ ਪੀਤਾ, ਹੁਣ ਮੈਂ ਨਾਰੀਅਲ ਦੀਆਂ ਕਿਤਾਬਾਂ ਪੜ੍ਹੀ ਜਾਵਾਂ। ਨਾਰੀਅਲ ਬੜਾ ਮਿੱਠਾ ਜੀ, ਇੱਕ ਰੁੱਖ ਲੱਗਦਾ ਹੈ, ਕੇਰਲਾ 'ਚ ਰੁੱਖ ਉੱਗਦੇ ਆ, ਇੰਨੀ ਹਾਈਟ ਹੁੰਦੀ ਆ, ਉੱਥੇ ਬੰਦਾ ਚੜ੍ਹਦਾ ਹੈ ਜੀ, ਉਹਨੂੰ ਤੋੜਦਾ ਹੈ, ਫਿਰ ਥੱਲੇ ਲਿਆਉਂਦਾ ਹੈ, ਉਹ 'ਚ ਛੇਕ ਕਰਦਾ ਹੈ, ਫਿਰ ਨਾਰੀਅਲ ਦਾ ਪਾਣੀ ਪੀਦਾ, ਉਹ ਬੜਾ ਸਵਾਦ ਹੁੰਦਾ। ਕੀ ਇਹ ਪੜ੍ਹਨ ਦੇ ਨਾਲ ਸੱਚੀ ਉਹ ਨਾਰੀਅਲ ਦਾ ਸਵਾਦ ਦੇ ਬਾਰੇ ਮੈਨੂੰ ਪਤਾ ਲੱਗੇਗਾ? ਬਾਣੀ ਸਾਨੂੰ ਇਹੋ ਸਮਝਾ ਰਹੀ ਹੈ। ਜੇ ਤੂੰ ਸੱਚੀ ਨਾਰੀਅਲ ਦੇ ਪਾਣੀ ਨੂੰ ਸਮਝਣਾ ਚਾਹੁੰਦਾ ਹੈ ਨਾ ਤੇ ਸੱਜਣਾ ਘੁੱਟ ਪੀ, ਫਿਰ ਮਜ਼ਾ ਆਊਗਾ। ਜੇ ਤੂੰ ਗੱਲਾਂ ਹੀ ਪੜ੍ਹੀ ਜਾਂਦੇ ਆ, ਉਹ ਕਹਿੰਦੇ ਕਿ ਇਸੇ ਤਰ੍ਹਾਂ ਲੋਕ ਕਈ ਜਾਂਦੇ ਨੇ, ਘਰੋਂ ਨਿਕਲ ਜਾਂਦੇ ਨੇ, ਸ਼ਾਮ ਤੱਕ ਉੱਥੇ ਜਾ ਕੇ ਜੀ ਕਥਾ ਸੁਣਦੇ ਆ। ਉਹ ਕਥਾ ਸੁਣਨ ਦੇ ਨਾਲ ਤੇਰੇ ਅੰਦਰ ਕਿੱਥੋਂ ਅੰਮ੍ਰਿਤ ਦੀ ਧਾਰਾ ਬਣ ਜੂਗੀ। ਉਹ ਤੇ ਤੈਨੂੰ ਕਹਿੰਦੇ ਨੇ ਕਿ ਖੂਹ ਪੁੱਟ, ਤੈਨੂੰ ਆਪਣੇ ਅੰਦਰ ਖੂਹ ਪੁੱਟਣਾ ਪਊਗਾ, ਔਰ ਹਰ ਦਿਨ ਤੈਨੂੰ ਉੱਥੇ ਖੁਦਾਈ ਕਰਨੀ ਪਊਗੀ। ਅੱਜ ਨਹੀਂ ਤੇ ਕੱਲ ਨੂੰ, ਪਰਸੋਂ ਨਹੀਂ ਤੇ ਇੱਕ ਸਮਾਂ ਆਊਗਾ ਤੂੰ ਵਿਚਾਰ ਮੰਡਲ ਤੋਂ ਜਦੋਂ ਅੱਗੇ ਚੱਲ ਜਾਏਗਾ ਤੇ ਘੁੱਟ ਪੀ ਕੇ ਫਿਰ ਤੂੰ ਵੇਖ ਲਈ ਬਾਣੀ ਕੀ ਕਹਿੰਦੀ ਹੈ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ। ਔਰ ਕਈ ਦੇਖ ਲਓ ਕਿੱਥੇ ਕਿੱਥੇ ਜਾਂਦੇ ਆ ਗੋਰਖੀ ਸਾਹਿਬ, ਜਦ ਹੱਜ ਕਰਨ ਦੇ ਵਾਸਤੇ ਕਿੱਥੇ ਜਾਂਦੇ ਆ। ਦੇਖੋ ਕਾਬਾ ਕਿੱਥੇ ਤੱਕ ਜਾ ਕੇ ਜਿਹੜਾ, ਕਈ ਆਪਣੇ ਦੇਖ ਲਓ ਕਿਤੇ ਹੇਮਕੁੰਡ ਚੜ੍ਹ ਜਾਂਦੇ ਆ, ਕਿਤੇ ਹੋਰ ਕਿਤੇ ਚਲੇ ਜਾਂਦੇ ਆ ਤੀਰਥਾਂ ਦੇ ਉੱਤੇ। ਮੈਂ ਨਾ ਨਿੱਜਰ ਸਾਹਿਬ, ਮੈਂ ਐਸੇ ਬੰਦੇ ਮੈਨੂੰ ਬੱਸ ਦੇ ਮਿਲੇ, ਮੈਨੂੰ ਟ੍ਰੇਨ ਦੇ ਵਿੱਚ, ਉਹ ਵਿਚਾਰੇ ਕਹਿੰਦੇ ਜੀ ਮੈਂ ਕਿੱਥੇ ਚੱਲੇ, ਕਹਿੰਦੇ ਮੈਂ ਨਾਂ ਨਹੀਂ ਲਵਾਂਗਾ ਕਿਉਂਕਿ ਲੋਕੀ ਸੋਚਦੇ ਕਿ ਮੈਂ ਕਿਸੇ ਤੋਂ ਜੈਲਸੀ ਕਰਦਾ। ਉਹ ਮੈਨੂੰ ਕੀ ਲੋੜ ਪਈ ਜੈਲਸੀ ਕਰਨ ਦੀ। ਅਸੀਂ ਜੀ ਉੱਥੇ ਆਏ ਆ ਜੀ, ਫਲਾਨੀ ਜਗ੍ਹਾ ਤੇ ਆਏ ਆ, ਉੱਥੇ ਨੇ ਗੁਰੂਆਂ ਨੇ, ਸਤਿਗੁਰੂ ਨੇ ਸਾਨੂੰ ਉਹ ਸੁਣਾਉਣਾ ਹੈ। ਕੀ ਸੁਣਾਉਣਾ ਹੈ ਜੀ? ਉੱਥੇ ਜੀ ਸਾਨੂੰ ਗਿਆਨ ਦੇਣਾ, ਸਾਡੇ ਲਈ ਕਥਾ ਕਰਨੀ ਹੈ, ਪ੍ਰਵਚਨ ਹੋਣਗੇ। ਮੈਂ ਸੋਚਿਆ ਕਿ ਇੰਨੇ ਪ੍ਰਵਚਨ ਕਿੱਥੇ ਕਰਨੇ ਆ, ਜੀਵਨ ਤੁਹਾਡਾ ਉੱਚਾ ਨਹੀਂ ਹੋਣ ਦਿਆ, ਤੇ ਇਹ ਡਿਸੀਜਨ ਤੁਹਾਡਾ ਹੈ।
ਤੁਸੀਂ ਵੇਖੋ ਨਾ ਆਊਟਪੁੱਟ ਨਿਕਲਦਾ ਕਿ ਨਹੀਂ ਨਿਕਲਦਾ। ਜੇ ਮੈਂ ਇੱਥੇ ਬੈਠਾ ਵਾਂ, ਮੈਂ ਇੱਥੇ ਗਿਆ ਸਾਂ ਕੁੱਲੂ ਕੋਲ, ਉੱਥੇ ਨਿੱਜਰ ਸਾਹਿਬ ਮੈਂ ਖੜੀ, ਉੱਥੇ ਮੇਰੇ ਕੋ ਸੀ ਉਹ ਸਰੋਂ ਮੇਥੀ ਇਹ ਨਹੀਂ ਸਰੋਂ ਨਹੀਂ ਨਿੱਜਰ ਸਾਹਿਬ। ਇਸ ਤੋਂ ਪਹਿਲਾਂ ਮੈਂ ਤੇਲ ਬਣਾਇਆ ਇੱਕ ਦਿਨ, ਤੇ ਮੈਂ ਉਹ 2 ਕਿਲੋ ਮੇਥੀ ਲੈ ਕੇ ਗਿਆ, ਮੇਥੀ ਦੇ ਬੀ। ਹਾਂਜੀ ਹਾਂਜੀ। ਤੇ ਮੈਂ ਮੇਥੀ ਦੇ ਤੇਲ ਕੱਢ ਦੋ, ਉਹਨੇ ਚਲੋ ਕਹਿੰਦਾ ਮੈਂ ਕੱਢ ਦਿੰਦਾ। ਉਹ ਨਾ ਸਿੱਖਿਆ ਹੈਗਾ, ਉਹਨੂੰ ਪਤਾ ਨਹੀਂ, ਅਨਟ੍ਰੇਨਡ ਬੰਦਾ ਸੀ। ਚਲੋ ਜੀ ਉਹਨੂੰ ਮੈਂ ਦੇਤੀ 250 ਗ੍ਰਾਮ ਜੀ, ਸ਼ੁਰੂ ਹੋ ਗਿਆ ਜੀ। ਤੇ ਉਹ ਜੀ ਕੱਢਣ ਲੱਗਾ ਤੇ ਉਹ 250 ਗ੍ਰਾਮ ਚ ਤੇਲ ਨਾ ਨਿਕਲਿਆ ਜੀ। ਮੈਂ ਕਿਹਾ ਭਾਜੀ ਬਸ ਕਰੋ, ਨਹੀਂ ਤੁਹਾਡੇ ਨਹੀਂ ਵੱਧਦੀ ਗੱਲ। ਫਿਰ ਮੈਂ ਇੱਕ ਦੂਜੀ ਦੁਕਾਨ ਤੇ ਗਿਆ, ਮੈਨੂੰ ਪਤਾ ਲੱਗ ਗਿਆ ਨਾ ਮੈਂ ਸ਼ਰਾਈ ਥੋੜੀ ਹੈਗਾ, ਮੈਂ 2 ਕਿਲੋ ਖਰਾਬ ਕਰਦਾ। ਨਿੱਜਰ ਸਾਹਿਬ ਸਹੀ ਆ ਬਿਲਕੁਲ। ਪਰ ਸਾਡੇ ਵਰਗੇ ਬੜੇ ਬੇਸ਼ਰਮ ਹੈ, ਸਾਰੀ ਜ਼ਿੰਦਗੀ ਖਰਾਬ ਕਰ ਲੈਂਦੇ ਆ। ਮੈਂ ਤੇ 250 ਗ੍ਰਾਮ ਖਰਾਬ ਕਰਕੇ ਮੈਂ ਆ ਗਿਆ ਵਾਪਸ। ਮੈਂ ਦੂਜੀ ਦੁਕਾਨ, ਫਿਰ ਮੈਨੂੰ ਪੁੱਛਿਆ, ਮੈਂ ਕਿਹਾ ਭਾਈ ਤੁਸੀਂ ਇਹ ਮੇਥੀ ਦੇ ਦਾਣਿਆਂ ਦੇ ਵਿੱਚ ਤੇਲ ਕੱਢ ਦੋਗੇ? ਉਹ ਕਹਿੰਦਾ ਭਾਜੀ ਮੈਂ ਚੌਲਾਂ ਦੇ ਦਾਣਿਆਂ ਚੋਂ ਕੀ ਕਣਕ ਦੇ ਵਿੱਚੋਂ ਵੀ ਤੇਲ ਕੱਢ ਦਾਂਗਾ। ਨਿੱਜਰ ਸਾਹਿਬ ਕੌਨਫੀਡੈਂਟ। ਉਹ ਕਹਿੰਦਾ ਭਾਜੀ ਚੌਲ ਲਿਆਓ, ਮੈਂ ਚੌਲ ਚੋਂ ਵੀ ਤੇਲ ਕੱਢ ਦਾਂਗਾ, ਮੈਂ ਕਣਕ ਚੋਂ ਤੇਲ ਕੱਢ ਦਿੰਦਾ। ਉਹ ਕਹਿੰਦਾ ਭਾਜੀ ਇੱਥੋਂ ਤੱਕ ਤੁਸੀਂ ਲਾਲ ਮਿਰਚਾਂ ਲਿਆਓ, ਲਾਲ ਮਿਰਚਾਂ ਦਾ ਵੀ ਮੈਂ ਤੇਲ ਕੱਢ ਦੂੰਗਾ। ਐਸੀ ਪਾਵਰਫੁਲ ਚੀਜ਼ ਸੀ, ਇੰਨਾ ਕੌਨਫੀਡੈਂਟ। ਮੈਂ ਆਹ ਬੰਦਾ ਸਹੀ ਟੱਕਰਿਆ। ਕਹਿੰਦਾ ਰੁਪਈਆ ਲੱਗੂ ਭਾਜੀ 300। ਬਹਿ ਜਾਓ ਇੱਥੇ ਸ਼ਾਂਤੀ ਨਾਲ। ਮੈਂ ਬਹਿ ਗਿਆ। ਫਿਰ ਉਹਨੇ ਹੀਟਰ ਚਾਲੂ ਕੀਤਾ, ਮਸ਼ੀਨ ਗਰਮ ਕੀਤੀ। ਨਿੱਜਰ ਸਾਹਿਬ 20-25 ਮਿੰਟ 30 ਮਿੰਟ 600 ਤੱਕ ਟੈਂਪਰੇਚਰ ਕੀਤਾ। ਨਿੱਜਰ ਸਾਹਿਬ ਕਿਉਂਕਿ ਉਹਨੂੰ ਯੁਕਤੀ ਦਾ ਪਤਾ ਸੀ, ਉਹਦਾ ਪਿਓ ਵੀ ਇਹੋ ਕੰਮ ਕਰਦਾ ਸੀ ਤੇ ਦੂਜੇ ਨੇ ਸਿੱਖ ਲਿਆ ਸੀ, ਇੱਥੇ ਮਾੜਾ ਮੋਟਾ ਹੈ। ਫਿਰ 600 ਦੇ ਟੈਂਪਰੇਚਰ ਚ ਫਿਰ ਨਿੱਜਰ ਸਾਹਿਬ ਉਹਨੇ ਕੱਢਣਾ ਸ਼ੁਰੂ ਕੀਤਾ। ਪਹਿਲਾਂ ਥੋੜਾ, ਫਿਰ ਇੱਕ ਸਮਾਂ ਆਇਆ 2 ਕਿਲੋ ਮੇਥੀ ਚੋਂ 250-200 ਗ੍ਰਾਮ ਤੇਲ ਨਿਕਲਿਆ। ਪਰ ਅਗਲੇ ਨੇ ਕੱਢ ਕੇ ਦਿਖਾਤਾ ਮੈਨੂੰ। ਸੋ ਕਹਿਣ ਤੋਂ ਭਾਵ ਸਾਧ ਸੰਗਤ ਜੀ, ਜਿਹਨੂੰ ਪਤਾ ਹੈ ਭੇਦ ਦਾ ਉਹ ਕੱਢ ਲੈਂਦਾ। ਉਹਨਾਂ ਨੂੰ ਗੁਣ ਦਾ ਪਤਾ ਹੈ ਕਿ ਕਿੱਦਾਂ ਕੱਢਣਾ ਹੈ, ਉਹਨਾਂ ਕੋਲ ਗੁਣ ਹੈਗਾ। ਸੋ ਇੱਥੇ ਵੀ ਆਪ ਜੀ ਨੂੰ ਸਮਝੋ, ਉਹ ਬਾਣੀ ਇਹੋ ਸਾਨੂੰ ਸਮਝਾ ਰਹੀ ਆ ਕਿ ਗੱਲਾਂ ਸੁਣ ਕੇ ਜੇ ਤੂੰ ਸੋਚਦਾ ਨਾ ਕਿ ਮੈਂ ਬਹੁਤ ਵਧੀਆ ਕੀਤਾ, ਪਰ ਗੱਲਾਂ ਦੇ ਨਾਲ ਕੁਛ ਨਹੀਂ ਹੋਣਾ। ਤੇਰੀ ਜ਼ਿੰਦਗੀ ਕਿੱਧਰ ਆ? ਉਹ ਗੱਲਾਂ ਤੇਰੀ ਜ਼ਿੰਦਗੀ ਚ ਜੇ ਤੂੰ ਲਾਗੂ ਕਰ ਰਿਹਾ, ਫਿਰ ਤੇ ਤੂੰ ਬ੍ਰਹਮ ਗਿਆਨੀ ਆ, ਫਿਰ ਤੂੰ ਵਿਮਲ ਕੀਰਤੀ ਆ। ਤੇ ਜੇ ਤੂੰ ਕਰਦਾ ਕੁਛ ਨਹੀਂ ਹੈ, ਕੇਵਲ ਸਾਲ ਚ 2-4 ਮਹੀਨੇ ਜਾ ਕੇ ਉੱਥੇ ਸਤ ਸੰਗ ਸੁਣ ਆਉਣਾ ਤੇ ਆਹ ਸੰਗ ਸੁਣ ਆਉਣਾ ਹੈ, ਤੇ ਸੱਜਣਾ ਫਿਰ ਤੂੰ ਹਿੱਲਿਆ ਨਹੀਂ ਆ, ਤੂੰ ਉੱਥੇ ਖਲੋਤਾ ਹੈ। ਸਗੋਂ ਖਲੋਤਾ ਨਹੀਂ, ਤੂੰ ਹੀ 200-400 ਕਿਲੋਮੀਟਰ ਹੋਰ ਪਿੱਛੇ ਚੱਲ ਗਿਆ, ਕਿਉਂਕਿ ਤੈਨੂੰ ਸੁਖ ਮੁਹੰਮੇ ਚਿੰਬੜ ਗਈ ਆ। ਕਿਉਂਕਿ ਮੈਂ ਕੀ ਕਰਦਾ, ਮੈਂ ਸਤ ਸੰਗ ਸੁਣਦਾ ਹਾਂ। ਬਿਲਕੁਲ ਸਹੀ, ਬਹੁਤ ਧਾਰਮਿਕ ਹਾਂ। ਬਿਲਕੁਲ। ਪਰ ਉਹ ਕਹਿੰਦੇ ਧਾਰਮਿਕ ਹੋਣ ਦਾ ਫਾਇਦਾ ਕੀ ਹੋਇਆ? ਤੇਰੀ ਮੋਹਰਾਂ ਤੇ ਖੁਸ਼ਕੀ ਜੰਮੀ ਆ, ਘਰ ਤੇਰੇ ਬਾਲਟੀ ਤੇਲ ਦੀ ਪਈ ਆ, ਉਹ ਤੇਲ ਦਾ ਫਾਇਦਾ ਕੀ? ਇਹ ਮਰਿਆ ਹੀ ਨਹੀਂ। ਤੇ ਹੁਣ ਮੇਰੇ ਦਾ ਤੇਲ ਮਲਦਾ ਨਹੀਂ। ਮੈਂ ਕਹਿੰਦਾ ਕਿ ਨਿੱਜਰ ਸਾਹਿਬ ਮੇਰੇ ਕੋਲ ਤੇਲ ਦੀ ਬਾਲਟੀ ਭਰੀ ਪਈ। ਉਹ ਕਹਿੰਦੇ ਠੀਕ ਹੈ ਭਰਾ, ਤੂੰ ਬੜਾ ਸਿਆਣਾ ਵਾ, ਤੇਰੇ ਸਿਰ ਚ ਸਿੱਕਰੀ ਹੈਗੀ, ਇੱਥੇ ਮਲ ਲਾ ਮਾਸਾ। ਨਹੀਂ ਜੀ ਉਹ ਨਹੀਂ ਮਲਣਾ। ਬਾਕੀ ਨਾਰੀਅਲ ਦਾ ਤੇਲ ਮੇਰੇ ਕੋਲ ਬਹੁਤ ਪਿਆ। ਇਹੋ ਹਿਸਾਬ ਬਾਣੀ ਕਹਿ ਰਹੀ ਆ ਕਿ ਤੂੰ ਪੜ੍ਹਦਾ ਤੇ ਪਿਆ, ਸੁਣਦਾ ਵੀ ਬੜਾ ਕੋਈ ਪਿਆ ਵਾ। ਉਹ ਇਹੋ ਸਿਸਟਮ ਹੈ ਕਿ ਘਰੇ ਤੇਲ ਪਿਆ ਵਾ ਤੇ ਤੂੰ ਆਪਣੇ ਸਿਰ ਤੇ ਮਲਦਾ ਨਹੀਂ ਪਿਆ, ਉਹਦਾ ਤੈਨੂੰ ਫਾਇਦਾ ਨਹੀਂ ਹੋਣਾ। ਕੜੀ ਜਾ ਰਹੇ ਆ ਬਸ, ਇਕੱਠਾ ਕਰਕੇ ਲੈ ਲੋਕਾਂ ਦੇ ਕੋਲੋਂ ਤੇ ਮੰਗ ਕੇ। ਨਿੱਜਰ ਸਾਹਿਬ ਬਿਲਕੁਲ ਸਹੀ ਹੈ। ਹੁਣ ਉਹ ਜਿਨ੍ਹਾਂ ਨੇ ਆਪ ਨਹੀਂ ਮਲਿਆ ਉਹ ਤੈਨੂੰ ਦੇਤਾ, ਉਹ ਤੈਨੂੰ ਵੀ ਕਹਿੰਦੇ ਤੂੰ ਵੀ ਨਾ ਮਲੀ, ਕਿਉਂਕਿ ਅਸੀਂ ਕਿਹੜਾ ਮਲਿਆ ਵਾ। ਬਿਲਕੁਲ ਸਹੀ ਗੱਲ ਹੈ। ਜਿਹੋ ਜੀ ਕੁੱਕ ਉਹ ਜਿਹੇ ਕੁੱਕ ਦੇ ਬੱਚੇ, ਉਹ ਕਹਿੰਦੇ ਕਿ ਅਸੀਂ ਵੀ ਨਹੀਂ ਮਲਿਆ, ਕਿਉਂਕਿ ਜਿਹੜਾ ਸਾਡਾ ਗੁਰੂ ਸੀ ਨਾ ਉਹਨੇ ਵੀ ਨਹੀਂ ਮਲਿਆ ਸੀ, ਉਹ ਵੀ ਬਾਲਟੀ ਚੁੱਕੀ ਫਿਰਦਾ ਸੀ। ਖੁਸ਼ਕੀ ਉਹਦੀ ਵੀ ਨਹੀਂ ਦੂਰ ਹੋਈ, ਨਾ ਹੱਡੀ ਹੋਈ। ਇਹ ਤੂੰ ਲੈ ਜਾ ਨਾ ਤੇਰੀ ਦੂਰ ਹੋਣੀ ਆ, ਪਰ ਫੀਲਿੰਗ ਪੂਰੀ ਆ ਕਿ ਮੇਰੇ ਕੋਲ ਤੇਲ ਹੈਗਾ। ਠੀਕ ਹੈ ਜੀ, ਬਿਲਕੁਲ। ਤੇ ਮਾਈਂਡ ਨਹੀਂ ਕਰਨਾ ਸਾਧ ਸੰਗਤ ਜੀ, ਏਦਾਂ ਹੀ ਹੱਸ ਖੇਡ ਕੇ ਮਨ ਖੁਸ਼ ਕਰ ਲਈਦਾ ਕਈ ਵਾਰੀ। ਫਿਰ ਅਗਲੇ ਬੰਨੇ ਨਿੱਜਰ ਸਾਹਿਬ ਤੁਕ ਬੋਲੋ। ਜਾਂ ਤੁਧ ਭਾਵੈ ਨਾਏ ਰਚਾਵੇਂ, ਤੁਧ ਭਾਣੇ ਤੂੰ ਭਾਵੇਂ। ਆ ਦੇਖੋ ਇੱਥੇ ਆ ਗਏ ਜੀ ਮੇਨ ਜਿਹੜਾ ਹੈਗਾ ਸਾਰਾ ਕੁਝ ਦੱਸ ਕੇ ਆਪਾਂ ਨੂੰ ਹੁਣ ਰਸਤਾ ਵੀ ਦੱਸ ਰਹੇ ਆ। ਇਹ ਨਹੀਂ ਕਿ ਰਸਤਾ ਨਾ ਦੱਸਣ। ਕਹਿੰਦੇ ਨਾਮ ਧਿਆਨ ਸਿਮਰਨ ਦੇ ਵਿੱਚ ਜਾਂ ਤੁਧ ਭਾਵੈ ਨਾਏ ਰਚਾਵੇਂ, ਕਹਿੰਦੇ ਤੁਧ ਭਾਣੇ ਤੂੰ ਭਾਵੇਂ। ਜਿਹੜੇ ਪਰਮਾਤਮਾ ਤੋਂ ਜਿਹੜੇ ਹੈਗੇ ਆ ਉਹ ਸਹੀ ਮਾਲਕ ਦੇ ਕੋਲ ਜਾਣਾ ਚਾਹੁੰਦੇ ਆ, ਸਹੀ ਜਿਹੜਾ ਹੈਗਾ ਭਗਤੀ ਕਰਨਾ ਚਾਹੁੰਦੇ ਆ, ਉਹਨਾਂ ਨੂੰ ਨਾਮ ਦੇ ਵਿੱਚ ਰਚਾ ਦੇਣਾ ਹੈ।
ਪੁੱਤ ਤੁਧ ਭਾਣੇ ਤੂੰ ਭਾਵੇਂ, ਉਹਨਾਂ ਨੂੰ ਤੂੰ ਪਾ ਜਾਂਦਾ ਹੈ ਔਰ ਉਹ ਤੈਨੂੰ ਪਾ ਜਾਂਦੇ ਆ। ਨਾਨਕ ਏਕ ਕਹਿ ਬੇਨੰਤੀ ਹੋਰ ਸਗਲੇ ਕੂੜ ਕਮਾਵੇਂ। ਬੇਨਤੀ ਕਰ ਰਿਹਾ ਮਹਾਰਾਜ ਵੀ ਮੈਨੂੰ ਪਾਏ, ਮੈਂ ਮਾਲਕਾ ਮੈਨੂੰ ਆਪਣੇ ਨਾਮ ਦੇ ਨਾਲ, ਧਿਆਨ ਸਿਮਰਨ ਦੇ ਨਾਲ, ਮੈਨੂੰ ਆਹ ਚੀਜ਼ ਦੇ ਨਾਲ ਮੈਨੂੰ ਆਹ ਚੀਜ਼ ਦੇ। ਬਾਕੀ ਜਿਹੜੇ ਹੈਗੇ ਕਹਿੰਦੇ ਭਾਈ ਉਹ ਝੂਠ ਦੇ ਨਾਲ ਲੱਗੇ ਹੋਏ ਆ, ਝੂਠ ਦੀ ਕਮਾਈ ਕਰ ਰਹੇ ਆ, ਅਤੇ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਇਸ ਦਾ ਜਿਹੜਾ ਹੈਗਾ ਕਿਉਂਕਿ ਇਹ ਸਰੀਰ ਤਾਂ ਜਿਹੜਾ ਹੈਗਾ ਥੋੜ੍ਹਾ ਸਮਾਂ ਹੀ ਆ ਇਹਦਾ, ਇਹਦੀ ਜਿੰਨੀ ਕੁ ਉਮਰ ਆ ਉਸ ਤੋਂ ਬਾਅਦ ਜਿਹੜਾ ਹੈਗਾ ਕਹਿੰਦੇ ਉਹਦਾ ਫਾਇਦਾ ਨਹੀਂ ਹੋਣਾ ਪਾਏ। ਹਾਂਜੀ ਗੁਰੂ ਸਾਹਿਬ ਬਿਲਕੁਲ ਠੀਕ ਹੈ। ਸਾਧ ਸੰਗਤ ਜੀ, ਇੱਕ ਆਪ ਜੀ ਨੇ ਪਹਿਲਾਂ ਬੜੀ ਮਸ਼ਹੂਰ ਗੱਲ ਸੁਣੀ ਹੋਣੀ ਆ, ਕਹਿੰਦੇ ਕਿ ਕਰੋੜਾਂ ਬੰਦੇ ਤੁਰਦੇ ਆ ਤੇ ਇੱਕ ਬੰਦਾ ਪਰਮਾਤਮਾ ਕੋਲ ਪਹੁੰਚਦਾ ਹੈ। ਇਹ ਝੂਠ ਹੈ। ਪਰਮਾਤਮਾ ਕੋਲ ਕਰੋੜਾਂ ਚੋਂ ਇੱਕ ਬੰਦਾ ਪਹੁੰਚਦਾ ਹੈ, ਜਿਹੜਾ ਵੀ ਤੁਰੇਗਾ ਉਹੀ ਪਹੁੰਚ ਜਾਏਗਾ। ਇਹ ਸੱਚ ਹੈ। ਜਿਹੜੇ ਕਹਿੰਦੇ ਨਾ ਕਿ ਕਰੋੜਾਂ ਤੁਰੇ ਫਿਰਦੇ ਆ, ਉਹ ਸਭ ਇਹ ਕੈਟਾਗਰੀ ਚ ਨੇ। ਆ ਉੱਪਰਲੀ ਕੈਟਾਗਰੀ ਚ ਗੁਰੂ ਨਾਨਕ ਪਾਤਸ਼ਾਹ ਨੇ ਸਮਝਾਈ ਹੈ ਨਾ। ਇੱਥੇ ਬੈਠੇ ਨੇ ਲੋਕ, ਉਹ ਤੁਰੇ ਨਹੀਂ। ਜਿਹੜਾ ਵੀ ਤੁਰਿਆ ਪਰਮਾਤਮਾ ਕੋਲ ਡੈਫੀਨੇਟਲੀ ਪਹੁੰਚਿਆ। ਜੇਕਰ ਪਰਮਾਤਮਾ ਏਦਾਂ ਦਾ ਸਿਸਟਮ ਬਣਾ ਕੇ ਬੈਠਾ ਹੈ ਕਿ ਕਰੋੜਾਂ ਚ ਤੁਰਨਗੇ ਤੇ ਇੱਕ ਮੇਰੇ ਕੋਲ ਪਹੁੰਚੂਗਾ, ਤੇ ਕੀ ਇਹ ਧਰਮ ਹੈ? ਕੀ ਇਹ ਇਨਸਾਫ ਹੈ? ਨਹੀਂ, ਇਹ ਇਨਸਾਫ ਤਾਂ ਨਹੀਂ। ਉਹ ਕੋ ਪਰਮਾਤਮਾ ਹੈ, ਉਹ ਮੇਰੇ ਵਰਗਾ ਥੋੜੀ ਬੈਠਾ ਹੈ ਬੰਦਾ ਕੋਈ। ਇਸ ਕਰਕੇ ਸਾਧ ਸੰਗਤ ਜੀ, ਜੋ ਵੀ ਤੁਰੇਗਾ ਉਹ ਪਹੁੰਚੇਗਾ ਜ਼ਰੂਰ। ਔਰ ਪਰਮਾਤਮਾ ਨੂੰ ਕੀ ਪਾਉਂਦਾ ਹੈ ਇਹ ਤੁਹਾਨੂੰ ਵੀ ਪਤਾ। ਪਰਮਾਤਮਾ ਨੂੰ ਕੀ ਪਾਉਂਦਾ ਹੈ? ਪਰਮਾਤਮਾ ਕਹਿੰਦਾ ਸੱਚ ਤੇ ਚੱਲੋ, ਸੱਚਾਈ ਨੂੰ ਅੱਗੇ ਲਿਆਓ। ਤੇਰੀ ਜ਼ਿੰਦਗੀ ਚ ਪਵਿੱਤਰਤਾ ਕਿੰਨੀ ਹੈ? ਤੂੰ ਕਿੰਨਾ ਕੁ ਪਵਿੱਤਰ ਇਨਸਾਨ ਹੈ? ਇਹੋ ਹੀ ਪਰਮਾਤਮਾ ਨੂੰ ਪਾਉਂਦਾ ਹੈ। ਪਰਮਾਤਮਾ ਨੂੰ ਕੋਈ ਤੁਹਾਡੀ ਭੁਗਤੀ ਨਹੀਂ ਚਾਹੀਦੀ। ਪਰਮਾਤਮਾ ਨੇ ਤੁਹਾਡੀ ਭਗਤੀ ਦਾ ਕੀ ਕਰਨਾ ਹੈ? ਅਚਾਰ ਪਾਉਣਾ। ਇੱਥੇ ਮੈਂ ਸਾਰਾ ਦਿਨ ਠੱਗੀਆਂ ਡਾਕੇ ਮਾਰੀ ਜਾਂਦਾ, ਮੈਂ ਮੂੰਹ ਚ ਵੀ ਗਲਤ ਚੀਜ਼ਾਂ ਬੋਲਦਾ ਜਿਹੜੀਆਂ ਨਹੀਂ ਮੈਨੂੰ ਬੋਲਣੀਆਂ ਚਾਹੀਦੀਆਂ, ਔਰ ਉੱਥੇ ਜਾ ਕੇ ਮੈਂ ਵੈਗਰੂ ਵੈਗਰੂ ਕਹੀ ਜਾਂਦਾ। ਤੇ ਉਹ ਕੀ ਸੋਚਦੇ ਜੋ? ਇੱਥੇ ਉਹ 15 ਮਿੰਟ ਮੇਰੇ ਵੈਗਰੂ ਬੋਲਣ ਦੇ ਨਾਲ ਜਿਹੜੇ ਮੇਰੇ 24 ਘੰਟੇ ਦੇ ਗਲਤ ਕੰਮ ਉਹ ਸਹੀ ਹੋ ਜਾਣਗੇ? ਨਿੱਜਰ ਸਾਹਿਬ ਨਾ, ਵਜਨ ਤੇ ਜੋਖੋ। ਇਸ ਕਰਕੇ ਬਾਣੀ ਕਹਿੰਦੀ ਹੈ ਕਿ ਤੈਨੂੰ ਆਪਣੇ ਜੀਵਨ ਨੂੰ ਬਹੁਤ ਚੰਗੇ ਤਰੀਕੇ ਨਾਲ ਬਤੀਤ ਕਰਨਾ ਪਊਗਾ। ਗੁਰੂ ਨਾਨਕ ਪਾਤਸ਼ਾਹ ਨੇ ਇਸੇ ਗੱਲ ਤੇ ਸਮਝਾਇਆ ਸੀ ਕਿ ਹਮ ਆਦਮੀ ਹਾਂ ਇੱਕਦਮ ਹੀ, ਕਿ ਜੋ ਮੇਰੇ ਕੋਲ ਦਮ ਹੈਗਾ ਮੈਂ ਉਹਦੇ ਵਿੱਚ ਉਹੀ ਕੰਮ ਕਰਦਾ ਜੋ ਧਰਮ ਦੇ ਅਨੁਸਾਰ ਹੀ ਸਹੀ ਆ। ਕਿਉਂਕਿ ਮਾਲਕ ਪਰਮਾਤਮਾ ਨੇ ਗੁਰੂ ਸਾਹਿਬ ਦੋਨੋਂ ਚੀਜ਼ਾਂ ਬਣਾਈਆਂ ਆ, ਸਾਫ਼ ਦੋਨਾਂ ਨੂੰ ਪਾਵਰ ਦਿੱਤੀ ਹੋਈ ਆ, ਸੱਚ ਨੂੰ ਵੀ ਤੇ ਝੂਠ ਨੂੰ ਵੀ। ਇਹ ਮਾਲਕ ਦੀ ਖੇਡ ਹੈਗੀ ਆ ਬਸ। ਔਰ ਆਪਾਂ ਨੇ ਜਿਹੜਾ ਹੈਗਾ ਸੱਚ ਨੂੰ ਪਸੰਦ ਕਰਨਾ ਹੈ, ਸੱਚ ਤੇ ਚੱਲਣਾ ਹੈ ਜੇ ਨਿਕਲਣਾ ਚਾਹੁੰਦੇ ਆ। ਝੂਠ ਕੀ ਹੈਗਾ? ਝੂਠ ਹੈਗਾ ਜੋ ਦਿਸ ਰਿਹਾ ਆ ਉਹ ਸਾਰਾ ਝੂਠ ਹੈਗਾ ਭਾਈ। ਹਾਂਜੀ ਵੀਰ ਜੀ। ਨਿੱਜਰ ਸਾਹਿਬ, ਜਦੋਂ ਤੁਸੀਂ ਸੱਚ ਬੋਲਣਾ ਸ਼ੁਰੂ ਕਰ ਦੋ ਤੁਹਾਡਾ ਚਿੱਤ ਆਪੇ ਸ਼ਾਂਤ ਹੋ ਜਾਣਾ ਵਾ। ਬਿਲਕੁਲ ਸਹੀ ਗੱਲ ਆ। ਚਿੱਤ ਅਸ਼ਾਂਤ ਕਿਉਂ ਆ? ਕਿਉਂਕਿ ਝੂਠ ਬੋਲ ਰਹੇ ਆ ਆਪਾਂ। ਵਿਚਾਰ ਕਾਹਦੇ ਆ? ਝੂਠ ਦੇ। ਕਿਉਂਕਿ ਕੁਛ ਗੜਬੜ ਕੀਤੀ ਆ, ਉਹੀ ਤਾਂ ਇਕੱਠਾ ਹੋਇਆ ਅੰਦਰ। ਬਿਲਕੁਲ ਸਹੀ ਆ। ਹਾਂ, ਤੇ ਜਦੋਂ ਚੀਜ਼ ਤੇ ਸਹੀ ਬਣਾਤੀ ਆ ਤੇ ਉਹਨੂੰ ਸਾਂਭ ਲਓ। ਹੁਣ ਝੂਠ ਇੱਥੇ ਮੇਰੇ ਸਾਹਮਣੇ ਝੂਠ ਲਿਖ ਦੋ ਕੰਧ ਤੇ, ਇੱਕ ਮਾੜੀ ਜੀ ਪੈਨ ਦੇ ਨਾਲ ਪੈਨਸਲ ਦੇ ਨਾਲ ਆਪਣੀ ਨਾ ਪੈਨਸਲ ਦੇ ਨਾਲ ਕਾਪੀ ਤੇ ਲੀਕ ਮਾਰ ਕੇ ਮੁੜ ਕੇ ਮਿਟਾ ਕੇ ਵੇਖੋ, ਉਹਦਾ ਨਿਸ਼ਾਨ ਨਹੀਂ ਮਿਟਦਾ। ਤੇ ਝੂਠ ਕਿੱਥੋਂ ਮਿਟ ਜੂਗਾ? ਆਪ ਜਸਟ ਸੋਚੋ। ਪਰ ਬੋਲਣ ਤੋਂ ਪਹਿਲਾਂ ਤੁਹਾਡੇ ਕੋਲ ਆਪਸ਼ਨ ਹੈ। ਠੀਕ ਹੈ ਜੀ। ਅਗਲੇ ਬੰਨੇ ਬੋਲੋ ਨਿੱਜਰ ਸਾਹਿਬ। ਫਿਰ ਕਹਿੰਦੇ ਆ ਕਿ ਜੋ ਬੇਨਤੀ ਕਰੋ ਪਰਮਾਤਮਾ ਦੇ ਗੜੀ। ਮੈਂ ਤੇ ਆਪ ਜੀ ਨੂੰ ਕਹਿਣਾ ਪਹਿਲਾਂ ਵੀ, ਮੇਰੇ ਪਿਤਾ ਮੇਰੇ ਵੱਸ ਦੀ ਗੱਲ ਨਹੀਂ ਹੈ, ਹੱਥ ਪੱਲਾ ਨਹੀਂ ਪੈ ਰਿਹਾ, ਮਿਹਰ ਕਰੋ। ਤੇ ਉਹ ਖੈਰਾਤ ਦੇ ਦਿੰਦਾ ਹੈ, ਖੈਰਾਤ ਦੇ ਦਿੰਦਾ ਹੈ। ਬਾਦਸ਼ਾਹ ਹੈਗਾ, ਉਹਦੇ ਦਰਬਾਰ ਤੋਂ ਅਜੇ ਤੱਕ ਕੋਈ ਖਾਲੀ ਨਹੀਂ ਮੁੜਿਆ। ਮੇਰੇ ਵਰਗੇ ਤੋਂ ਮੰਗੂਗਾ ਤਾਂ ਹੋ ਸਕਦਾ ਕਿ ਕਾਫੀ ਬੰਦੇ ਖਾਲੀ ਚੱਲ ਜਾਣ, ਪਰ ਉਸ ਪਰਮਾਤਮਾ ਦੇ ਦਰ ਤੇ ਜਿਸਨੇ ਵੀ ਮੰਗਿਆ, ਖਾਸ ਕਰਕੇ ਨਾਮ, ਪੈਸੇ ਦੀ ਮੈਂ ਨਹੀਂ ਗੱਲ ਕਰਦਾ, ਕੋਠੀ ਕਾਠੀਆਂ ਦੀ ਨਹੀਂ ਮੈਂ ਗੱਲਾਂ ਕਰਦਾ, ਉਹ ਤੇ ਇੱਥੇ ਭੰਡਾਰੀ ਕੋ ਮਿਲ ਜਾਂਦੀਆਂ ਨੇ, ਉੱਥੇ ਨਹੀਂ ਜਾਣ ਦੀ ਲੋੜ ਪਰਮਾਤਮਾ ਕੋ। ਪਰਮਾਤਮਾ ਦੇ ਕੋਲੋਂ ਇੱਕੋ ਚੀਜ਼ ਮੰਗਣੀ ਹੈ, ਉਹਨੂੰ ਕਹਿਣਾ ਕਿ ਮੇਰੇ ਪਿਤਾ ਆਪਣਾ ਨਾਮ ਦੇ ਮੈਨੂੰ। ਪਰ ਆਪਾਂ ਕੀ ਕਰਦੇ ਹਾਂ, ਨਾਮ ਛੱਡ ਕੇ ਬਾਕੀ ਸਭ ਕੁਝ ਮੰਗਦੇ ਰਹਿੰਦੇ ਆ। ਉਹੀ ਨਾਮ ਹੀ ਸੱਚ ਹੈਗਾ ਗੁਰ ਸਾਹਿਬ। ਬਸ ਜੇ ਸੱਚ ਮੰਗ ਲਿਆ ਨਾ ਤੇ ਸਾਰੇ ਸੱਚੇ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ, ਆਪਣੀ ਸਮਝ ਦੇ ਉੱਤੇ ਆ ਜਾਾਂਗੇ ਆਪਾਂ ਉਸੇ ਟਾਈਮ। ਹਾਂਜੀ ਵੀਰ ਜੀ। ਨਿੱਜਰ ਸਾਹਿਬ, ਬੰਦਾ ਪਤਾ ਨਾਮ ਕਿਉਂ ਨਹੀਂ ਮੰਗਦਾ? ਬੰਦਾ ਸੋਚਦਾ ਕਿ ਸ਼ਾਇਦ ਰੱਬ ਨੇ ਮੈਨੂੰ ਪਤਾ ਨਹੀਂ ਭੁੱਖਾ ਨਹੀਂ ਮਾਰ ਦੇਣਾ। ਏਦਾਂ ਦੀ ਗੇਮ ਤੇ ਨਹੀਂ ਹੈਗੀ। ਠੀਕ ਹੈ, ਠੀਕ ਹੈ ਜੀ। ਅੱਗੇ ਬੋਲੋ ਨਿੱਜਰ ਸਾਹਿਬ। ਹਾਂਜੀ, ਅੱਗੇ ਅਗਲਾ ਸ਼ਲੋਕ ਆ ਗਿਆ ਪਹਿਲੀ ਪਾਤਸ਼ਾਹੀ ਦਾ।
ਮਹੱਲਾ ਪਹਿਲਾ, ਜਾਂ ਤੂੰ ਵੱਡਾ ਸਭ ਵਡਿਆਈਆਂ। ਕਹਿੰਦੇ ਸਭ ਤੋਂ ਵੱਡਾ ਮਾਲਕ ਪਰਮਾਤਮਾ ਹੈਗਾ, ਉਹ ਵੱਡਾ ਹੈ ਤੇ ਸਾਰੀਆਂ ਵਡਿਆਈਆਂ ਹੈ ਮਾਲਕ ਪਰਮਾਤਮਾ ਦੀਆਂ ਜਿਹੜੀਆਂ ਹੈਗੀਆਂ ਉਹਦੇ ਕੋਲੋਂ ਵਡਿਆਈਆਂ ਹੀ ਆਉਣੀਆਂ ਹੈ ਮਾਲਕ ਪਰਮਾਤਮਾ ਦੇ ਕੋਲੋਂ, ਕਿਉਂਕਿ ਉਹ ਵੱਡਾ ਹੈਗਾ। ਚੰਗਾ ਚੰਗਾ ਹੋਏ, ਚੰਗਾ ਜਿਹੜਾ ਹੈਗਾ ਚੰਗੇ ਤੋਂ ਚੰਗਿਆਈ ਪੈਦਾ ਹੁੰਦੀ ਹੈ। ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ, ਕੂੜਾ ਕੋਏ ਨਾ ਕੋਈ। ਬਸ ਆਪਣੇ ਅੰਦਰ ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਆਪਾਂ ਨੇ ਸੱਚ ਦੇ ਨਾਲ ਜੁੜ ਗਏ, ਮਾਲਕ ਸੱਚ ਹੈਗਾ, ਆਪਾਂ ਸੱਚ ਦੇ ਨਾਲ ਜੁੜ ਗਏ ਉਹਦੇ ਨਾਮ ਦੇ ਨਾਲ, ਤੇ ਆਪਾਂ ਨੂੰ ਕੂੜਾ ਥੋੜੀ ਨਾ ਨਜ਼ਰ ਆਏਗਾ, ਫਿਰ ਸੱਚ ਹੀ ਨਜ਼ਰ ਆਏਗਾ, ਕੋਈ ਕੂੜਾ ਨਹੀਂ ਹੈ ਭਾਈ। ਆਪਾਂ ਸਰੀਰ ਤੋਂ ਇਹ ਪੰਜਾਂ ਤੱਤਾਂ ਤੋਂ ਅੱਗੇ ਪਹੁੰਚ ਜਾਵਾਂਗੇ। ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ। ਬਾਕੀ ਜੇ ਆਪਾਂ ਇੱਥੇ ਫਸੇ ਹੋਏ ਹਾਂ, ਜੋ ਕੁਛ ਆਖਣਾ ਹੈ ਦੇਖ ਕੇ ਬੋਲਣਾ ਚੱਲਣਾ ਜੀਵਨ ਮੌਤ, ਇਹ ਸਾਰੀ ਦੀ ਸਾਰੀ ਕਹਿੰਦੇ ਆ ਫਿਰ ਆਪਾਂ ਮੈਟਰ ਦੇ ਨਾਲ ਜੁੜੇ ਹੋਏ ਹਾਂ, ਧਾਤ ਦੇ ਨਾਲ ਜੁੜੇ ਹੋਏ ਹਾਂ। ਇਹ ਜੋ ਕੁਛ ਵੀ ਹੈਗਾ ਇਹ ਮਾਇਆ ਹੈਗੀ ਭਾਈ। ਫਿਰ ਆਪਾਂ ਮਾਇਆ ਦੇ ਨਾਲ ਵੀ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ। ਹੁਕਮ ਸਾਜ ਹੁਕਮਾਂ ਵਿੱਚ ਰੱਖੈ ਨਾਨਕ ਸੱਚਾ ਆਪ। ਇਸ ਤਰੀਕੇ ਦੇ ਨਾਲ ਮਾਲਕ ਨੇ ਮਾਇਆ ਵੀ ਬਣਾਈ ਆ ਔਰ ਜਿਹੜਾ ਹੈਗਾ ਆਪ ਵੀ ਹੈਗਾ ਸੰਸਾਰ ਦੇ ਵਿੱਚ। ਹੁਕਮ ਦੇ ਨਾਲ ਇਹ ਸਾਰੀ ਦੀ ਸਾਰੀ ਸਾਜਣਾ ਕੀਤੀ ਹੋਈ ਹੈ ਮਾਲਕ ਨੇ, ਔਰ ਹੁਕਮ ਦੇ ਵਿੱਚ ਹੀ ਰੱਖਦਾ ਹੈ ਮਾਲਕ ਪਰਮਾਤਮਾ। ਉਹਦਾ ਹੁਕਮ ਜਿਹੜਾ ਹੈਗਾ ਮਾਲਕ ਪਰਮਾਤਮਾ ਦਾ ਉਹਨੂੰ ਉਹਦੇ ਅਧੀਨ ਹੀ ਆਪਾਂ ਨੂੰ ਕੰਮ ਕਰਨਾ ਪਊਗਾ। ਔਰ ਹੁਕਮ ਸਾਜ ਹੁਕਮਾਂ ਵਿੱਚ ਰੱਖੇ ਨਾਨਕ ਸੱਚਾ ਆਪ। ਉਹ ਮਾਲਕ ਪਰਮਾਤਮਾ ਸੱਚਾ ਹੈਗਾ, ਹਮੇਸ਼ਾ ਰਹਿਣ ਵਾਲਾ ਹੈਗਾ। ਜੇ ਆਪਾਂ ਚਾਹੁੰਦੇ ਹਾਂ ਆਪਾਂ ਵੀ ਸੱਚ ਦੇ ਨਾਲ ਜੁੜਨਾ ਪਊਗਾ ਭਾਈ, ਤੇ ਤਾਂ ਹੀ ਆਪਾਂ ਜਿਹੜੇ ਹੈਗੇ ਇਸ ਖੇਡ ਚੋਂ ਨਿਕਲ ਸਕਦੇ ਹਾਂ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਜਾਂ ਤੂੰ ਦੇਖੋ ਪਰਮਾਤਮਾ, ਹਾਂਜੀ ਜਾਂ ਤੂੰ ਵੱਡਾ ਸਭ ਵਡਿਆਈਆਂ, ਚੰਗੇ ਚੰਗਾ ਹੋਈ। ਮਾਲਕ ਵੱਡਾ ਆ, ਸਾਰੀਆਂ ਵਡਿਆਈਆਂ ਉਹਦੇ ਕੋਲੋਂ ਹੈਗੀਆਂ ਭਾਈ। ਉਹ ਵੱਡੇ ਨੇ ਵੱਡੇ ਕੰਮ ਕਰਨੇ ਆ, ਚੰਗੇ ਨੇ ਚੰਗੇ ਤੋਂ ਚੰਗਿਆਈ ਪੈਦਾ ਹੋਣੀ ਹੈ। ਹਾਂਜੀ ਵੀਰ ਜੀ। ਹਾਂਜੀ ਵਡਿਆਈਆਂ ਜੀ ਉਹ ਆਪ ਹੀ ਦਿੰਦਾ ਜੀ। ਬੰਦਾ ਤੇ ਕਹਿੰਦਾ ਹੈ ਕਿ ਮੈਂ ਕੀਤਾ ਜੀ, ਹੁਣ ਬੰਦੇ ਦੇ ਪੱਲੇ ਕੁਝ ਨਹੀਂ ਹੈ, ਬੰਦਾ ਝੂਠ ਬੋਲਦਾ, ਬੇਸ਼ਰਮ ਆਦਮੀ ਹੈ। ਇਹ ਲੈ ਕੇ ਨਾ ਬਾਣੀ ਕਹਿੰਦੀ ਹੈ, ਅਸੰਖ ਚੋਰ ਹਰਾਮ ਖੋਰ ਅਸੰਖ ਗਲ ਵੱਡੇ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ। ਮੁੱਕਰ ਜਾਂਦੇ ਨੇ ਅਸੰਖ, ਲੈ ਕੇ ਮੁੱਕਰ ਜਾਂਦੇ ਨੇ, ਕਹਿੰਦੇ ਅਸੀਂ ਨਹੀਂ ਲਿਆ। ਕੀ ਕਰ ਲੋਗੇ? ਚੋਰ ਨੇ, ਹਰਾਮ ਖੋਰ ਨੇ, ਐਸੇ ਬਾਣੀ ਚ ਲਿਖਿਆ। ਅਸੰਖ ਕਿਹਾ ਹੈ, ਉਹਨਾਂ ਨੂੰ ਪਤਾ ਨਹੀਂ ਕਿੱਦਾਂ ਪਤਾ ਸੀ ਇੱਥੇ ਨੇ ਲੋਕ ਰਹਿੰਦੇ ਪਏ ਨੇ। ਇੱਕ ਦੋ ਮੇਰੇ ਵਰਗੇ ਨੂੰ ਪੁੱਛੋ ਅੰਮ੍ਰਿਤਸਰ ਚ, ਮੈਂ ਕਹੂੰਗਾ ਕਿ ਬਈ ਇੰਨੇ ਹੋਣਗੇ 10-15 ਲੱਖ। ਉਹ ਬਾਣੀ ਚ ਕਹਿੰਦੇ ਅਸੰਖ, ਗਿਣਤੀ ਤੋਂ ਰਹਿਤ। ਤੇ ਉਹ ਕਹਿੰਦੇ ਏਦਾਂ ਦੇ ਲੋਕ ਵੀ ਹੈਗੇ। ਬਾਕੀ ਤੁਸੀਂ ਪਰਮਾਤਮਾ ਕੋਲ ਚੰਗਿਆਈ ਮੰਗ ਲਓ, ਤੁਹਾਨੂੰ ਚੰਗਿਆਈ ਮਿਲ ਜੇਗੀ। ਜੇ ਕੂੜਾ ਮੰਗੋਗੇ, ਕੂੜ ਮੰਗੋ, ਤੁਹਾਨੂੰ ਕੂੜਾ ਮਿਲ ਜੇਗਾ। ਆਖਣ ਵੇਖਣਾ, ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ। ਆਹ ਸਾਰਾ ਜਿਹੜਾ ਹੈਗਾ ਮੈਟਰ ਹੈਗਾ ਭਾਈ। ਇਹ ਜਿਹੜਾ ਹੈਗਾ ਸਾਰਾ ਦਾ ਸਾਰਾ ਭੂਲ ਭੁਲਈਆ ਹੈਗਾ, ਇਹ ਮਾਇਆ ਹੈਗੀ ਆ, ਇਹ ਮਾਲਕ ਪਰਮਾਤਮਾ ਨੇ ਬਣਾਈ ਹੋਈ ਆ। ਇਹੀ ਗੇਮ ਹੈ ਮਾਲਕ ਪਰਮਾਤਮਾ ਦੀ। ਹੁਕਮ ਸਾਜ ਹੁਕਮਾਂ ਵਿੱਚ ਰੱਖੇ, ਹੁਕਮ ਦੇ ਨਾਲ ਸਾਰੀ ਦੀ ਸਾਰੀ ਇਹ ਸਾਰੀ ਸ੍ਰਿਸ਼ਟੀ ਮਾਲਕ ਨੇ ਸਾਜੀ ਹੋਈ ਆ, ਔਰ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਦੇ ਵਿੱਚ ਆ। ਪੂਰੀ ਸ੍ਰਿਸ਼ਟੀ ਨੂੰ ਕੰਟਰੋਲ ਕਰ ਰਿਹਾ ਨਾਨਕ ਸੱਚਾ ਆਪ। ਉਹ ਸੱਚਾ ਹੈਗਾ, ਤੇ ਜਿਹੜਾ ਉਹ ਸੱਚੇ ਦੇ ਨਾਲ ਜੁੜਦਾ ਹੈ ਉਹ ਸੱਚਾ ਹੋ ਜਾਂਦਾ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਕਹਿੰਦੇ ਹੁਕਮ ਅੰਦਰ ਸਭ ਕੋ ਤੇ ਬਾਹਰ ਹੁਕਮ ਨਾ ਕੋਏ। ਬਾਣੀ ਇੱਥੇ ਉਹ ਕਹਿ ਰਹੀ ਹੈ ਕਿ ਹੁਕਮ ਦੇ ਅੰਦਰ ਹੈ, ਤੇ ਹੁਕਮ ਦੇ ਅੰਦਰ ਕੀ ਹੈ? ਉਹ ਆਪ ਸੱਚਾ ਹੈ। ਹਾਂ, ਤੇ ਜਿਹੜਾ ਹੁਕਮ ਦੇ ਚੱਲੂਗਾ ਉਹ ਵੀ ਸੱਚਾ ਹੋ ਜਾਊਗਾ। ਬਿਲਕੁਲ ਸੱਚਾ ਹੋ ਜਾਏਗਾ। ਉਹ ਕਿਉਂ ਚੱਲੂਗਾ? ਕਿਉਂਕਿ ਉਹਨੇ ਆਪਣੀ ਮੱਤ ਦਾ ਤਿਆਗ ਕਰ ਦਿੱਤਾ ਹੈ। ਹੁਣ ਨਹੀਂ ਉਹ ਆਪਣੀ ਮੱਤ ਦਾ ਇਸਤੇਮਾਲ ਕਰਦਾ। ਹੁਣ ਉਹ ਕਹਿੰਦਾ ਕਿ ਜੋ ਬਾਣੀ ਕਹਿ ਰਹੀ ਸੱਚ ਤੇ ਚੱਲਣਾ, ਤੇ ਮੈਂ ਸੱਚ ਤੇ ਚੱਲੂ। ਅੰਦਰ ਆਵਾਜ਼ ਆ ਰਹੀ ਹੈ ਕਿ ਏਦਾਂ ਕਰ ਓਦਾਂ ਕਰ। ਉਹ ਕਹਿੰਦਾ ਮੈਂ ਨੀ ਤੇਰੀ ਭਾਸ਼ਾ ਸੁਣਦਾ, ਮੈਂ ਤੇ ਹੁਣ ਸੱਚ ਤੇ ਚੱਲੂ, ਜੋ ਮਰਜ਼ੀ ਹੋ ਜੇ। ਔਰ ਜੇ ਤੁਸੀਂ ਸੱਚ ਤੇ ਚੱਲਿਆ ਤੇ ਆਟੋਮੈਟਿਕਲੀ ਸੱਚ ਕੀ ਚਾਹੁੰਦਾ ਹੈ? ਆਪ ਸੋਚਦੇ ਕੋਈ ਸੱਚ ਚਾਹੁੰਦਾ ਕਿ ਇੱਥੇ ਧਰਤੀ ਤੇ ਗੰਦ ਮੱਚ ਜੇ, ਝੂਠ ਹੀ ਝੂਠ ਹੋ ਜੇ? ਨਹੀਂ, ਬੇਸ਼ੱਕ ਪਰਮਾਤਮਾ ਨੇ ਮਾਇਆ ਰਚੀ ਹੈ, ਫਿਰ ਵੀ ਪਰਮਾਤਮਾ ਦੀ ਇੱਛਾ ਹੈਗੀ ਹੈ ਇੱਥੇ ਸੱਚਾਈ ਕਾਇਮ ਰਵੇ ਧਰਤੀ ਤੇ, ਸਭ ਕੁਝ ਡੁੱਬ ਨਾ ਜਾਵੇ। ਇੰਨੇ ਚ ਸਭ ਸੱਚ ਜੇ। ਬਿਲਕੁਲ। ਪਰਮਾਤਮਾ ਕਿਤੇ ਨਹੀਂ ਚਾਹੁੰਦਾ ਕਿ ਇੱਥੇ ਇਹ ਸਿਸਟਮ ਹੀ ਖਰਾਬ ਹੋ ਜਾਏ। ਪਰਮਾਤਮਾ ਚਾਹੁੰਦਾ ਹੈ ਕਿ ਵੱਧ ਤੋਂ ਵੱਧ ਸੱਚ ਆਵੇ,
ਉਹਦੀ ਇਹ ਇੱਛਾ ਕਿ ਮੇਰੇ ਵਰਗਾ ਕੋਈ ਬੰਦਾ ਪੈਦਾ ਹੋਵੇ। ਮੇਰੇ ਵਰਗਾ ਮਤਲਬ ਕਿਹੜਾ? ਜਿਹੜਾ ਸੱਚ ਤੇ ਚੱਲੇ, ਇਹਦੇ ਜੀਵਨ 'ਚ ਧਰਮ ਹੋਵੇ। ਇਹ ਥੋੜੀ ਕਿ ਮੇਰੇ ਵਰਗਾ ਮਤਲਬ ਪਾਠ ਪੜ੍ਹ ਕੇ ਤੇ ਸੌਂ ਜਾਏ, ਮੁੜ ਕੇ ਜੋ ਮਰਜ਼ੀ ਕਰੀ ਜਾਵੇ। ਪਾਠ ਪੜ੍ਹਨ ਵਾਲਾ ਨਹੀਂ, ਸੱਚ ਦੇ ਉੱਤੇ ਚੱਲਣ ਵਾਲਾ, ਸੱਚ ਜ਼ਿੰਦਗੀ 'ਚ ਜਿਹਦੇ 'ਚ ਹੈਗਾ, ਉਹੀ ਬੰਦਾ ਪਰਮਾਤਮਾ ਨੂੰ ਚੰਗਾ ਲੱਗਦਾ ਜੀ। ਅੱਗੇ ਚਲੀਏ ਨਜ਼ਰ ਸਾਹਿਬ। ਅੱਗੇ ਜਿਹੜਾ ਸੱਚ ਹੈ, ਹਾਂਜੀ, ਰਿਜ਼ਲਟ ਆ ਗਿਆ ਜੀ। ਅੱਗੇ ਦੇਖੋ ਪੌੜੀ ਇਹਦੇ ਵਿੱਚ ਮਹਾਰਾਜ ਦੱਸ ਰਹੇ ਆ ਭਾਈ, ਹੁਣ ਦੇਖੋ ਐਕਸ਼ਨ ਕੀ ਹੈਗੀ, ਕਰਨਾ ਕੀ ਹੈਗਾ। ਔਰ ਪੂਰਾ ਦਾ ਪੂਰਾ ਦੱਸ ਦਿੱਤਾ, ਸੱਚ ਔਰ ਝੂਠ ਪੂਰਾ ਦਾ ਪੂਰਾ ਪਿਆ ਹੋਇਆ ਹੈ। ਇਹ ਮਾਇਆ, ਇਹ ਜਿਹੜਾ ਹੈਗਾ ਭਰਮ ਹੈਗਾ, ਜੋ ਮਾਲਕ ਨੇ ਜਿਹੜਾ ਜੋ ਦਿਸ ਰਿਹਾ ਹੈ ਆਕਾਰ, ਜੋ ਮਾਲਕ ਨੇ ਪਾਇਆ, ਸ੍ਰਿਸ਼ਟੀ ਜਿਹੜੀ ਬਣਾਈ ਹੋਈ ਹੈ। ਪੌੜੀ ਸਤਿਗੁਰ ਸੇਵ ਨਿਸੰਗ, ਕਹਿੰਦੇ ਬੇਫਿਕਰ ਹੋ ਜਾ ਪਿਆਰਿਆ। ਪਹਿਲੀ ਗੱਲ, ਜੇ ਤੂੰ ਗੁਰੂ ਦੇ ਅਨੁਸਾਰ ਕਾਰਵਾਈ ਕਰਨ ਲੱਗ ਗਿਆ, ਐਕਸ਼ਨ ਕਰਨ ਲੱਗ ਪਿਆ ਆ, ਜੇ ਤੂੰ ਸੇਵਾ ਕਰਨ ਲੱਗ ਪਿਆ ਜੋ ਗੁਰੂ ਕਹਿ ਰਹੇ ਆ, ਜੇ ਤੂੰ ਸੱਚ ਦੇ ਨਾਲ ਜੁੜਨ ਲੱਗ ਪਿਆ, ਬੇਫਿਕਰ ਹੋ ਜਾ। ਤੇਰੇ ਸਾਰੇ ਸੰਸਕਾਰ ਮਿਟ ਜਾਣਗੇ। ਤੇਰੇ ਅੰਦਰੋਂ ਜਿਹੜੀ ਹੈਗੀ ਤੇ ਇਹੀ ਝਾੜੂ ਹੈਗਾ, ਇਹਦੇ ਨਾਲ ਤੇਰੇ ਅੰਦਰ ਸਾਰੀ ਸਫਾਈ ਹੋ ਜਾਣੀ ਹੈ। ਸਤਿਗੁਰ ਸੇਵ ਨਿਸੰਗ ਭਰਮ ਚੁਕਾਈਏ, ਇਹ ਮਾਇਆ ਦਾ ਭਰਮ ਕਹਿੰਦੇ ਚੁੱਕ ਜਾਣਾ ਹੈ। ਐਸੇ ਤਰੀਕੇ ਨਾਲ ਚੁੱਕਣਾ ਹੈ, ਧਿਆਨ ਸਿਮਰਨ ਦੇ ਨਾਲ ਤੇਰੇ ਅੰਦਰ ਪਾਵਰ ਆ ਜਾਣੀ ਹੈ ਤੇਰੇ ਮਨ ਦੀ। ਉਹਨੇ ਫੋਕਸ ਹੋ ਜਾਣਾ ਇੱਕ ਪੁਆਇੰਟ ਦੇ ਉੱਤੇ। ਉਹ ਮਨ ਨੇ ਮਨ ਨੂੰ ਜਿੱਤ ਲੈਣਾ ਹੈ। ਸਤਿਗੁਰ ਆਖੇ ਕਾਰ ਸੋ ਕਾਰ ਕਮਾਈਏ। ਆ ਦੇਖੋ ਕੀ ਕਹਿ ਰਹੇ ਭਾਈ, ਕਹਿੰਦੇ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਇਹ ਪਹਿਲੀ ਪਾਤਸ਼ਾਹੀ ਕਹਿ ਰਹੀ ਹੈ। ਕਹਿੰਦੇ ਜੋ ਗੁਰੂ ਕਹਿ ਰਹੇ ਉਹ ਕੰਮ ਕਰ ਪਿਆਰਿਆ। ਤੂੰ ਗੁਰੂ ਦੀ ਸਾਖੀਆਂ, ਗੁਰੂ ਦੀ ਕਰਨੀ, ਉਹ ਕਾਹਦੇ ਲਈ ਦੌੜ ਰਿਹਾ ਵੀ ਗੁਰੂ ਨੇ ਕੀ ਕੀਤਾ ਸੀਗਾ, ਕਾਹਦੇ ਵਾਸਤੇ ਭਾਈ। ਤੂੰ ਜੋ ਕਹਿ ਰਿਹਾ, ਗੁਰੂ ਜੋ ਗਿਆਨ ਕਹਿ ਰਹੇ ਆ, ਉਹ ਤਾਂ ਕਰਦੇ ਨਹੀਂ ਆ। ਦੇਖੋ ਕੋਈ ਵੀ ਜਿਹੜਾ ਹੈਗਾ ਗੁਰੂ ਨਾਨਕ ਸਾਹਿਬ ਦਾ ਜਾਂ ਕਿਸੇ ਵੀ ਪਾਤਸ਼ਾਹੀ ਦਾ ਜਿਹੜਾ ਜਨਮ ਦਿਹਾੜਾ ਮਨਾਉਂਦੇ ਆ ਆਪਾਂ, ਤੇ ਬਸ ਸਾਖੀਆਂ ਸ਼ੁਰੂ ਕਰ ਦਿੰਦੇ ਆਪਾਂ। ਉਹਨਾਂ ਦੀ ਬਾਣੀ ਤਾਂ ਉਹ ਬਾਣੀ ਤਾਂ ਕੋਈ ਪੜ੍ਹਦਾ ਹੀ ਨਹੀਂ ਹੈ ਭਾਈ, ਉਹਦਾ ਕੀਰਤਨ ਕੋਈ ਕਰਦਾ ਹੀ ਨਹੀਂ ਹੈ, ਉਹਨਾਂ ਦੀ ਬਾਣੀ ਨੂੰ ਕੋਈ ਵਿਚਾਰਦਾ ਹੀ ਨਹੀਂ ਹੈ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਕਹਿੰਦੇ ਕਰਨੀ ਕਿਉਂ? ਉਹਦੇ ਨਾਲ ਕਰਨੀ ਨਾਲ ਆਪਾਂ ਨੂੰ ਨਿੱਘ ਕੀ ਆ ਜਾਣਾ ਹੈ ਭਾਈ। ਆਪਾਂ ਨੂੰ ਨਿੱਘ ਤਾਂ ਉਹਦੇ ਨਾਲ ਆਉਣਾ ਜੋ ਗੁਰੂ ਕੰਮ ਕਰਨ ਨੂੰ ਕਹਿ ਰਿਹਾ ਆਪਾਂ ਨੂੰ, ਜਿਹਦੇ ਨਾਲ, ਜਿਹੜੇ ਕੰਮ ਦੇ ਨਾਲ ਉਹ ਗੁਰੂ ਬਣੇ ਹੈਗੇ ਆ। ਸਤਿਗੁਰ ਸੇਵ ਨਿਸੰਗ ਭਰਮ ਚੁਕਾਈਏ, ਸਤਿਗੁਰ ਆਖੇ ਕਾਰ ਸੋ ਕਾਰ ਕਮਾਈਏ। ਉਹ ਕਾਰ ਕਮਾਉਣੀ ਪੈਣੀ ਆ ਭਾਈ। ਇਹ ਪਹਿਲੀ ਪਾਤਸ਼ਾਹੀ ਕਹਿ ਰਹੀ ਹੈ ਆਪਾਂ ਨੂੰ, ਜੋ ਸਤਿਗੁਰੂ ਕੰਮ ਕਰਨ ਨੂੰ ਕਹਿ ਰਿਹਾ, ਆਖ ਰਿਹਾ ਕਾਰ ਕਰਨ ਨੂੰ, ਉਹ ਕਾਰ ਕਮਾਉਣੀ ਪੈਣੀ ਹੈ। ਕਮਾਈਏ ਆਪਾਂ। ਸਤਿਗੁਰ ਹੋਏ ਦਿਆਲ ਤਾਂ ਨਾਮ ਤੇ ਆਈਏ। ਆਲੋ ਕਾਰ ਵੀ ਆ ਗਈ ਨਾਲ ਦੀ ਨਾਲ। ਸਤਿਗੁਰੂ ਦਿਆਲ ਹੋ ਗਿਆ ਜਿਹਦੇ ਤੇ ਜਿਹੜਾ ਨਾਮ ਧਿਆਨ ਸਿਮਰਨ ਕਰਨ ਲੱਗ ਪਿਆ, ਤੇ ਸਮਝ ਲਓ ਭਾਈ ਤੇ ਉਹਦੇ ਉੱਤੇ ਦਿਆਲ ਹੈ ਸਤਿਗੁਰੂ। ਲਾਹਾ ਭਗਤ ਸੋ ਸਾਰ ਗੁਰਮੁਖੇ ਪਾਈਏ। ਕਹਿੰਦੇ ਭਗਤੀ ਹੀ ਲਾਹਾ ਹੈਗੀ, ਇਸ ਸਾਰ ਤੱਤ ਵਸਤੂ ਭਗਤੀ ਹੈਗੀ। ਉਹਦੇ ਨਾਲ ਹੀ ਆਪਾਂ ਸੱਚ ਦੇ ਨਾਲ ਆਪਾਂ ਸੱਚੇ ਹੋ ਸਕਦੇ ਹਾਂ, ਕਿਉਂਕਿ ਝੂਠ ਦੀ ਪਕੜ ਜਨਮਾਂ ਜਨਮਾਂ ਤੋਂ ਮੈਲ ਲੱਗੀ ਹੋਈ ਆ, ਜਨਮਾਂ ਜਨਮਾਂ ਦੇ ਸੰਸਕਾਰ ਬਣੇ ਹੋਏ ਆ, ਕਾਰਨਸ਼ੀਲ ਇੰਨਾ ਵਧਿਆ ਹੋਇਆ। ਇਹ ਕਿਵੇਂ ਜਾਏਗਾ ਭਾਈ? ਲਾਹਾ ਭਗਤ ਸੋ ਸਾਰ ਗੁਰਮੁਖੇ ਪਾਈਏ। ਗੁਰੂ ਕੋਲੋਂ ਮਿਲਣਾ ਹੈ ਭਾਈ, ਬ੍ਰਹਮ ਗਿਆਨੀਆਂ ਕੋਲੋਂ ਆ ਭਗਤੀ ਦੀ ਜੁਗਤੀ ਲੱਭਣੀ ਹੈ। ਅੱਗੇ ਜਿਹੜੇ ਨਹੀਂ ਮੰਨਦੇ, ਮਨਮੁਖੇ ਕੂੜ ਗੁਬਾਰ ਕੂੜ ਕਮਾਈਏ। ਕਹਿੰਦੇ ਫਿਰ ਉਹ ਕੂੜ ਦੀ ਕਮਾਈ ਕਰ ਰਹੇ ਆ, ਮਨ ਦੇ ਪਿੱਛੇ ਚੱਲ ਰਹੇ ਆ, ਤੇ ਗੁਬਾਰ ਆ ਮਾਇਆ ਹੈਗੀ, ਝੂਠ ਹੈਗਾ ਭਾਈ। ਮਨਮੁਖੇ ਕੂੜ ਗੁਬਾਰ, ਪੂਰਾ ਗੁਬਾਰ ਚੜਿਆ, ਉਹਨੂੰ ਸੱਚ ਦਾ ਪਤਾ ਹੀ ਨਹੀਂ ਹੈਗਾ, ਤੇ ਕੂੜ ਦੀ ਕਮਾਈ ਕਰ ਰਿਹਾ ਹੈ। ਸੱਚੇ ਦੇ ਦਰ ਜਾਏ ਸੱਚ ਚਮਾਈਏ। ਕਹਿੰਦੇ ਜੇ ਸੱਚੇ ਦੇ ਦਰ ਤੇ ਪਹੁੰਚਣਾ ਹੈਗਾ ਭਾਈ, ਤੇ ਸੱਚ ਨੂੰ ਚਾਉਣਾ ਪੈਣਾ ਹੈ। ਜਿਵੇਂ ਆਪਾਂ ਕੋਈ ਚੀਜ਼ ਬਹੁਤ ਹੀ ਸੋਹਣੀ ਸਵਾਦਲੀ ਚੀਜ਼ ਨੂੰ ਆਪਾਂ ਕਿਵੇਂ ਚਬਾ ਕੇ ਖਾਂਦੇ ਹਾਂ, ਇਸ ਤਰੀਕੇ ਦੇ ਨਾਲ ਪਿਆਰ ਦੇ ਨਾਲ ਭਗਤੀ ਕਰਨੀ ਪੈਣੀ ਹੈ। ਸੱਚੇ ਅੰਦਰੇ ਮਹਿਲ ਸੱਚੇ ਬੁਲਾਈਏ। ਕਹਿੰਦੇ ਆਹੀ ਤਰੀਕਾ ਹੈ ਮਾਲਕ ਪਰਮਾਤਮਾ ਦੇ ਮਹਿਲ ਦੇ ਵਿੱਚ ਜਾਣਾ, ਆਪਣੇ ਅੰਦਰ ਵੜਨਾ ਹੈ। ਇਹ ਸੱਚ ਦੇ ਨਾਲ ਹੀ ਤੈਨੂੰ ਪੁਕਾਰ ਪੈਣੀ ਆ। ਤੇਰੇ ਅੰਦਰ ਉਹ ਮਾਲਕ ਪਰਮਾਤਮਾ ਨੇ ਪ੍ਰਗਟ ਹੋਣਾ ਹੈ। ਤੇਰੇ ਅੰਦਰ ਹੀ ਮਹਿਲ ਹੈਗਾ ਸੱਚੇ ਦਾ। ਸੱਚੇ ਅੰਦਰੇ ਮਹਿਲ ਸੱਚੇ ਬੁਲਾਈਏ, ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਏ। ਕਹਿੰਦੇ ਸੱਚ ਹਮੇਸ਼ਾ, ਸਚਿਆਰ ਦਾ ਮਤਲਬ ਹੁੰਦਾ ਆ ਬਈ ਸੱਚਾ ਸੌਦਾ ਕਰਨ ਵਾਲਾ, ਸੱਚੀ ਕਮਾਈ ਕਰਨ ਵਾਲਾ। ਜਿਹੜਾ ਸਚਿਆਰ ਹੈਗਾ ਉਹ ਸੱਚ ਦੀ ਕਮਾਈ ਕਰ ਰਿਹਾ ਹੈ ਭਾਈ। ਇਸੇ ਦੇ ਨਾਲ ਸੱਚ ਦੇ ਦੁਆਰਾ ਹੀ ਉਹ ਮਾਲਕ ਪਰਮਾਤਮਾ ਦੇ ਵਿੱਚ ਸਮਾਇਆ ਜਾਏਗਾ। ਹਾਂਜੀ ਵੀਰ ਜੀ।
ਹਾਂਜੀ ਠੀਕ ਹੈ ਜੀ। ਸਭ ਤੋਂ ਪਹਿਲਾਂ ਤੇ ਕਹਿੰਦੇ ਕਿ ਸੱਚ ਦੀ ਕਮਾਈ ਕਰੋ। ਹਾਂ, ਔਰ ਸੱਚ ਦਾ ਪਤਾ, ਕੂੜ ਦਾ ਗੁਬਾਰ ਵੀ ਚੜਿਆ। ਹਾਂਜੀ, ਸੱਚ ਦਾ ਪਤਾ ਲੱਗਣਾ ਹੈ ਭਾਈ ਬ੍ਰਹਮ ਗਿਆਨ ਤੋਂ, ਇਹ ਵੀ ਹੈਗਾ। ਹਾਂ, ਪਹਿਲੀ ਗੱਲ ਤੇ ਉਹ ਕਹਿੰਦੇ ਕਿ ਬ੍ਰਹਮ ਗਿਆਨੀ ਕਹਿੰਦੇ ਕਿ ਪਹਿਲਾਂ ਸੱਚ ਦੀ ਕਮਾਈ ਕਰੋ, ਕਿ ਜ਼ਿੰਦਗੀ ਸੱਚ ਲੈ ਕੇ ਆਓ, ਸ਼ੁਰੂਆਤ ਇੱਥੋਂ ਕਰੋ। ਠੀਕ ਹੈ ਜੀ, ਬਿਲਕੁਲ। ਤੇ ਫਿਰ ਕਹਿੰਦੇ ਸਤਿਗੁਰ ਸੇਵ ਨਿਸੰਗ ਭਰਮ ਚੁਕਾਈਏ। ਕਹਿੰਦੇ ਕਿ ਜੇ ਤੂੰ ਪ੍ਰਮਾਤਮਾ ਦੀ ਬੰਦਗੀ ਕਰੇਗਾ, ਜਦੋਂ ਤੈਨੂੰ ਗੁਰਮੁਖ ਸਮਝਾਉਣਗੇ ਤੇ ਸਾਰੇ ਭਰਮ ਜਿਹੜੇ ਉੱਤੇ ਪਹਿਲੇ ਭਰਮ ਜਿਹੜੇ ਕਰਮ ਕਾਂਡ ਸਭ ਚੁੱਕੇ ਜਾਣਗੇ। ਬਿਲਕੁਲ ਚੁੱਕੇ ਜਾਣਗੇ, ਕਿਉਂਕਿ ਤੇਰਾ ਰਸਤਾ ਹੀ ਬਦਲਤਾ ਨਾ। ਤੂੰ ਸੱਜੇ ਬੰਨੇ ਜਾਣਾ ਸੀ, ਤੂੰ ਖੱਬੇ ਬੰਨੇ ਜਾ ਰਿਹਾ ਸੀ, ਉਹਨਾਂ ਨੇ ਕਿਹਾ ਸੱਜੇ ਬੰਨੇ ਤੁਰ ਪਾ, ਤੇ ਭਰਮ ਦੇ ਖੱਬੇ ਬੰਨੇ ਸੀ ਨਾ, ਸੱਜੇ ਬੰਨੇ ਥੋੜੀ ਕੋਈ ਭਰਮ ਹੈਗਾ ਵਾ। ਬਿਲਕੁਲ ਠੀਕ ਹੈ ਜੀ, ਏਦਾਂ ਚੁੱਕੇ ਜਾਣੇ ਆ। ਫਿਰ ਕਹਿੰਦੇ ਆ ਨਾਮ ਤੇ ਆਈਏ। ਫਿਰ ਕਹਿੰਦੇ ਕਿ ਫਿਰ ਦਿਆਲ ਹੋ ਜਾਣਗੇ ਜਦੋਂ ਤੇਰੀਆਂ ਜਿਹੜੀਆਂ ਕਾਰਵਾਈਆਂ ਸਹੀ ਹੋ ਗਈਆਂ, ਤੇ ਫਿਰ ਉਹ ਕੀ ਕਰਨਗੇ? ਗੁਰੂ ਨਾਨਕ ਪਾਤਸ਼ਾਹ ਵਰਗੇ ਫਿਰ ਸਾਨੂੰ ਗਿਆਨ ਕਰਦੇ ਕਿ ਵੀ ਭਗਤੀ ਕਰੋ। ਹੁਣ ਤੁਸੀਂ ਕਰਮ ਤੁਹਾਡੇ ਸਹੀ ਹੋ ਗਏ ਆ ਥੋੜੇ ਬਹੁਤੇ, ਅੰਦਰੋਂ ਭਾਵੇਂ ਆਵਾਜ਼ ਜਿਹੜੀ ਮਰਜ਼ੀ ਆ ਰਹੀ ਆ, ਪਰ ਤੁਸੀਂ ਗੱਡੀ ਨੂੰ ਸਹੀ ਤਰੀਕੇ ਤੇ ਲੈ ਕੇ ਜਾਣਾ। ਇਹ ਨਿਜਰ ਸਾਹਿਬ ਇੰਨਾ ਆਪਾਂ ਕਰ ਸਕਦੇ ਹਾਂ। ਬੇਸ਼ੱਕ ਅੰਦਰੋਂ ਕਾਮ ਦੇ ਪ੍ਰਤੀ ਕੋਈ ਮਾੜਾ ਵਿਚਾਰ ਆ ਗਿਆ, ਪਰ ਅਸੀਂ ਆਪਣੇ ਸੰਜਮ 'ਚ ਰਹਿ ਕੇ ਅਸੀਂ ਮਾਰਗ ਤੋਂ ਭਟਕਣਾ ਨਹੀਂ ਆ। ਬਿਲਕੁਲ, ਇਹੀ ਲਾਹਾ ਹੈਗਾ। ਦੇਖੋ, ਲਾਹਾ ਭਗਤ ਸੋ ਸਾਰ, ਇਹੀ ਲਾਹਾ ਹੈ, ਲਾਭ ਇਹੀ ਹੈਗਾ, ਭਗਤੀ ਇਹੀ ਹੈਗੀ ਭਾਈ। ਗੁਰਮੁਖੇ ਪਾਈ, ਗੁਰੂ ਦੇ ਰਾਹੀਂ ਬ੍ਰਹਮ ਗਿਆਨੀਆਂ ਤੋਂ ਮਿਲਦੀ ਹੈ ਭਾਈ। ਹਾਂਜੀ ਵੀਰ, ਠੀਕ ਹੈ ਜੀ। ਫਿਰ ਕਹਿੰਦੇ ਮਨਮੁਖ ਕੂੜ ਗੁਬਾਰ ਕੂੜ ਕਮਾਏ। ਜੇ ਮਨਮੁਖ ਮੂਰਖ ਹੁੰਦੇ ਆ, ਉਹ ਕਹਿੰਦੇ ਕੂੜ ਦਾ ਹੀ ਉਹਨਾਂ ਨੂੰ ਗੁਬਾਰ ਚੜਿਆ ਹੁੰਦਾ, ਤੇ ਕੂੜ ਹੀ ਕਮਾਈ ਕਰੀ ਜਾਂਦੇ, ਨਹੀਂ ਵੇਂਦੇ। ਉਹ ਨਹੀਂ ਵੇਂਦੇ ਧਰਮ ਕੀ ਆ, ਉਹ ਕਹਿੰਦੇ ਸਾਈਡ ਤੇ ਕਰੋ। ਕਹਿੰਦੇ ਸੱਚੇ ਦੇ ਦਰਿਆ ਜਾਈਏ, ਸੱਚ ਚਵਾਈਏ। ਜੇ ਸੱਚੇ ਦੇ ਦਰ ਤੇ ਜਾਣਾ ਹੈ ਭਾਈ, ਤੇ ਸੱਚ ਨੂੰ ਜਿਹੜਾ ਹੈਗਾ ਪ੍ਰੇਮ ਦੇ ਨਾਲ ਜਿਹੜਾ ਹੈਗਾ ਇਹ ਧਿਆਨ ਸਿਮਰਨ ਪ੍ਰੇਮਾ ਭਗਤੀ ਕਰਨੀ ਪਊਗੀ। ਜਿਵੇਂ ਆਪਾਂ ਪ੍ਰੇਮ ਦੇ ਨਾਲ ਕੋਈ ਚੀਜ਼ ਜਿਹੜੀ ਹੈ ਬਹੁਤ ਪਸੰਦ ਹੁੰਦੀ ਆ, ਉਹਨੂੰ ਆਪਾਂ ਕਿਵੇਂ ਚਬਾ ਕੇ ਖਾਂਦੇ ਹਾਂ, ਇਸ ਤਰੀਕੇ ਦੇ ਨਾਲ ਇਹ ਸੱਚ ਨੂੰ ਚਬਾਉਣਾ ਪੈਣਾ ਹੈ ਭਾਈ। ਆਪਣੇ ਜੀਵਨ ਦੇ ਵਿੱਚ ਸੱਚ ਜਿਹੜਾ ਹੈਗਾ, ਸੱਚ ਦੀ ਕਮਾਈ ਕਰਨੀ ਪੈਣੀ ਹੈ, ਸੱਚ ਦੇ ਰਾਹ ਤੇ ਤੁਰਨਾ ਪੈਣਾ। ਹਾਂਜੀ ਵੀਰ ਜੀ। ਬਾਣੀ ਕਹਿੰਦੀ ਕਹਿੰਦੇ ਸੱਚੇ ਸੁਣਦੇ ਸੱਚੇ, ਜਿਹੜੇ ਕਹਿੰਦੇ ਸੱਚੇ ਉਹ ਵੀ ਸੱਚੇ ਹੋ ਜਾਂਦੇ ਆ। ਕਿ ਸੱਚ ਬੋਲਣਾ ਸ਼ੁਰੂ ਕਰਦਾ, ਤੁਸੀਂ ਸੱਚੇ ਹੋ ਜਾਣਾ ਵਾ। ਬਿਲਕੁਲ, ਸੱਚ 'ਚ ਬਹੁਤ ਪਾਵਰ ਹੈ। ਫਿਰ ਕਹਿੰਦੇ ਆ ਕਿ ਜਦੋਂ ਆਪਾਂ ਉਹ ਸੱਚ ਨੂੰ ਆਪਣੇ ਜੀਵਨ 'ਚ ਲਿਆਂਦਾ, ਤੇ ਸਾਡਾ ਅੰਦਰ ਆਟੋਮੈਟਿਕਲੀ ਸੱਚ ਆ ਜਾਣਾ ਵਾ। ਬਿਲਕੁਲ, ਔਰ ਨਹੀਂ ਆਉਂਦਾ ਤੇ ਭਗਤੀ ਕਰੋ। ਉਹ ਇੱਕ ਹੋਰ ਆਪਸ਼ਨ ਹੈਗਾ। ਹੁਣ ਕਈ ਕਹਿੰਦੇ ਨੇ ਕਿ ਵੀਰ ਜੀ ਮੇਰੇ ਅੰਦਰ ਜਿਹੜਾ ਵਾ ਭਰਮ ਬਹੁਤ ਆ, ਅਗਿਆਨ ਬਹੁਤ ਹੈ, ਕਾਲਖ ਬਹੁਤ ਹੈ। ਫਿਰ ਬਾਣੀ ਤੇ ਇਹੋ ਕਹਿੰਦੀ ਹੈ ਕਿ ਤੂੰ ਭਗਤੀ ਕਰਨੀ ਸ਼ੁਰੂ ਕਰ ਦੇ। ਤੇਰੇ ਅੰਦਰ ਜਿਹੜਾ ਦੀਪਕ ਬੁਝ ਗਿਆ ਸੀ, ਉਹ ਦੁਬਾਰਾ ਪ੍ਰਕਾਸ਼ਮਾਨ ਹੋ ਜਾਊਗਾ, ਔਰ ਤੈਨੂੰ ਆਪਣਾ ਰਸਤਾ ਜ਼ਰੂਰ ਦਿਖਾਈ ਦੇਵੇਗਾ। ਠੀਕ ਹੈ ਨਿਜਰ ਸਾਹਿਬ? ਬਿਲਕੁਲ ਸਹੀ ਹੈ ਗੋਰਖੀ ਸਾਹਿਬ, ਬਿਲਕੁਲ ਸਹੀ ਹੈਗਾ। ਜੇ ਕੋਈ ਕਹੇ ਨਾ ਵੀ ਜਿਹੜਾ ਬੰਦਾ ਹੁਣ ਅੰਦਰੋਂ ਜਿਹੜਾ ਸੱਚਾ ਹੈਗਾ, ਜਿਹਦੇ ਅੰਦਰ ਜਿਹੜੀ ਹੈਗੀ ਔਗੁਣ ਹੈ ਨਹੀਂ ਗੇ, ਤੇ ਉਹਨੂੰ ਭਗਤੀ ਦੀ ਲੋੜ ਕੀ ਹੈ ਗੋਰਖੀ ਸਾਹਿਬ? ਉਹਨੂੰ ਕੋਈ ਲੋੜ ਨਹੀਂ ਹੈ। ਹੁਣ ਬਿਮਾਰ ਬੰਦੇ ਨੂੰ ਦਵਾਈ ਖਾਣ ਦੀ ਲੋੜ ਆ, ਤੰਦਰੁਸਤ ਨੂੰ ਥੋੜੀ ਕੋਈ ਦਵਾਈ ਖਾਣ ਦੀ ਲੋੜ ਹੈ। ਹੁਣ ਸਾਡੇ ਵਰਗੇ ਕਹਿੰਦੇ ਕਿ ਗੋਰਿਆਂ ਕੋਲ ਚਰਚ ਘੱਟ ਨੇ, ਪਰ ਉਹਨਾਂ ਕੋਲ ਧਰਮ ਸਾਡੇ ਤੋਂ ਵੱਧ ਜੇ। ਹਜੇ ਉਹਨਾਂ ਨੂੰ ਪਤਾ ਨਹੀਂ ਆ, ਪਰ ਉਹ ਇਮਾਨਦਾਰ ਹੈਗੇ ਬਾਬਾ ਸਾਡੇ ਨਾਲੋਂ। ਬਿਲਕੁਲ ਇਮਾਨਦਾਰ ਹੈਗੇ ਜੀ। ਇੱਥੇ ਮੋਬਾਈਲ ਸੁੱਟ ਕੇ ਆਓ, ਸਾਡੇ ਪੰਜਾਬ 'ਚ ਤੁਹਾਡੇ ਬੁੱਚ ਕੱਢ ਲੈਣਾ ਅਗਲਿਆਂ ਨੇ, ਸੁੱਟਣ ਦੀ ਗੱਲ ਕਰਦੇ ਜੋ। ਬਿਲਕੁਲ, ਉੱਥੇ ਵੇਖਿਓ। ਹੁਣ ਉਧਰ ਮੈਂ ਵੇਖਣ ਡਿਆ, ਉਹ ਮਾਤਾ ਨੇ ਆਪਣੇ ਬੱਚੇ ਨੂੰ ਕਿੱਡਾ ਵਧੀਆ ਸੰਸਕਾਰ ਦਿੱਤਾ। ਉਹ ਛੋਟਾ ਜਿਹਾ ਬੱਚਾ ਸੀ, ਉਹਦੇ ਮਾਤਾ ਦੇ ਨਾਲ ਹੀ ਲੰਘ ਗਿਆ। ਮਾਂ ਨੇ ਇਹਨੂੰ ਆਵਾਜ਼ ਮਾਰੀ, ਨਹੀਂ ਪੁੱਤ ਤੂੰ ਵਾਪਸ ਜਾ। ਉਹ ਫਿਰ ਮਸ਼ੀਨ ਦੇ ਥੱਲੋਂ ਦੀ ਲੰਘ ਕੇ ਫਿਰ ਉਹਨੇ ਆਪਣਾ ਟਿਕਟ ਉੱਥੇ ਰੱਖੀ, ਫਿਰ ਉਹਦੇ ਮਗਰ ਆਇਆ। ਇਸ ਤੋਂ ਵੱਡਾ ਸਬਕ ਕੀ ਹੋਊਗਾ? ਬਿਲਕੁਲ, ਇਹ ਸਬਕ ਤੇ ਮੌਕੇ ਤੇ ਦੇਣਾ ਹੁੰਦਾ। ਸੋ ਇਹ ਗੱਲਾਂ ਹੁੰਦੀਆਂ ਨੇ। ਅੱਜ ਦੇ ਵਿਚਾਰ ਇੱਥੇ ਸਮਾਪਤ ਨੇ ਜਰਾ। ਹਾਂਜੀ ਬਿਲਕੁਲ ਸਹੀ ਹੈ ਜੀ। ਹਾਂ ਠੀਕ ਹੈ ਸਾਧ ਸੰਗਤ ਜੀ, ਗੱਲ ਇੱਥੇ ਆਪਾਂ ਕੰਪਲੀਟ ਕਰਦੇ ਹਾਂ। ਬਾਣੀ ਨੇ ਸਾਨੂੰ ਹਰ ਇੱਕ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਦੇ ਬਾਵਜੂਦ ਫੈਸਲਾ ਤੁਹਾਡਾ। ਤੁਸੀਂ ਇਸ਼ਨਾਨ ਕਰਕੇ ਬਾਣੀ ਦਾ ਪਾਠ ਪੜ੍ਹੀ ਜਾਓ, ਇਹ 'ਚ ਫੀਲਿੰਗ ਲੈ ਸਕਦੇ ਜੋ, ਜੇ ਸਿੰਗੀ ਵਜਾ ਸਕਦੇ ਜੋ, ਕਰਮ ਕਾਂਡ ਕਰ ਸਕਦੇ ਜੋ, ਉਹ ਤੁਹਾਡੀ ਮਰਜ਼ੀ ਆ। ਬਾਹਰੀ ਭੇਸ ਵੀ ਬਦਲ ਸਕਦੇ ਜੋ, ਪਰ ਬਾਣੀ ਕਹਿੰਦੀ ਹੈ ਇਹ ਇੱਕ ਜ਼ਿੰਦਗੀ ਦੀ ਆਖਰੀ ਮੰਜ਼ਿਲ ਨਹੀਂ ਹੈਗੀ। ਤੈਨੂੰ ਇਸ ਤੋਂ ਅੱਗੇ ਜਾਣਾ ਪਊਗਾ। ਅੱਗੇ ਜਾਣ ਦੇ ਲਈ ਉਹ ਫਿਰ ਕਹਿੰਦੇ ਆਖਰ ਤੇ ਭਗਤੀ। ਫਿਰ ਕਹਿੰਦੇ ਸੱਚ ਨੂੰ ਜੀਵਨ 'ਚ ਲੈ ਕੇ ਆਓ। ਜਿਵੇਂ ਤੁਸੀਂ ਸੱਚ ਨੂੰ ਹੱਥ ਪਾਇਆ ਨਾ, ਤੁਹਾਡਾ ਜੀਵਨ ਹੀ ਸੱਚ ਨਾਲ ਭਰ ਜਾਣਾ। ਨਿਜਰ ਸਾਹਿਬ ਬੜਾ ਪਾਵਰਫੁਲ ਹੈ ਉਹ। ਬਿਲਕੁਲ, ਉਹਦੇ 'ਚ ਬਹੁਤ ਖੁਸ਼ਬੂ ਹੈਗੀ ਆ ਸੱਚ ਦੇ ਵਿੱਚ। ਹਾਂ, ਔਰ ਸਾਧ ਸੰਗਤ ਜੀ ਬੁਰਾ ਨਾ ਮੰਨਿਓ ਕਿ ਫਾਰ ਨਹੀਂ ਹੈਗਾ।
ਮੈਂ ਇਹ ਚੀਜ਼ ਨੂੰ ਚੰਗੀ ਤਰ੍ਹਾਂ ਮਹਿਸੂਸ ਕੀਤਾ। ਉੱਥੇ ਫਿਰ ਮਲੀਨਤਾ ਨਹੀਂ ਰਹਿ ਜਾਂਦੀ, ਕਿਉਂਕਿ ਉੱਥੇ ਸੱਚ ਨੂੰ ਫੜ ਕੇ ਵੇਖੋ ਤੁਸੀਂ, ਫਿਰ ਮੈਨੂੰ ਕਹੋਗੇ ਹਾਂ ਚਰਨਜੀਤ ਇਹਦੇ ਜੀਵਨ ਦਾ ਸਵਾਦ ਹੀ ਵੱਖਰਾ ਹੋ ਗਿਆ। ਬੜੀ ਪਾਵਰਫੁਲ ਸੀ ਉਹ, ਬੜਾ ਆਨੰਦਮਈ ਹੈ। ਬਾਕੀ ਇਹ ਜ਼ੋਰ ਤੇ ਲੱਗਣਾ ਹੀ ਲੱਗਣਾ। ਹੁਣ ਸੱਚ ਵੱਲ ਜਾਓ ਤੇ ਤੁਸੀਂ ਕੋ ਨਜ਼ਾਰੇ ਵੀ ਲੱਗੇ ਰਹਿਣ। ਇਹ ਆ ਕਿ ਸੰਸਾਰ ਦੀ ਜਿਹੜੀ ਫਾਲਤੂ ਦੀ ਕਿਰਿਆ ਉਹ ਬੰਦ ਹੋ ਜਾਏਗੀ, ਇਕੱਲਾ ਸੱਚ ਰਹਿ ਜਾਏਗਾ। ਤੇ ਸੱਚ ਨੂੰ ਫਿਰ ਤੇ ਸੱਚ ਹੀ ਹੈ ਨਾ, ਸੱਚ ਤੋਂ ਅੱਗੇ ਕੁਛ ਵੀ ਨਹੀਂ ਹੈਗਾ। ਪਰ ਬਾਣੀ ਕਹਿੰਦੀ ਸੱਚ ਤੋਂ ਅੱਗੇ ਕਿਹੜਾ ਵਾ? ਸੱਚ ਆਚਾਰ। ਸੱਚ ਤੋਂ ਵੀ ਅੱਗੇ ਸੱਚ ਆਚਾਰ ਹੈ। ਹੁਣ ਆਪਾਂ ਸੱਚ ਨੂੰ ਲੈ ਕੇ ਆਪਣੇ ਜੀਵਨ ਚ ਤੁਸੀਂ ਜੋ ਕਰ ਰਹੇ ਹੋ ਉੱਥੇ ਸੱਚ ਹੋ ਜੇ ਤੇ ਵੇਖੋ ਜ਼ਿੰਦਗੀ ਦਾ ਮਜ਼ਾ। ਤੇ ਫਿਰ ਬਾਣੀ ਤੇ ਇਹੋ ਕਹਿੰਦੀ ਹੈ ਜਿਨ੍ਹਾਂ ਨਾਮ ਤੇ ਆਇਆ ਗਏ ਮਸਕਤ ਕਾਲ, ਕਿ ਕਹਿਣ ਤੋਂ ਭਾਵ ਪਹਿਲਾਂ ਤੇ ਕਹਿੰਦੇ ਜਿਨ੍ਹਾਂ ਨਾਮ ਤੇ ਆਇਆ ਭਗਤੀ ਕੀਤੀ ਹੈ, ਫਿਰ ਮਸਕਤ ਮਤਲਬ ਮਿਹਨਤ ਕੀਤੀ ਹੈ। ਜ਼ੋਰ ਲੱਗਦਾ ਹੈ ਨਾ, ਫਿਰ ਸੱਚ ਤੇ ਚੱਲੋਗੇ ਥੋੜੀ ਕਿ ਆਸਾਨ ਥੋੜੀ ਹੈ। ਬੇਈਮਾਨੀ ਕਰਨੀ ਤੇ ਬੜੀ ਆਸਾਨ ਹੈ। ਤੇ 20-25 ਕਿੱਲੇ ਪੈਲੀ ਮਿਲਦੀ ਹੋਏ ਮੈਂ 1 ਮਿੰਟ ਲਾਵਾਂ ਸੈਂਡ ਕਰਨ ਲੱਗਿਆ ਤੇ ਉਹ ਤੇ ਬਹੁਤ ਆਸਾਨ ਹੈ। ਉਹ ਪੈਸਾ ਇਕੱਠਾ ਕਰਨਾ ਬਹੁਤ ਆਸਾਨ ਹੈ। ਫਿਰ ਘਾਲਣਾ ਕਿੱਥੇ ਉੱਥੇ? ਪਰ ਬਾਣੀ ਤੇ ਕਹਿੰਦੀ ਘਾਲਣਾ, ਮਿਹਨਤ ਕਰੋ, ਸੱਚ ਤੇ ਚੱਲੋ। ਤੇ ਫਿਰ ਨਾਨਕ ਤੇ ਮੁਖ ਉਜਲੇ ਤੇ ਕੀਤੀ ਛੁੱਟੀ ਨਾਲ, ਉਹ ਕਹਿੰਦੇ ਉਹ ਮੁਕਤ ਹੋ ਜਾਂਦੇ ਆ। ਨਿੱਜਰ ਸਾਹਿਬ ਫਿਰ ਕਹਿੰਦੇ ਆ ਹੋਰ ਕੀਤੀ ਛੁੱਟੀ ਨਾਲ ਹੋਰ ਵੀ ਕਈ ਮੁਕਤ ਹੋ ਜਾਣ। ਦੂਸਰੀ ਪਾਤਸ਼ਾਹੀ ਦਾ ਸ਼ਲੋਕ ਹੈ ਇਹ, ਦੂਸਰੀ ਪਾਤਸ਼ਾਹੀ ਦਾ ਹੈਗਾ। ਤੇ ਉਹਨਾਂ ਨੇ ਸਿਰਫ ਜਿਹੜਾ ਇਹਦੇ ਵਿੱਚ ਹੋਰ ਲਗਾਇਆ ਵਿੱਚ, ਬਸ ਹੋਰ ਕੀ। ਠੀਕ ਹੈ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ ਜੀ। ਹਾਂਜੀ ਵੀਰ ਜੀ, ਟਾਈਮ ਬਾਬਾ ਹੀ ਹੋ ਗਿਆ ਤੁਹਾਡੇ 17 ਮਿੰਟ ਲੈ ਦੇ। ਨਹੀਂ ਕੋਈ ਨਹੀਂ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਨੇ ਕਪਲ ਕਰਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ, ਦਨ ਬੱਚੇ ਸੁਣ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਅੱਗੇ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਨਾਮਦਾਨ ਬਖਸ਼ਣਾ, ਦੀਨ ਰੋਗਤਾ ਬਖਸ਼ਣੀ, ਤੰਦਰੁਸਤੀ ਬਖਸ਼ਣੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ। ਮੇਰੇ ਮਾਲਿਕ ਇਹ ਮੇਰੇ ਪਿਤਾ ਮਿਹਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਸਾਧ ਸੰਗਤ ਜੀ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।